KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ ਤੇ 11 ਮਈ ਆ ਵਰਾ 2020 ਦਾ ਸੋਮਵਾਰ ਹੈ। 27 ਵਿਸਾਖ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। 28 ਵਿਸਾਖ ਹੈ ਜੀ 28। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਚੰਡੀਗੜ੍ਹ ਤੋਂ ਵਕੀਲ ਪ੍ਰਦੀਪ ਸਿੰਘ ਵਿਰਕ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ, ਜਿਹੜੇ ਮਲਤਾਨੀ ਤੇ ਸੈਣੀ ਵਾਲੇ ਕੇਸ 'ਚ ਪੀੜਤ ਧਿਰ ਦੇ ਵਕੀਲ ਨੇ, ਮਤਲਬ ਮਲਤਾਨੀ ਹੋਰਾਂ ਦੇ ਵਕੀਲ ਨੇ। ਤੇ ਕੇਸ ਦਾ ਕੀ ਹੋਇਆ, ਇਹ ਬੇਲ ਜਿਹੜੀ ਹੋਈ ਹੈ, ਬੇਲ ਦੇ ਵਿੱਚ ਜਿਹੜਾ ਕੁਝ ਜੱਜ ਨੇ ਲਿਖਿਆ ਉਹਨੂੰ ਜੇ ਤੁਸੀਂ ਪੜ੍ਹਦੇ ਹੋ, ਉਹਦੇ ਹਿਸਾਬ ਦੇ ਨਾਲ ਕੇਸ ਬਹੁਤ ਜਿਹੜਾ ਉਹ ਕਮਜ਼ੋਰ ਹੁੰਦਾ। ਉਹੀ ਜਿਹੜੀ ਸ਼ੁਰੂ 'ਚ ਆਪਾਂ ਗੱਲ ਕੀਤੀ ਸੀ ਕਿ ਇੱਕ ਵਾਰ ਕੇਸ ਜਦ ਹਾਰ ਗਏ ਦੁਬਾਰਾ ਉਸਨੂੰ ਤੋੜਨਾ ਬੜਾ ਔਖਾ ਹੈ। ਪਰ ਗੱਲਬਾਤ ਕਰਾਂਗੇ ਵਿਰਕੋਰਾਂ ਨੇ ਜਿਹੜੀ ਇਹ ਗੱਲ ਚੱਲੀ ਹੈ ਉਹਦੇ ਪਿੱਛੇ ਕੀ ਚੱਕਰ ਹੈ, ਕੀ ਕਹਾਣੀ ਹੈ, ਕਿਸ ਤਰ੍ਹਾਂ ਇਹ ਜਿਹੜਾ ਹਜ਼ਾਰਾਂ ਨੌਜਵਾਨਾਂ ਦੇ ਜਿਹੜੇ ਕਾਤਲ ਨੇ, ਜਿਨ੍ਹਾਂ ਦੇ ਉੱਪਰ ਉਂਗਲ ਉੱਠਦੀ ਹੈ, ਉਹ ਕਿਸ ਤਰ੍ਹਾਂ ਫਿਰ ਬਰੀ ਹੋ ਕੇ ਲੋਕਾਂ ਦੇ ਸਾਹਮਣੇ ਤੁਰੇ ਫਿਰਦੇ ਆ। ਤੇ ਸੈਣੀ ਹੋਰਾਂ ਦੇ ਕੇਸ ਦੇ ਵਿੱਚ ਉਹਨਾਂ ਨਾਲ ਮੈਂ ਗੱਲਬਾਤ ਕਰ ਰਹੇ ਹਾਂ। ਪ੍ਰਦੀਪ ਸਿੰਘ ਵਿਰਕ ਹੋਰਾਂ ਦੇ ਨਾਲ ਗੱਲਬਾਤ ਹੋਏਗੀ ਆਪਣੀ 11:20 ਵਾਲੀ ਬ੍ਰੇਕ ਤੋਂ ਬਾਅਦ। ਕੋਸ਼ਿਸ਼ ਕਰਾਂਗੇ 12 ਤੋਂ 1 ਤੱਕ ਖਬਰਾਂ ਦੇ ਨਾਲ ਨਾਲ ਤੁਹਾਡੀ ਵਿਚਾਰ ਚਰਚਾ ਦੁਨੀਆ ਦੇ ਵਿੱਚ ਕਿਤੇ ਕੁਝ ਹੋ ਰਿਹਾ ਜਿਹੜੀ ਵੀ ਉਸ ਦੀ ਗੱਲਬਾਤ ਹੋਏਗੀ। ਮਹਾਰਾਜਾ ਦਲੀਪ ਸਿੰਘ ਦੇ ਬਾਰੇ ਕੁਝ ਗੱਲਬਾਤ ਅੱਜ ਤੁਹਾਡੇ ਨਾਲ ਮੈਂ ਕਰਨੀ ਚਾਹੁੰਦਾ ਉਹਨਾਂ ਦੇ ਹਿੱਸੇ ਦੇ ਵਿੱਚ। ਤੇ 1 ਤੋਂ 2 ਤੱਕ ਆਖਰੀ ਘੰਟਿਆਂ ਦੇ ਵਿੱਚ ਮਨੁੱਖੀ ਰਿਸ਼ਤੇ ਤੇ ਉਹਨਾਂ ਦੀ ਸਾਂਝ, ਜਿਹੜੇ ਰਿਸ਼ਤੇ ਉਹ ਬਾਹਰ ਸਿਰਜਦਾ, ਪਰਿਵਾਰ ਦੇ ਵਿੱਚ ਜਿਹੜੇ ਰਿਸ਼ਤੇ ਨੇ ਖੂਨ ਦੇ, ਉਹ ਗੱਲ ਹੋਰ ਹੈ। ਬਾਹਰ ਜਿਹੜੇ ਰਿਸ਼ਤੇ ਦੇ ਵਿੱਚ ਉਹ ਕਿਸੇ ਵੀ ਰੂਪ 'ਚ ਰਿਸ਼ਤੇ ਨੂੰ ਨਾਂ ਦਿੰਦਾ, ਮਾਂ ਦਾ, ਭੈਣ ਦਾ, ਭਾਈ ਦਾ, ਉਹ ਰਿਸ਼ਤਿਆਂ ਦਾ ਨਾਂ ਰੱਖਣਾ ਕਿਉਂ ਜ਼ਰੂਰੀ ਹੈ? ਕਿਸੇ ਨਾਲ ਤੁਸੀਂ ਇਸ ਦੁਨੀਆ ਦੇ ਵਿੱਚ ਗੱਲਬਾਤ ਜਿਹੜੀ ਕਰਨ ਤੋਂ ਪਹਿਲਾਂ ਉਹਨੂੰ ਰਿਸ਼ਤੇ ਦਾ ਕਿਉਂ ਨਾਂ ਦੇਣਾ ਪੈਂਦਾ, ਇਸ ਦੀ ਗੱਲਬਾਤ ਹੋਏਗੀ। ਇਸ ਦੇ ਪੈਰਲਲ ਇਹ ਵੀ ਆਪਾਂ ਵੇਖਾਂਗੇ ਕਿ ਹੋਰ ਜਿਹੜੇ ਸਮਾਜ ਨੇ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਜਿਸਨੂੰ ਤੁਸੀਂ ਜਾਣਦੇ ਨਹੀਂ, ਉਹਨੂੰ ਕਿਸੇ ਰਿਸ਼ਤੇ 'ਚ ਨਹੀਂ ਬੰਨਣਾ ਪੈਂਦਾ। ਕਿਉਂਕਿ ਕਹਿ ਤਾਂ ਆਪਾਂ ਦਿੰਦੇ ਹਾਂ ਵੀਰ ਜੀ, ਭੈਣ ਜੀ, ਇਹ ਇੱਕ ਬਹੁਤ ਮੁਕੱਦਸ ਤੇ ਬਹੁਤ ਵੱਡਾ ਇੱਕ ਰਿਸ਼ਤਾ ਹੈ। ਪਰ ਸਾਡੇ ਸਮਾਜ ਦੇ ਵਿੱਚ ਇਸ ਨੂੰ ਕਿਉਂ ਵਿੱਚ ਪਾਉਣਾ ਪੈਂਦਾ? ਜਾਂ ਤਾਂ ਸਾਡੇ ਘਰਾਂ ਦੇ ਵਿੱਚ ਸੰਥਿਆ ਸਾਨੂੰ ਗੁੜਤੀ ਇਹ ਮਿਲੀ ਆ ਵੀ ਭੈਣ ਜਾਂ ਭਾਈ ਦਾ ਰਿਸ਼ਤਾ ਇੱਕ ਬਹੁਤ ਸਤਿਕਾਰਤ ਰਿਸ਼ਤਾ ਹੈ। ਇਸ ਤੇ ਅੱਜ ਖੁੱਲ੍ਹ ਕੇ ਵਿਚਾਰ ਹੋਣੀ ਆ, ਕਿਉਂਕਿ ਮਾਵਾਂ ਦਾ ਦਿਨ ਲੰਘ ਕੇ ਗਿਆ। ਬਹੁਤ ਰਿਸ਼ਤੇ ਨੇ ਜਿਹੜੇ ਤੁਸੀਂ ਢਿੱਡੋਂ ਜਾਈ, ਇੱਕ ਪਿਓ ਤੇ ਮਾਂ ਤੇ ਧੀ ਤੇ ਮਾਂ ਤੇ ਪੁੱਤ ਦਾ ਰਿਸ਼ਤਾ। ਪਰ ਕੁਝ ਰਿਸ਼ਤੇ ਨੇ ਜਿਹੜੇ ਤੁਸੀਂ ਇੱਥੇ ਸੰਸਾਰ ਦੇ ਵਿੱਚ ਬਣਾਉਣੇ ਹੋ, ਆ ਕੇ ਉਹਨਾਂ ਨੂੰ ਸਾਂਭਣਾ, ਉਹਨਾਂ ਨੂੰ ਨਿਭਾਉਣਾ, ਉਹਨਾਂ ਨਾਲ ਗੱਲਬਾਤ ਕਰਨੀ, ਉਹ ਰਿਸ਼ਤੇ ਦੇ ਵਿੱਚ ਜ਼ੋਰ ਪਾ ਕੇ ਰੱਖਣਾ। ਇਸ ਤੇ ਅੱਜ ਗੱਲਬਾਤ ਕਰਾਂਗਾ ਮੈਂ ਆਖਰੀ ਘੰਟੇ 'ਚ। 144 247 1550 1844247150 KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਪ੍ਰੋਗਰਾਮ ਦਾ, ਜਿਸ ਦਾ YouTube ਤੇ ਪਾਇਆ ਹੁੰਦਾ ਹੈ। ਤੇ 604 440 6462 ਦਫ਼ਤਰ ਦਾ ਨੰਬਰ ਹੈ। info@krpradio.com ਦਫ਼ਤਰ ਦੀ ਈਮੇਲ ਹੈ। ਹਰਜੀਤ ਸਿੰਘ ਗਿੱਲ 604 729 1224 WhatsApp ਤੇ ਟੈਕਸਟ ਲਈ ਤੁਹਾਨੂੰ ਨੰਬਰ ਦਿੱਤਾ ਹੋਇਆ। harjeet.g@krpradio.com ਇਹ ਈਮੇਲ ਹੈ। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ, ਜਿੱਥੇ ਤੁਸੀਂ ਨਾਲ ਰਹਿਣੇ। ਖੜੇ ਪੈਰ ਸੀ ਫੈਸਲੇ ਦਾਗ ਦਿੰਦੇ, ਜਿਹੜੇ ਘਰਾਂ 'ਚੋਂ ਖਿੱਚ ਲਕੀਰ ਆਉਂਦੇ। ਖੜੇ ਪੈਰ ਸੀ ਫੈਸਲੇ ਦਾਗ ਦਿੰਦੇ, ਜਿਹੜੇ ਘਰਾਂ 'ਚੋਂ ਖਿੱਚ ਲਕੀਰ ਆਉਂਦੇ। ਡੂੰਗੀ ਅੱਖ ਤੇ ਚਾਲ ਐਨ ਸਿੱਧਮ ਸਿੱਧੀ, ਛੱਡੇ ਜਿਵੇਂ ਕਮਾਨ 'ਚੋਂ ਤੀਰ ਆਉਂਦੇ। ਜਿਨ੍ਹਾਂ ਰੂਹਾਂ 'ਚ ਜ਼ਿੰਦਗੀ ਧੜਕਦੀ ਸੀ, ਜਿਨ੍ਹਾਂ ਦੇਹਾਂ ਨੂੰ ਮਰਨ ਦਾ ਚਾਅ ਵੀ ਸੀ, ਜਿਨ੍ਹਾਂ ਪੈਰੀ ਸੀ ਚੱਕਰ ਤੂਫਾਨ ਕੋਈ, ਜਿਨ੍ਹਾਂ ਮੁਖੜਿਆਂ ਤੇ ਠਹਿਰਾ ਵੀ ਸੀ, ਜਿਨ੍ਹਾਂ ਲਹੂ ਕਸ਼ੀਦ ਕੇ ਰੱਖਿਆ ਸੀ, ਜਿਨ੍ਹਾਂ ਵਕਤ ਦੇ ਮਾਇਨੇ ਸ਼ਾਨ ਲਏ ਸੀ, ਲੈ ਕੇ ਭੋਏ ਦੀ ਹਿੱਕ ਤੋਂ ਰਜ਼ਾਮੰਦੀ, ਜਿਨ੍ਹਾਂ ਮੁੰਡਿਆਂ ਨੇ ਅੰਬਰ ਤਾਣ ਲਏ ਸੀ, ਜਿਨ੍ਹਾਂ ਮੁੰਡਿਆਂ ਨੇ ਅੰਬਰ ਤਾਣ ਲਏ ਸੀ। ਉਹ ਮੁੰਡੇ ਕੌਣ ਸੀ? ਹਰਮਨਜੀਤ ਸਿੰਘ ਲਿਖਦਾ ਹੈ, ਸਮਾਂ ਇੱਕ ਅਜਿਹੀ
इंसान नूं वलगण च पा दिंदा है कि जद कोई गल चलती है तो इंसान उत्थे ही जा खड़दा है, उन्होंने लगता कल दीयां गल्लां। 1990 के दहाके तो लैके हुण तक 30 वरे हो गए पंजाब के उन्हां दिनां दे 84 तो लैके 94 का जिहड़ा समा है, पंजाब की धरत ने बहुत कुछ वेखिया। भर भर के बुक जद 17 दे KP गिल वर्गे बुचड़ सिड़ते रहे जाके लोगों के पुलिस दी मीटिंगां दे विच ते चक चक के लोग मोढियां ते लाउंदे रहे ते जुल्म करते रहे। राजे शीं ते मुकदम कुत्ते हो गए, लोगों को पता ना लग्या कि कोई लिखण वाला कोई नहीं सी। 3 अखबारां आउंदियां जिहड़ा कुछ वो लिख दिंदियां लोग सत करके मनदे। कौन मार गया, कौन सिट गया, बेदोशियां दे कतल जिहड़े होए, चाहे घट गिनती दे हिंदू परिवारां दे कतल होए, तां इंसाफ ना लोगों को मिलिया। पर उन्हें इंसाफ की लाइन च चलदे जब कुछ ना कुछ पुराना निकल के आउंदा है, लोग उस तरह ही सोचण लगदे जिस तरह अज तो 25 वरे पहला सोचते सी। 1991 की यह गल है कि उस समय SSP सुमेध सिंह सैनी जिहड़ा आम परिवार दे विचों निकल के आया, 1980 के बैच का अफसर है, जिसके उपर अपने परिवार के जियां के कतल के भी दोष ने सैनी मोटर का, तुहानूं पता है। उस तो बाद पूले नाल यारी विवादग्रस्त गल्लां बातां जिहड़ियां चलदियां रहियां। चंडीगढ़ दे विच हाई प्रोफाइल कतल हो जाते हैं, जिस कटोच की भाखड़ा ब्यास मैनेजमेंट बोर्ड का SYL का सीकरी है, हित बलाशी है, ते चंडीगढ़ के सन च जिथे पुलिस कीड़े आंगू फिरदी है। 3 सूबियां दे VVIP उत्थे रहिंदे ने, हिमाचल, हरियाणा ते पंजाब दे। उहदे विचों बड़े बड़े प्रोजैक्ट SYL च भाखड़ा ब्यास मैनेजमेंट बोर्ड दे वलों छड्डिया पानी मंड जिहड़ा डुब गया, उहदे गुस्से दे विच जिहड़े मुंडियां ने एक्शन कीते, तो उस तो बाद SSP लाया जाता है सुमेध सिंह सैनी नूं, जिसका ददवा जिहड़ा अलग अलग जिलियां च रहा, बाहला समा लुधियाणे रहा, जिसदे हुंदियां पिंकी कैट ने GNE ते PAU दे विच जुल्म कीता, जिहड़ा हुण औखे सौखे साह जे लैके बोलदा फिरदा। गल जद दी सी, हुण तां जद ला दित्ती भौण तो किल्ली ते हुण वर्दी ला दित्ती ते हुण बोलण दा नहीं फायदा है। पर फिर भी ये केस की शुरुआत उत्थों हुई जब कंवर संधू ने आउटलुक मैगजीन दे विच एक रिपोर्ट पा दी ते पिंकी ने गलबात शुरू हो गई। पिंकी किसी कारण नहीं आया, पिंकी अपनी निजी गरज चों आया भी सानू यूज करके सिड़ दिता, सातों मुंडे मरवाए ते हुण मैनू नौकरी ला दिता। वो केस होया जिहदे विच दविंदरपाल सिंह भुल्लर दे नाल जिसते बहस इस नूं होया, सैनी भी मेरे ते जिहड़ा अटैक कीता, ओह दविंदरपाल भुल्लर ने, नवनीत सिंह कादियां ते जिहड़ा ये 3 स्टूडेंट इकट्ठे GNE च पढ़े ने, मुल्तानी होनी तो मुड़ के मुल्तानी चक के उते जुल्म हुंदा ते उसकी मौत हो जाती है, कादियां जाके शरीर सिड़ दिंदे ने। उस केस नूं 2008 ਦੇ ਵਿੱਚ सुप्रीम कोर्ट खारिज कर दिंदी है। दोबारा फिर हुण गल चल पई, DGP ਦੇ अहुदे तो रिटायर हो गया ते हुण दोबारा फिर मुल्तानी परिवार ने ये FIR की, FIR करके केस नूं लड़न वाले सरदार प्रदीप सिंह विरक मेरे नाल ने, जिन्हां ने केस की शुरुआत की। उन्हां तो पुछदे हां कि अज, क्योंकि पिछले 5 दिनों का बहुत ज्यादा यही खबर है हर जगह मीडिया से, पंजाब जिथे पंजाबी वसदा, बाहर डायस्पोरा बैठा थे, पर वो वकील नाल अज मैं गल करनी चाहुंदा जिसने यह मुद्दा चक्या, जिन्हों पता है कि एक बार क्वैश हो चुके तो दोबारा गल करनी ये कितनी औखी। प्रदीप सिंह विरक जी, स्वागत है, सत श्री अकाल। सत श्री अकाल जी, शुक्रिया मैनू अपने शो ते लैण लई जी। अच्छा विरक साहब, पहला थोड़ा जिहा अपने बारे दस दिओ सुनने वालियां नूं, अपनी जिवें तुसीं इन्फॉर्मेशन अपनी देनी चाहो। मैनूं ये भी पता लगा तुसीं IPS भी सिलेक्ट हो गए सी, उस तो बाद फिर वकील। ये जिहड़ा संतुलन है ये की है ते कितना चिर दे प्रैक्टिस कर रहे हो तुसीं? मेरा इस तरह है जी, मैं विरकां दा
ਪਿਛੋਕੜ ਤੋਂ ਤੁਹਾਨੂੰ ਪਤਾ ਹੈ ਅਨਪਾਰਟੀਸ਼ਨ ਇੰਡੀਆ ਦੇ ਵਿੱਚ ਜਿਹੜਾ ਹੁਣ ਪਾਕਿਸਤਾਨ 'ਚ ਪੈਂਦਾ ਉੱਥੇ ਸੀ। ਸੋ ਉੱਥੋਂ ਮੇਰੇ ਦਾਦਾ ਜੀ ਇੱਥੇ ਆਏ ਸੀ ਪੰਜਾਬ ਇੰਡੀਆ ਪਾਰਟੀਸ਼ਨ ਵੇਲੇ। ਸੋ ਸਰਦਾਰ ਕੁਲਦੀਪ ਸਿੰਘ ਵਿਰਕ ਪਦਮਾ ਸ਼੍ਰੀ ਤੋਂ ਸਨਮਾਨਿਤ IAS ਅਫਸਰ ਸੀ। ਉਸ ਤੋਂ ਬਾਅਦ ਮੇਰੇ ਫਾਦਰ ਸਰਦਾਰ ਸਰਬਜੀਤ ਸਿੰਘ ਵਿਰਕ ਜਿਹੜੇ ਪੰਜਾਬ ਮਹਾਰਾਸ਼ਟਰ ਦੋਵਾਂ ਦੇ DGP ਰਹੇ, ਪਦਮਾ ਸ਼੍ਰੀ ਤੋਂ ਸਨਮਾਨਿਤ। ਮੈਂ ਤੀਜੀ ਜਨਰੇਸ਼ਨ ਸੀ ਆਪਣੀ ਫੈਮਿਲੀ ਦੀ IPS ਦੇ ਵਿੱਚ ਆਉਣ ਵਾਲਾ। 2006 ਬੈਚ IPS ਹੋਇਆ ਮੈਂ। ਫਿਰ ਕਿਉਂਕਿ ਮੇਰੇ ਫਾਦਰ ਨੂੰ ਝੂਠੇ ਕੇਸ ਦੇ ਵਿੱਚ ਇੰਪਲੀਕੇਟ ਕੀਤਾ ਗਿਆ ਤੇ ਮੈਂ ਉਹ ਨੌਕਰੀ ਛੱਡ ਕੇ ਆਪਣੇ ਫਾਦਰ ਦਾ ਕੇਸ ਲੜਿਆ। ਲਾਅ ਮੈਂ ਪਹਿਲਾਂ ਕਰ ਰੱਖੀ ਸੀ ਔਰ ਉਸ ਦਿਨ ਤੋਂ ਅੱਜ ਤੱਕ ਕਿਤੇ ਵੀ ਨਾ ਇਨਸਾਫੀ ਹੋਵੇ ਤੇ ਖਾਸ ਕਰ ਜੇ ਉਹ ਵਰਦੀ ਨਾਲ ਦਗਾ ਹੋਵੇ ਤੇ ਤੁਸੀਂ ਤਕਰੀਬਨ ਪੰਜਾਬ ਦੇ ਉਹਨਾਂ ਕੇਸਾਂ 'ਚ ਮੈਨੂੰ ਜ਼ਰੂਰ ਦੇਖੋਗੇ। ਕਿਉਂਕਿ ਮੈਂ ਜ਼ਿੰਦਗੀ 'ਚ ਸਿੱਖਿਆ ਸੀ ਕਿ ਵਰਦੀ ਦੂਜਿਆਂ ਦੀ ਹਿਫਾਜ਼ਤ ਲਈ ਪਾਈ ਜਾਂਦੀ ਹੈ। ਜੋ ਮੈਨੂੰ ਸਿਖਾਇਆ ਗਿਆ ਸੀ ਮੈਂ ਉਸੇ ਰਾਹ ਤੇ ਚੱਲਿਆ ਔਰ ਵਰਦੀ ਨਾਲ ਦਗਾ ਕਰਨ ਵਾਲਿਆਂ ਨੂੰ ਮੈਂ ਬਖਸ਼ਣਾ ਮੁਨਾਸਿਬ ਨਹੀਂ ਸਮਝਦਾ। ਜਿਨ੍ਹਾਂ ਨੇ ਵਰਦੀ ਪਾ ਕੇ ਵਰਦੀ ਨਾਲ ਦਗਾ ਕੀਤੀ, ਲੋਕਾਂ ਦੀ ਜਾਨ ਬਚਾਉਣ ਦੀ ਜਗ੍ਹਾ ਲੈਣੀ ਚਾਹੀ, ਉਹਨਾਂ ਦੇ ਖਿਲਾਫ ਮੈਂ ਲੜ ਰਿਹਾ, ਲਗਾਤਾਰ ਲੜ ਰਿਹਾ ਔਰ ਇੱਕ ਕਰੂਸੇਡਰ ਦੇ ਵਾਂਗੂ ਲੜ ਰਿਹਾ, ਜਿਨ੍ਹਾਂ ਦੇ ਵਿੱਚ ਤਕਰੀਬਨ ਤੁਸੀਂ ਸਾਰੇ ਵੱਡੇ ਕੇਸਿਸ ਦੇ ਵਿੱਚ ਮੇਰਾ ਨਾਂ ਦੇਖੋਗੇ, ਮੈਨੂੰ ਲੜਦੇ ਵੇਖੋਗੇ। ਕਿਉਂਕਿ ਮੈਂ ਨਾ ਤਾਂ ਡਰਦਾ ਕਿ ਅਗਲਾ ਕੌਣ ਹੈ ਸਾਹਮਣੇ ਵਾਲਾ, ਉਹ ਕੀ ਨੁਕਸਾਨ ਕਰ ਸਕਦਾ ਹੈ, ਨਾ ਮੈਂ ਪਿੱਛੇ ਹਟਣਾ। ਸੋ ਇਹ ਕੇਸ ਵੀ ਜਿਹੜਾ ਤੁਸੀਂ ਰੈਫਰ ਕੀਤਾ ਹੈ ਇਹ ਵੀ ਉਹੋ ਜਿਹਾ ਹੀ ਹੈ। ਵਨ ਆਫ ਦੋਜ਼ ਕੇਸਿਸ ਜਿੱਥੇ ਮੈਂ ਸੀਨੀਅਰ ਆਫਿਸਰਸ ਨੂੰ ਹੈਡ ਆਨ ਲਿਆ ਹੈ। ਅੱਛਾ, ਇਹ ਹੁਣ ਜਦ 2008 ਦੇ ਵਿੱਚ ਇੱਕ ਵਾਰ ਕੁਐਸ਼ ਹੋ ਗਿਆ, ਇਸ ਨੂੰ ਦੁਬਾਰਾ ਜਿਹੜਾ ਸ਼ੁਰੂ ਹੋਇਆ ਰੀਜੂਬੀਨੇਟ ਜਿਹੜਾ ਕੀਤਾ ਤੇ ਐਂਟੀਸਪੇਟਰੀ ਜਿਹੜੀ ਬਿੱਲ ਮੈਂ ਪੜ੍ਹ ਰਿਹਾ, ਜਿਹੜੀ ਬੇਲ ਪੜ੍ਹ ਰਿਹਾ, ਉਹਦੇ ਵਿੱਚ ਜੱਜ ਸਾਹਿਬ ਨੇ ਨੁਕਤੇ ਬਹੁਤ ਲਿਖ ਦਿੱਤੇ। ਮੈਨੂੰ ਇਉਂ ਲੱਗਦਾ ਵੀ ਕੇਸ ਕਮਜ਼ੋਰ ਬਹੁਤ ਕਰ ਦਿੱਤਾ। ਦੇਖੋ, ਮੈਂ ਉਹੀ ਗੱਲ ਦੱਸਦਾ। ਪਹਿਲੀ ਗੱਲ ਤਾਂ ਬੇਲ ਦੇ ਵਿੱਚ ਦਿੱਤੇ ਓਪੀਨੀਅਨ ਦੀ ਰੈਲੇਵੈਂਸ ਨਹੀਂ ਹੁੰਦੀ ਕੇਸ ਦੀ ਮੈਰਿਟ ਦੇ ਉੱਤੇ। ਲੇਕਿਨ ਤੁਹਾਡੀ ਗੱਲ ਠੀਕ ਹੈ, ਜੱਜ ਸਾਹਿਬ ਨੇ ਨੁਕਤੇ ਬਹੁਤ ਪਾਏ ਹੈ ਔਰ ਉਸੇ ਚੀਜ਼ ਦੇ ਖਿਲਾਫ ਹੁਣ ਅਸੀਂ ਲੜਾਂਗੇ। ਵੇਖੋ, 29 ਸਾਲਾਂ ਤੋਂ ਲੜ ਰਹੇ ਹਾਂ, ਹਿੰਮਤ ਨਹੀਂ ਹਾਰੀ, ਅੱਗਾ ਵੀ ਲੜਾਂਗੇ। 29 ਸਾਲ ਤੋਂ ਤਾਂ ਟੱਬਰ ਲੜ ਹੀ ਰਿਹਾ। ਮੈਂ ਤਾਂ ਹੁਣ ਜਦੋਂ ਦਾ ਪ੍ਰੈਕਟਿਸ 'ਚ ਆਇਆ ਇਹਨਾਂ ਦੇ ਨਾਲ ਹੁਣ ਲੜ ਰਿਹਾ ਤੇ ਮੈਂ ਹੁਣ ਅੱਗੇ ਵੀ ਲੜਾਂਗਾ, ਪਿੱਛੇ ਨਹੀਂ ਹਟਣਾ। ਪਹਿਲਾਂ ਵੀ ਜਦੋਂ 2008 ਦੇ ਵਿੱਚ ਕੇਸ ਸੀ ਤੇ ਉਦੋਂ ਸੁਪਰੀਮ ਕੋਰਟ ਦੇ ਵਿੱਚ ਮੈਂ ਇਸ ਕੇਸ ਦੇ ਵਿੱਚ ਅਸਿਸਟ ਕੀਤਾ ਸੀ, ਹਾਈ ਕੋਰਟ ਦੇ ਵਿੱਚ ਵੀ ਅਸਿਸਟ ਕੀਤਾ ਸੀ। ਸੋ ਮੈਨੂੰ ਇਸ ਕੇਸ ਦੀ ਬੈਕਗਰਾਉਂਡ ਵੀ ਪਤਾ ਸੀ। ਹੁਣ ਮਿਸਟਰ ਪਰਵਿੰਦਰ ਸਿੰਘ ਨੇ ਆਪਣੇ ਬ੍ਰਦਰ ਵਾਸਤੇ ਮੈਨੂੰ ਕੰਟੈਕਟ ਕੀਤਾ। ਬੈਕਗਰਾਉਂਡ ਪਹਿਲਾਂ ਮੈਂ ਥੋੜੀ ਜਿਹੀ ਕੇਸ ਦੀ ਤੁਹਾਨੂੰ ਐਕਸਪਲੇਨ ਕਰਦੇ ਹਾਂ। 91 ਵਾਲਾ ਇੰਸੀਡੈਂਟ ਤਾਂ ਤੁਸੀਂ ਦੱਸਤਾ, ਬਿਲਕੁਲ ਠੀਕ ਹੈ ਉਹ ਇੰਸੀਡੈਂਟ। ਹੁਣ 2007 ਦੇ ਵਿੱਚ ਜਿਹੜਾ ਇਹ ਕੇਸ ਖੁੱਲਿਆ ਸੀ, ਮੈਂ ਉਹ ਤੁਹਾਨੂੰ ਚੀਜ਼ ਐਕਸਪਲੇਨ ਕਰਦਾ ਕੀ ਹੋਇਆ ਸੀ। ਸੁਬੇਦ ਸਿੰਘ ਸੈਣੀ ਦਾ ਜਿਹੜਾ ਬਲਾਸਟ ਕੇਸ ਸੀ, ਇਹਦੇ 'ਚ ਬਲਾਸਟ ਹੋਇਆ ਸੀ, ਉਸ ਕੇਸ ਦੇ ਵਿੱਚ ਇਸ ਸਰਦਾਰ ਬਲਵੰਤ ਸਿੰਘ ਮੁਲਤਾਨੀ ਤੇ ਦੇਵਿੰਦਰ ਭੁੱਲਰ ਦੇ, ਪ੍ਰੋਫੈਸਰ ਭੁੱਲਰ ਦੇ ਫਾਦਰ ਤੇ ਮਾਸੜ ਨੂੰ ਇੰਪਲੀਕੇਟ ਕੀਤਾ ਗਿਆ। ਉਸ ਤੋਂ ਇਲਾਵਾ ਇਹਨਾਂ ਤੇ ਅੱਡ FIR ਵੀ ਕੀਤੀ ਗਈ। ਇਹਨਾਂ ਨੂੰ ਕਾਦੀਆਂ ਦੇ ਵਿੱਚ ਲਿਜਾ ਕੇ ਪ੍ਰੋਕਲੇਮਡ ਅਫੈਂਡਰ ਸ਼ੋ ਕੀਤਾ ਗਿਆ ਕਿ ਕਸਟਡੀ ਤੋਂ ਭੱਜ ਗਏ। ਜਦੋਂ ਸੈਣੀ ਦੇ ਕੇਸ ਦੀ ਅਪੀਲ ਸੁਣੀ ਜਾ ਰਹੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ, ਉਹ ਅਪੀਲ ਸੁਣਦਿਆਂ ਹੋਇਆਂ ਆਨਰੇਬਲ ਕੋਰਟ ਨੇ ਆਰਡਰ ਕੀਤਾ ਕਿ ਇੱਕ ਪ੍ਰੋਕਲੇਮਡ ਅਫੈਂਡਰਸ ਨੂੰ ਲੱਭਿਆ ਜਾਵੇ। ਕਾਨੂੰਨ ਦੇ ਦਾ ਫਾਇਦਾ ਚੁੱਕ ਕੇ ਲਾਅ ਤੋਂ ਭੱਜਣ ਵਾਲੇ ਬੰਦਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਜੇ ਕੋਈ ਪ੍ਰੋਕਲੇਮਡ ਅਫੈਂਡਰ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਦੋਂ ਉਹ ਆਰਡਰ ਕੀਤੇ ਕਿ ਲੱਭੋ ਤੇ 2-3 ਡੇਜ਼ ਤੋਂ ਬਾਅਦ ਮੁਲਤਾਨੀ ਸਾਹਿਬ ਵੱਲੋਂ, ਜਿਹੜੇ IAS ਸੀ ਸਰਦਾਰ ਬਲਵੰਤ ਸਿੰਘ ਮੁਲਤਾਨੀ ਦੇ ਫਾਦਰ, ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਕਿ ਜੀ ਤੁਸੀਂ ਮੇਰੇ ਬੇਟੇ ਨੂੰ PO ਕਹਿ ਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਨੂੰ ਸੁਮੇਧ ਸਿੰਘ ਸੈਣੀ ਨੇ ਮਾਰਤਾ ਸੀ 91 'ਚ। ਜਦੋਂ ਉਹ ਐਪਲੀਕੇਸ਼ਨ ਕੋਰਟ ਨੇ ਦੇਖੀ, ਉਧਰੋਂ ਪ੍ਰੋਫੈਸਰ ਭੁੱਲਰ ਵੱਲੋਂ ਐਪਲੀਕੇਸ਼ਨ ਪਈ, ਇਮੀਡੀਏਟਲੀ ਆਨਰੇਬਲ ਕੋਰਟ ਨੇ CBI ਨੂੰ ਕਿਹਾ ਕਿ ਪ੍ਰੀਲਿਮਿਨਰੀ ਇਨਕੁਆਇਰੀ ਰਜਿਸਟਰ ਕਰਕੇ ਲੱਭੋ ਕਿ ਬੰਦੇ ਕੀ ਪ੍ਰੋਕਲੇਮਡ ਅਫੈਂਡਰਸ ਨੇ ਜਾਂ ਮਾਰ ਦਿੱਤੇ ਗਏ ਫੇਕ ਐਨਕਾਊਂਟਰਸ। ਇਮੀਡੀਏਟਲੀ ਉਹ ਇੱਕ ਇਨਕੁਆਇਰੀ ਸ਼ੁਰੂ ਹੋ ਗਈ CBI ਵੱਲੋਂ। 9 ਮਹੀਨੇ ਇਨਕੁਆਇਰੀ ਚੱਲੀ, 70 ਵਿਟਨੈਸ ਐਗਜ਼ਾਮਿਨ ਹੋਏ। ਉਸ ਤੋਂ ਬਾਅਦ 2 ਜੁਲਾਈ 2008 ਨੂੰ CBI ਨੇ FIR ਦਰਜ ਕਰਤੀ ਸੁਮੇਧ ਸੈਣੀ ਤੇ। ਹੁਣ ਸੁਮੇਧ ਸੈਣੀ ਤੇ ਆਲਰੇਡੀ ਇੱਕ ਕੇਸ ਚੱਲ ਰਿਹਾ ਸੀ ਜਿਹਦੇ ਜਿਵੇਂ ਤੁਸੀਂ ਕਿਹਾ ਹੈ ਉਹਨੇ ਆਪਣੇ ਫੈਮਿਲੀ ਮੈਂਬਰਸ ਦੇ ਫਾਈਨੈਂਸਰਸ ਮਾਰਤੇ ਸੀ, ਫੈਮਿਲੀ ਮੈਂਬਰਸ ਦੇ ਵੀ ਝੂਠੇ ਪਰਚੇ ਦੇਤੇ ਸੀ। ਸੋ ਪਰਸਨਲ ਰੰਜਿਸ਼ ਕਰਕੇ ਫੈਮਿਲੀ ਮੈਂਬਰ ਕੀ ਸਗੀ ਮਾਸੀ ਦੇ ਫਾਈਨੈਂਸਰ ਸੀ ਉਹ।
ਇਹ ਦੂਜਾ ਕੇਸ ਉਮੇਸ਼ ਸੈਣੀ ਤੇ ਰਜਿਸਟਰ ਹੋਇਆ CBI ਵੱਲੋਂ। ਹੁਣ ਇਹਦੇ ਅਗੇਂਸਟ ਪੰਜਾਬ ਸਰਕਾਰ ਗਈ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਜਾ ਕੇ ਇਸ ਗਰਾਊਂਡ ਤੇ ਸਟੇ ਲਿਆ ਕਿ ਜੀ ਪਹਿਲੀ ਤਾਂ ਜਦੋਂ ਇੱਕ ਬੈਂਚ ਨੂੰ ਰੋਸਟਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਸੀ, ਇਹ ਟੈਕਨੀਕਲ ਇਸ਼ੂ ਸੀ, ਸੋ ਇਹ ਬੈਂਚ ਪਾਰਟਿਕੂਲਰ ਜਿਹੜਾ ਕੇਸ ਸੁਣ ਰਿਹਾ ਸੀ ਉਹਨਾਂ ਨੂੰ ਸੁਣਨਾ ਨਹੀਂ ਚਾਹੀਦਾ ਸੀ। ਦੂਜੀ ਗੱਲ, ਇਹ ਪਾਰਟਿਕੂਲਰ ਜੱਜ ਨੇ ਸੈਣੀ ਨੂੰ ਪਾਰਟੀ ਨਹੀਂ ਬਣਾਇਆ, ਸੈਣੀ ਨੂੰ ਸੁਣੇ ਬਿਨਾਂ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਔਰ ਤੀਜਾ ਕਿ ਸੈਣੀ ਨੇ ਕਿਸੇ ਸਟੇਜ ਤੇ ਜੱਜ ਸਾਹਿਬ ਦੀ ਕੋਈ ਇਨਕੁਆਇਰੀ ਕੀਤੀ ਸੀ, ਇਸ ਕਰਕੇ ਇਹ ਜੱਜ ਸਾਹਿਬ ਨੂੰ ਕੇਸ ਤੋਂ ਰਿਕਿਊਜ਼ ਕਰਨਾ ਚਾਹੀਦਾ ਸੀ। ਇਹ ਟੈਕਨੀਕਲ ਗਰਾਊਂਡਸ ਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਨੇ 7 ਦਸੰਬਰ 2011 ਨੂੰ ਇਸ ਹਾਈ ਕੋਰਟ ਦੇ ਆਰਡਰਸ ਨੂੰ ਕੁਐਸ਼ ਕਰਤਾ, ਇਹ ਕਹਿ ਕੇ ਕਿ ਜੋ ਵੀ ਹੋਇਆ ਇਸ ਬੈਂਚ ਨੂੰ ਆਹ ਕੇਸ ਨਹੀਂ ਸੁਣਨਾ ਚਾਹੀਦਾ ਸੀ, ਇੱਕ ਟੈਕਨੀਕਲ ਇਸ਼ੂ ਹੈ ਪਰ ਅਸੀਂ ਕੁਐਸ਼ ਕਰਦੇ ਹਾਂ ਕਿਉਂਕਿ ਆਰਡਰ CBI ਨੂੰ ਇਨਵੈਸਟੀਗੇਸ਼ਨ ਦਾ ਕੁਐਸ਼ ਹੋਇਆ ਹੈ, ਸੋ CBI ਦੀ ਇਨਵੈਸਟੀਗੇਸ਼ਨ ਵੀ ਕੁਐਸ਼ ਹੋ ਰਹੀ ਹੈ। ਲੇਕਿਨ ਖਾਸ ਇਹ ਲਾਈਨ ਲਿਖੀ ਗਈ ਅਖੀਰ ਦੇ ਵਿੱਚ ਕਿ if the complainant party wishes to initiate proceedings, they may do so if permissible in law, ਜਿਹਦਾ ਮਤਲਬ ਹੈ ਕਿ ਉਹਨਾਂ ਨੂੰ ਲਿਬਰਟੀ ਦੇਤੀ ਕਿ ਅਸੀਂ ਕੇਸ ਦੀਆਂ ਮੈਰਿਟਸ ਤੇ ਨੂੰ ਕਿਤੇ ਵੀ ਟੱਚ ਨਹੀਂ ਕੀਤਾ, ਅਸੀਂ ਕਿਤੇ ਵੀ ਨਹੀਂ ਇਹ ਕਹਿ ਰਹੇ ਕਿ CBI ਦੀ ਇਨਵੈਸਟੀਗੇਸ਼ਨ ਗਲਤ ਸੀ, ਟੈਂਟਡ ਸੀ ਜਾਂ ਬਾਇਸਡ ਸੀ, ਉਹ ਜਿਹਾ ਅਸੀਂ ਕੁਝ ਨਹੀਂ ਕਹਿ ਰਹੇ। ਨਾ ਅਸੀਂ ਕਹਿ ਰਹੇ ਹਾਂ ਕਿ ਸੁਮੇਸ਼ ਸੈਣੀ ਇਨੋਸੈਂਟ ਹੈ, ਪਰ ਅਸੀਂ ਇੰਨਾ ਕਹਿ ਰਹੇ ਹਾਂ ਕਿ ਆਹ ਟੈਕਨੀਕਲ ਇਸ਼ੂ ਤੇ FIR ਕੁਐਸ਼ ਹੁੰਦੀ ਹੈ, ਔਰ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਤੇ ਕੋਈ ਫਰੈਸ਼ ਪ੍ਰੋਸੀਡਿੰਗ ਇਨੀਸ਼ੀਏਟ ਕਰਨੀ ਹੈ ਤੇ ਤੁਸੀਂ ਫਰੈਸ਼ ਪ੍ਰੋਸੀਡਿੰਗ ਇਨੀਸ਼ੀਏਟ ਕਰ ਸਕਦੇ ਹੋ ਇਸ ਚੀਜ਼ ਤੇ। ਇਹ ਆਰਡਰ ਸੁਪਰੀਮ ਕੋਰਟ ਨੇ ਕੀਤਾ। ਹੁਣ ਫਰੈਸ਼ ਪ੍ਰੋਸੀਡਿੰਗ ਦਾ ਮਤਲਬ ਹੁੰਦਾ ਇੱਕ ਫਰੈਸ਼ ਕੰਪਲੇਂਟ ਦੇ ਕੇ FIR ਰਜਿਸਟਰ ਕਰਕੇ ਪ੍ਰੋਸੀਡਿੰਗ ਇਨੀਸ਼ੀਏਟ ਕਰਨਾ। ਐਗਜ਼ੈਕਟਲੀ ਉਹੀ ਗੱਲ ਇੱਥੇ ਹੋਈ। 2 ਮਹੀਨੇ ਬਾਅਦ ਸੁਮੇਸ਼ ਸਿੰਘ ਸੈਣੀ DG ਬਣ ਗਏ। ਹੁਣ ਜਦੋਂ ਸੁਮੇਸ਼ ਸਿੰਘ ਸੈਣੀ ਨੂੰ DG ਬਣਾਤਾ ਤੇ ਕਿਹੜਾ ਇਨਸਾਨ DGP ਦੇ ਖਿਲਾਫ ਕੰਪਲੇਂਟ ਦੇਊਗਾ? ਠੀਕ, ਤੁਸੀਂ ਇਹ ਵੇਖੋ, ਜਦੋਂ 91 ਤੋਂ ਲੈ ਕੇ 2007 ਤੱਕ ਹੀ ਸੱਚਾਈ ਬਾਹਰ ਨਹੀਂ ਆਈ ਸੀ ਤੇ ਸੈਣੀ ਦੇ DG ਬਣਨ ਤੋਂ ਬਾਅਦ ਕੰਪਲੇਂਟ ਕਿੱਥੋਂ ਆਣੀ ਸੀ? ਨੈਚੁਰਲੀ ਕੰਪਲੇਂਟ ਨਹੀਂ ਆਈ। ਫਿਰ ਜੂਨ 2018 ਦੇ ਵਿੱਚ ਜਦੋਂ ਸੈਣੀ ਰਿਟਾਇਰ ਹੋ ਗਿਆ, ਉਸ ਤੋਂ ਬਾਅਦ ਉਦੋਂ ਤੱਕ ਬਲਵੰਤ ਸਿੰਘ ਮੁਲਤਾਨੀ ਜੀ ਦੇ ਫਾਦਰ ਐਕਸਪਾਇਰ ਹੋ ਚੁੱਕੇ ਸੀ, ਉਹਨਾਂ ਦੇ ਫਿਰ ਬ੍ਰਦਰ ਜਿਹੜੇ ਹੁਣ ਕੰਪਲੇਨੈਂਟ ਨੇ, ਉਹਨਾਂ ਨੇ ਆ ਕੰਪਲੇਂਟ ਦਿੱਤੀ ਇਹ ਕਹਿ ਕੇ ਕਿ ਜੀ ਹੁਣ ਸੁਮੇਸ਼ ਸੈਣੀ ਰਿਟਾਇਰ ਹੋ ਗਿਆ ਤੇ ਉਸ ਗਰਾਊਂਡ ਤੇ ਮੈਂ ਆ ਮਟੀਰੀਅਲ ਇਕੱਠਾ ਕਰਕੇ ਆ ਕੰਪਲੇਂਟ ਦੇ ਰਿਹਾ, ਜੋ ਮੈਂ ਲਾਇਰਸ ਤੋਂ ਇਕੱਠਾ ਕੀਤਾ ਹੈ। ਆਊਟਲੁੱਕ ਮੈਗਜ਼ੀਨ ਦੇ ਵਿੱਚ ਵੀ ਮੈਂ ਪਿੰਕੀ ਦੇ ਬਾਰੇ ਪੜ੍ਹਿਆ ਸੀ ਵੀ ਉਹਨੇ ਕੀ ਕੀ ਡਿਟੇਲਸ ਦਿੱਤੀਆਂ, ਉਹਨਾਂ ਚੀਜ਼ਾਂ ਤੋਂ ਮੈਂ ਆ ਸਾਰਾ ਕੱਢ ਕੇ ਮੈਂ ਆ ਸ਼ੁਰੂ ਕੀਤਾ। ਆ ਕੰਪਲੇਂਟ ਹੈ ਜੀ, ਪਲੀਜ਼ ਇਨਵੈਸਟੀਗੇਟ ਕਰੋ। ਉਹ FIR ਹੈ ਇਹਦੇ ਵਿੱਚ। ਸੋ ਇਹ ਸੈਕੰਡ FIR ਐਸ ਸੱਚ ਨਹੀਂ ਹੈ, ਤਾਂ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਸੀ ਕਿ FIR ਜੇ ਤੁਸੀਂ ਕੰਪਲੇਂਟ ਦੇ ਸਕਦੇ ਹੋ ਤੇ ਉਹਦੇ ਤੇ ਪ੍ਰੋਸੀਡਿੰਗ ਇਨੀਸ਼ੀਏਟ ਹੋਊਗੀ। ਉਹੀ ਹੋਇਆ ਹੈ, ਇਹ ਸੈਕੰਡ FIR ਨਹੀਂ ਹੈ। ਬਿਲਕੁਲ ਠੀਕ ਹੈ। ਅੱਛਾ, ਹੁਣ ਇਹਦਾ ਸਾਰਾ ਜਿਹੜਾ ਧੁਰਾ ਹੈ ਉਹ ਪਿੰਕੀ ਹੈ ਜੀ, ਜਾਂ ਕੱਲ ਮਾਨ ਨੇ ਉਹਨਾਂ ਬਾਰੇ ਵੀ ਦੱਸਿਓ, ਉਹਨਾਂ ਨੇ ਵੀ ਦੱਸਿਆ ਵੀ ਅਸੀਂ ਜਾਣਦੇ ਸੀ ਮੁਲਤਾਨੀ ਨੂੰ। ਹਾਂਜੀ, ਦੋਨਾਂ ਬਾਰੇ ਦੱਸੋ ਵੀ ਇਹਨਾਂ ਦੀ। ਜਿਹੜਾ ਪਿੰਕੀ ਹੈ, ਪਿੰਕੀ ਇਸ ਕੇਸ ਦੀ ਬੇਸ ਨਹੀਂ ਹੈ। ਪਿੰਕੀ ਨਾ ਤਾਂ ਪਹਿਲਾਂ ਵਿਟਨੈਸ ਸੀ, ਨਾ ਪਿੰਕੀ ਨੇ ਕੁਝ ਹੋਰ ਇਹੋ ਜਿਹਾ ਸੀ। ਪਿੰਕੀ ਨੇ ਇੱਕ ਇੰਟਰਵਿਊ ਦਿੱਤੀ ਸੀ ਪਹਿਲਾਂ YouTube ਤੇ ਮਿਸਟਰ ਕੰਵਰ ਸੰਧੂ ਨੂੰ, ਉਸ ਤੋਂ ਬਾਅਦ ਉਹਨੇ ਉਹ ਇੰਟਰਵਿਊ ਇੱਕ ਆਊਟਲੁੱਕ ਮੈਗਜ਼ੀਨ ਛਪੀ, ਉਹ ਆਊਟਲੁੱਕ ਮੈਗਜ਼ੀਨ ਨੇ ਜਰਨਲਿਸਟ ਨੂੰ ਦਿੱਤੀ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪਿੰਕੀ ਦੀ ਇੰਟਰਵਿਊ ਪੜ੍ਹੀ, ਜਿਹਦੇ ਤੋਂ ਮੈਨੂੰ ਹੋਇਆ ਕਿ ਹਾਂ ਇਹ ਗੱਲਾਂ ਇਹਦਾ ਮਤਲਬ ਸੱਚੀਆਂ। CBI ਦੀ ਇਨਵੈਸਟੀਗੇਸ਼ਨ ਦੀ ਫਾਈਲ CBI ਕੋਲ ਹੈ, ਉਹ ਨਾ ਤਾਂ ਕਿਸੇ ਲਾਇਰ ਕੋਲ ਆਈ ਨਾ ਕੰਪਲੇਨੈਂਟ ਕੋਲ ਆਈ। ਐਜ਼ ਅ ਲਾਇਰ ਹੁਣ ਮੈਂ ਕੰਪਲੇਨੈਂਟ ਦੇ ਲਈ ਕੇਸ ਤਾਂ ਲੜ ਰਿਹਾ, ਪਰ ਵਿਟਨੈਸਿਸ ਨੇ ਜੋ ਕਹਿਣਾ ਉਹ ਤਾਂ ਵਿਟਨੈਸ ਇਨਵੈਸਟੀਗੇਟਿਵ ਏਜੰਸੀ ਨੂੰ ਕਹਿਣਗੇ ਨਾ ਜੀ। ਉਹ CBI ਨੂੰ ਦੱਸ ਜਾਣਗੇ, ਪੰਜਾਬ ਪੁਲਿਸ ਨੂੰ ਦੱਸ ਜਾਣਗੇ। ਉਹ ਕੀ ਕਹਿ ਰਹੇ ਮੈਨੂੰ ਤਾਂ ਨਹੀਂ ਪਤਾ ਲੱਗੂਗਾ ਕੌਣ ਕੌਣ ਵਿਟਨੈਸਿਸ ਸੀ, ਕੌਣ ਨਹੀਂ ਸੀ। ਉਹ ਤਾਂ ਜਿਵੇਂ ਜਿਵੇਂ ਤਫਤੀਸ਼ ਹੁੰਦੀ ਹੈ ਉਵੇਂ ਲੋਕੀ ਅੱਗੇ ਆਉਂਦੇ ਆ। ਸੋ ਉਹੀ ਚੀਜ਼ ਸੀ, CBI ਦੀ ਤਫਤੀਸ਼ ਕੀ ਹੋਈ ਉਹ CBI ਨੂੰ ਪਤਾ ਹੈ, ਕੰਪਲੇਨੈਂਟ ਫੈਮਿਲੀ ਨੂੰ ਨਹੀਂ ਪਤਾ। ਉਸੇ ਤਰ੍ਹਾਂ ਪਿੰਕੀ ਦੀ ਤਾਂ ਇੱਕ ਰੈਫਰੈਂਸ ਹੈ, ਉਸ ਤੋਂ ਬਿਯੋਂਡ ਪਿੰਕੀ ਦਾ ਇਹਦੇ 'ਚ ਕੁਛ ਨਹੀਂ ਹੈ। ਪਿੰਕੀ ਸੁਮੇਸ਼ ਸੈਣੀ ਦਾ ਬੰਦਾ ਹੈ ਜਿਹਦੇ ਪਰਸਨਲ ਇੰਟਰਸਟ ਸਰਵ ਨਹੀਂ ਹੋਏ, ਸੋ ਪਿੰਕੀ ਨੇ ਅਖਬਾਰ 'ਚ ਬੋਲਤਾ, ਸੈਣੀ ਨੇ ਉਹਦੀ ਗੱਲ ਸੁਣ ਲਈ ਤੇ ਪਿੰਕੀ ਬੈਕਆਊਟ ਕਰ ਗਿਆ। ਇਸ ਲਈ ਪਿੰਕੀ ਦਾ ਤਾਂ ਸਿਰਫ ਇੱਕ ਰੈਫਰੈਂਸ ਹੈ, ਬੇਸ ਨਹੀਂ ਹੈ ਕੇਸ ਦਾ। ਹਾਂ, ਇਹਦੇ 'ਚ ਇੱਕ ਵਿਟਨੈਸ ਜਿਹੜੇ ਤੁਸੀਂ ਮਿਸਿਸ GK ਮਾਨ ਦਾ ਜ਼ਿਕਰ ਕੀਤਾ ਉਹ ਬਹੁਤ ਇੰਪੋਰਟੈਂਟ ਹੈ। ਉਹ ਇਸ ਕੇਸ ਦੇ ਆਈ ਵਿਟਨੈਸ ਨੇ, ਵਨ ਆਫ ਦੀ ਮੈਨੀ ਆਈ ਵਿਟਨੈਸ। ਉਹਨਾਂ ਨੇ ਇਸ ਕੋਰਟ ਦੇ ਵਿੱਚ ਆ ਕੇ ਵੀ ਸੈਟਰਡੇ ਨੂੰ ਇਹ ਗੱਲ ਆਖੀ, ਮਤਲਬ ਪਰਸੋਂ ਇਹ ਗੱਲ ਆਖੀ ਕੋਰਟ ਦੇ ਵਿੱਚ ਆ ਕੇ ਕਿ ਜੀ ਜੱਜ ਸਾਹਿਬ ਨੇ ਪੁੱਛਿਆ ਕਿ ਵੀ ਇਹਦੇ 'ਚ ਤੁਹਾਡੇ ਕੋਲ FIR ਤੋਂ ਸਿਵਾ ਕੁਛ ਨਹੀਂ ਹੈ, ਤੇ ਪ੍ਰੋਸੀਕਿਊਸ਼ਨ ਨੇ ਕਿਹਾ ਜੀ ਅਜੇ ਤੱਕ ਨਹੀਂ।
ਸੋ ਮਿਸਿਸ ਮਾਨ ਨੇ ਆ ਕੇ ਕੋਰਟ ਦੇ ਵਿੱਚ ਕਿਹਾ ਜੀ ਮੈਂ ਇੱਕ ਲਾਇਰ ਹਾਂ, ਮੈਨੂੰ ਇਸ ਕੇਸ ਦੇ ਵਿੱਚ ਫਾਲਸਲੀ ਇੰਪਲੀਕੇਟ ਕੀਤਾ ਗਿਆ ਸੀ ਔਰ ਮੈਂ ਆਈ ਵਿਟਨੈਸ ਹਾਂ ਕਿ ਕਿਸ ਤਰ੍ਹਾਂ ਭੁੱਲਰ ਦੀ ਫੈਮਿਲੀ ਤੇ ਮਤਲਬ ਫਾਦਰ ਤੇ ਮਾਸਟਰ ਨੂੰ ਤੇ ਨਾਲ ਮਿਸਟਰ ਮੁਲਤਾਨੀ ਨੂੰ ਕਿਸ ਤਰ੍ਹਾਂ ਟੌਰਚਰ ਕੀਤਾ ਗਿਆ ਸੀ। ਉਹਨਾਂ ਦੀ ਇੰਨੀ ਬੁਰੀ ਹਾਲਤ ਸੀ, ਉਹ ਭੱਜ ਨਹੀਂ ਸਕਦੇ ਸੀ। ਸੈਣੀ ਨੇ ਉੱਤੋਂ ਸੈਣੀ ਦੀ ਪ੍ਰੈਜ਼ੈਂਸ ਦੇ ਵਿੱਚ ਇਹਦੇ ਸਾਹਮਣੇ ਇਹਦੇ ਆਰਡਰਸ ਤੇ ਟੌਰਚਰ ਕੀਤਾ ਗਿਆ। ਇਹ ਗੱਲ ਉਹਨਾਂ ਨੇ ਕੋਰਟ ਨੂੰ ਆਖੀ। ਫਿਰ ਕੋਰਟ ਨੇ ਉਹ ਸਟੇਟਮੈਂਟ ਨਹੀਂ ਰਿਕਾਰਡ ਕੀਤੀ ਉਸ ਦਿਨ। ਫਿਰ ਕੱਲ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਪੁਲਿਸ ਨੇ ਔਰ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਸਟੇਟਮੈਂਟ ਰਿਕਾਰਡ ਹੋਈ। ਸੋ ਇਹ ਸੱਚਾਈ ਹੈ। ਸ਼ੀ ਇਜ਼ ਐਨ ਆਈ ਵਿਟਨੈਸ, ਬਹੁਤ ਮਟੀਰੀਅਲ ਵਿਟਨੈਸ ਨੇ ਉਹ, ਔਰ ਉਹਨਾਂ ਨੇ ਅੱਜ ਰਿਕਾਰਡ ਬਿਲਡਅਪ ਕੀਤਾ ਇਸ ਚੀਜ਼ ਦਾ ਕਿ ਕਿਸ ਤਰ੍ਹਾਂ ਇਹ ਕੇਸ ਸਟਰੈਂਥਨ ਹੋ ਰਿਹਾ, ਕਿਸ ਤਰ੍ਹਾਂ ਚੀਜ਼ਾਂ ਚੱਲ ਰਹੀਆਂ। ਹੁਣ ਹੌਲੀ ਹੌਲੀ ਜਿਵੇਂ ਜਿਵੇਂ ਵਿਟਨੈਸ ਅੱਗੇ ਆਉਂਦੇ ਹੈ ਉਸ ਤਰ੍ਹਾਂ ਇਹ ਤਫਤੀਸ਼ ਅੱਗੇ ਪ੍ਰੋਗਰੈਸ ਕਰੂਗੀ ਤੇ ਚੀਜ਼ ਕਲੀਅਰ ਹੋਊਗੀ। ਬਿਲਕੁਲ ਠੀਕ ਹੈ ਵਿਰਕ ਸਾਹਿਬ, ਇੱਕ ਮੈਂ ਬ੍ਰੇਕ ਲੈਣੀ ਹੈ ਜੀ ਪਲੀਜ਼ 2 ਮਿੰਟ, ਤੇ ਹੁਣੇ ਵਾਪਸ ਆ ਕੇ ਫਿਰ ਗੱਲ ਸ਼ੁਰੂ ਕਰ। ਮੇਰੇ ਨਾਲ ਸਰਦਾਰ ਪ੍ਰਦੀਪ ਸਿੰਘ ਵਿਰਕ ਨੇ ਜਿਹੜੇ ਵਕੀਲ ਨੇ, ਤੇ ਕੇਸ ਜਿਹੜਾ ਸੈਣੀ ਹੋਰਾਂ ਦਾ ਉਹ ਪੀੜਤ ਧਿਰ ਵੱਲੋਂ ਜਿਹੜਾ ਉਹ ਲੜ ਰਹੇ ਨੇ ਮੁਲਤਾਨੀ ਪਰਿਵਾਰ ਵੱਲੋਂ। ਅੱਛਾ ਜੀ, ਹੁਣ ਇਹ ਇਸ ਨੂੰ ਰਾਜਨੀਤਿਕ ਪੱਖ ਤੋਂ ਬੜਾ ਵੇਖਿਆ ਜਾ ਰਿਹਾ ਬਈ ਕਿਸ ਤਰ੍ਹਾਂ ਸੈਣੀ 97 ਤੋਂ 2 ਤੱਕ ਬਾਦਲਾਂ ਦੇ ਕਲੋਜ਼ ਸੀ, 2 ਤੋਂ 7 ਤੱਕ ਅਮਰਿੰਦਰ ਸਿੰਘ ਦੇ ਕਲੋਜ਼ ਹੋ ਗਿਆ, ਜਦ ਰਵੀ ਸਿੱਧੂ ਫੜਿਆ ਜਾਂਦਾ ਫਿਰ ਰੌਲਾ ਪੈ ਗਿਆ, ਉਹਦੇ ਬਾਅਦ ਉਹ ਖੂੰਜੇ ਲਾਇਆ ਜਾਂਦਾ। 7 ਤੋਂ ਲੈ ਕੇ 17 ਤੱਕ ਫਿਰ ਉਹਦੀ ਚੜ੍ਹਤ ਰਹੀ ਹੈ, ਤੇ 7 ਤੋਂ 17 ਦੇ ਸਮੇਂ ਹੀ ਕੇਸ ਤੁਹਾਡੇ ਫਾਦਰ ਤੇ ਵੀ ਉਸੇ ਸਮੇਂ ਪੈਂਦਾ ਜੀ। ਰਾਜਨੀਤਿਕ ਪਿੱਠ ਭੂਮੀ ਕਿੰਨੀ ਕੁ, ਜਿਹੜੀ ਹੁਣ ਉਹ ਕਹਿ ਰਿਹਾ ਅਮਰਿੰਦਰ ਮਦਦ ਕਰ ਰਿਹਾ ਕਿਉਂਕਿ ਅਮਰਿੰਦਰ ਦੀ ਸਿਟੀ ਜਿਹੜਾ ਸੈਂਟਰ ਦਾ ਘਟਾਲੇ ਦੀ ਲੁਧਿਆਣੇ ਦੀ, ਉਹਦੇ ਤੇ ਸੈਣੀ ਦੋਨੇ ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਨੇੜੇ ਰਿਹਾ ਜੀ। ਇਹਦਾ ਮੈਨੂੰ ਇਹ ਦੱਸੋ ਕਿ ਇਹ ਵੀ ਪਤਾ ਲੱਗ ਰਿਹਾ ਕਿ ਦਿੱਲੀ ਵੀ ਉਹਦੀ ਪਿੱਠ ਭੂਮੀ ਹੈ ਖਾਸੀ, ਦਿੱਲੀ ਵੀ ਉਹਦਾ ਕੰਮ ਹੈ ਕਿਉਂਕਿ ਦਿੱਲੀ ਉਹ ਗਿਆ, ਉਹ ਦਿੱਲੀ ਇਹ ਵੀ ਪਤਾ ਲੱਗਿਆ ਕਿ ਕੋਈ ਕਾਂਗਰਸੀ MLA ਦੇ ਭਰਾ ਦੇ ਘਰੇ ਠਹਿਰਿਆ, ਉਹ ਜਿਹੜਾ ਮੈਨੂੰ ਕੁਝ ਮੇਰੇ ਸੋਰਸਿਸ ਨੇ ਦੱਸਿਆ। ਰਾਜਨੀਤੀ ਕਿੰਨਾ ਕੁ ਪਲੇ ਕਰ ਸਕਦੀ ਹੈ ਜੀ ਇਸ ਕੇਸ ਦੇ ਵਿੱਚ? ਵੇਖੋ, ਇਨਫੋਰਮੇਸ਼ਨ ਜਿਹੜੀ ਤੁਸੀਂ ਆ ਕਹਿ ਰਹੇ ਹੋ ਕਿ ਦਿੱਲੀ ਕਿੱਥੇ ਰੁਕਿਆ, ਇਹ ਗੱਲ ਇੱਥੇ ਸੋਰਸਿਸ ਵਾਲੀ ਹੋ ਸਕਦਾ ਜ਼ਰੂਰ ਸਹੀ ਹੋਵੇ, ਉਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜਿੱਥੇ ਤੱਕ ਰਾਜਨੀਤਿਕ ਚੀਜ਼ ਦਾ ਸਵਾਲ ਹੈ, ਸੁਮੇਧ ਸੈਣੀ ਨੇ ਇਸ ਕੇਸ ਤੋਂ ਬਚਣ ਲਈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਵੈਂਡੇਟਾ ਕਰਕੇ ਫਸਾਇਆ ਗਿਆ ਹੈ। ਸੁਮੇਧ ਸੈਣੀ ਦੇ ਹੁਣ ਜਿਵੇਂ ਤੁਸੀਂ ਇੱਕ ਮੇਰੇ ਫਾਦਰ ਦੇ ਕੇਸ ਦਾ ਵੀ ਜ਼ਿਕਰ ਕੀਤਾ, ਉਸ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਤੱਕ ਇਹ ਫਾਈਂਡਿੰਗ ਆ ਚੁੱਕੀ ਸੀ ਕਿ ਇਹ ਕੇਸ ਝੂਠਾ ਹੈ ਔਰ ਰੰਜਿਸ਼ ਕਰਕੇ ਰਜਿਸਟਰ ਕੀਤਾ ਗਿਆ। ਇਸ ਕਰਕੇ ਸੁਮੇਧ ਸੈਣੀ ਨੇ ਇਸ ਕੇਸ ਦਾ ਕਿਤੇ ਹਵਾਲਾ ਨਹੀਂ ਦਿੱਤਾ। ਉਹਨੇ ਗਰਾਊਂਡ ਕੀ ਲਿਆ ਹੈ ਮੁਲਤਾਨੀ ਕੇਸ ਦੀ FIR ਹੋਣ ਦਾ, ਉਹਨੇ ਇਹ ਗਰਾਊਂਡ ਲਿਆ ਕਿ ਜੀ ਉਹਨੇ ਮੌਜੂਦਾ CM ਦੇ ਖਿਲਾਫ ਪਰਚਾ ਦਿੱਤਾ ਸੀ ਔਰ ਮਿਸਟਰ ਭਰਤਿੰਦਰ ਚਹਿਲ ਦੇ ਖਿਲਾਫ ਦਿੱਤਾ ਸੀ, ਇਸ ਕਰਕੇ ਉਹਨੂੰ ਫਸਾਇਆ ਜਾ ਰਿਹਾ ਹੈ। ਸਾਡਾ ਉਹਦੇ 'ਚ ਇਹ ਕਹਿਣਾ ਸੀ ਕਿ ਜੀ ਜੇ ਆਹੀ ਕਰਨਾ ਸੀ ਤਾਂ 3 ਸਾਲ ਹੋ ਗਏ ਸਰਕਾਰ ਬਣੇ, ਉਦੋਂ ਕਿਉਂ ਨਹੀਂ ਹੋਇਆ? ਕੰਪਲੇਂਟ ਹੁਣ ਦਿੱਤੀ ਹੈ ਦੀ ਰਿਟਾਇਰਮੈਂਟ ਤੋਂ ਬਾਅਦ ਤਾਂ ਕੀਤਾ ਗਿਆ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਹਾਂ ਬਾਦਲ ਸਰਕਾਰ ਦੇ ਵਿੱਚ ਉਹ ਬਹੁਤ ਨੇੜੇ ਸੀ ਬਾਦਲਾਂ ਦੇ, ਪਰ ਉਹਦੇ 'ਚ ਵੇਖਣ ਵਾਲੀ ਗੱਲ ਇਹ ਹੈ ਕਿ 2015 ਦੇ ਵਿੱਚ ਉਸੇ ਸਰਕਾਰ ਜੀ ਨੇ DGP ਜਿਹੜੀ ਸਰਕਾਰ ਨੇ DGP ਲਾਇਆ, ਉਹਨਾਂ ਨੂੰ ਹੀ ਉਹਨੂੰ ਬਦਲਣਾ ਪਿਆ। ਇਹੋ ਜਿਹਾ ਅਫਸਰ ਸਿੱਧ ਹੋਇਆ। ਮਤਲਬ 2.5 ਸਾਲਾਂ ਦੇ ਬਾਅਦ ਉਹਨਾਂ ਨੂੰ ਇਹ ਰੀਅਲਾਈਜ਼ ਹੋ ਗਿਆ ਕਿ DGP ਬਣਨ ਦੇ ਕਾਬਿਲ ਨਹੀਂ ਹੈ। ਔਰ ਇਹ ਕਈ ਚੈਨਲਸ ਦੇ ਉੱਤੇ ਵੀ ਬਾਦਲਾਂ ਨੇ ਉਹਨਾਂ ਤੋਂ ਮਤਲਬ ਸੈਣੀ ਤੋਂ ਆਪਣਾ ਹੱਥ ਖਿੱਚ ਲਿਆ ਕਿ ਵੀ ਹਾਂ ਠੀਕ ਹੈ। ਉਹਨਾਂ ਦੇ ਕੁਝ ਸਪੋਕਸਪਰਸਨ ਨੇ ਵੀ ਆਹ ਗੱਲ ਆਖੀ ਹੈ ਕਿ ਹਾਂ ਸਾਡੀ ਗਲਤੀ ਸੀ ਉਹਨੂੰ DGP ਲਾਉਣਾ, ਜੋ ਇੱਕ ਫੈਕਟ ਹੈ। ਇਹੋ ਜਿਹੇ ਅਫਸਰ ਨੂੰ, ਦਾਗੀ ਅਫਸਰ ਨੂੰ DGP ਨਹੀਂ ਲਾਉਣਾ ਚਾਹੀਦਾ ਸੀ। ਔਰ ਜਿੱਥੇ ਤੱਕ ਪੋਲੀਟੀਕਲ ਚੀਜ਼ਾਂ ਦਾ ਸਵਾਲ ਹੈ, ਇਸ ਕੇਸ ਦਾ ਕਿਤੇ ਵੀ ਪੋਲੀਟੀਕਲ ਕਨੈਕਸ਼ਨ ਨਹੀਂ ਹੈ। ਉਹ ਪ੍ਰਾਈਮ ਪੋਸਟ ਤੇ ਬੈਠਾ ਸੀ ਉਸ ਵੇਲੇ, ਸੁਮੇਧ ਸੈਣੀ ਨੂੰ ਬਚਾਉਣ ਦੇ ਲਈ ਸਰਕਾਰ ਨੇ, ਬਾਦਲ ਸਰਕਾਰ ਨੇ SLP ਪਵਾਤੀ ਔਰ ਉਹ ਕੁਐਸ਼ ਹੋ ਗਈ, ਫਿਰ DGP ਬਣ ਗਿਆ। ਇਸ ਕਰਕੇ ਨੇ ਉਹ ਇਨਫਲੂਐਂਸ ਯੂਜ਼ ਕਰ ਲਿਆ। ਉਹ ਮੈਨੀਪੂਲੇਸ਼ਨ ਤਾਂ ਸੁਮੇਧ ਸਿੰਘ ਸੈਣੀ ਸ਼ੁਰੂ ਤੋਂ ਹੀ ਕਰਦਾ ਰਿਹਾ ਹੈ, ਪਰ ਉਹ ਪੋਲੀਟੀਕਲ ਪੈਟਰਨੇਜ ਕਰਕੇ ਇਨਸਾਫ ਡਿਲੇ ਵੀ ਹੋਇਆ। ਅਸੀਂ ਲੜ ਰਹੇ ਸੀ ਉਦੋਂ ਰੱਬ ਤੇ ਵਿਸ਼ਵਾਸ ਰੱਖ ਕੇ, ਅਸੀਂ ਅੱਜ ਵੀ ਰੱਬ ਤੇ ਵਿਸ਼ਵਾਸ ਰੱਖ ਕੇ ਲੜ ਰਹੇ ਹਾਂ। ਔਰ ਇੱਕ ਗੱਲ ਜਿਹੜੀ ਮੈਂ ਇੱਕ ਲਾਇਰ ਤੋਂ ਜ਼ਿਆਦਾ ਇੱਕ ਸਿੱਖ ਹੋਣ ਦੇ ਨਾਤੇ ਸਿੱਖੀ ਹੈ ਜ਼ਿੰਦਗੀ 'ਚ, ਕਿ ਗੁਰੂ ਸਾਹਿਬ ਨੇ ਜਿਹੜਾ ਕਿਹਾ ਹੈ ਕਿ ਜਦੋਂ ਇੱਕ ਰਾਹ ਫੜ ਲਓ, ਡਰਨਾ ਨਹੀਂ, ਪਿੱਛੇ ਨਹੀਂ ਹਟਣਾ, ਕਦੇ ਹਿੰਮਤ ਨਹੀਂ ਹਾਰਨੀ। ਦੇਸ਼ ਸੇਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨ ਟਰੋ ਔਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ। ਅਸੀਂ ਤਾਂ ਸੱਚਾਈ ਦੀ ਜਿੱਤ ਲਈ ਲੜਨਾ ਹੈ। ਮੈਂ ਹੁਣ ਜਦੋਂ ਦਾ ਕੇਸ ਦੇ ਵਿੱਚ ਇੰਟਰਵਿਊ ਦਿੱਤੀ ਹੈ ਪਰਸੋਂ,
ਮੈਨੂੰ ਇੰਨੇ ਲੋਕਾਂ ਨੇ ਫੋਨ ਕਰਕੇ ਕਿਹਾ ਕਿ ਜੀ ਸਾਡੇ ਨਾਲ ਸੈਣੀ ਨੇ ਆਹ ਮਾੜਾ ਕੀਤਾ, ਸਾਡੇ ਨਾਲ ਆਹ ਕੀਤਾ, ਸਾਡੀਆਂ ਅਰਦਾਸਾਂ ਨੇ ਕਿ ਤੁਹਾਨੂੰ ਜਿੱਤ ਮਿਲੇ। ਇਨਸਾਫ ਕਦੇ ਨਹੀਂ ਹਾਰਦਾ, ਭਾਵੇਂ ਕੋਈ ਪੋਲੀਟੀਕਲ ਪਾਰਟੀ ਇਹਨੂੰ ਬਚਾ ਲਵੇ, ਭਾਵੇਂ ਕੋਈ ਪੋਲੀਟੀਸ਼ੀਅਨ ਇਹਦੇ ਨਾਲ ਖੜਾ ਹੋ ਜੇ, ਸਾਡਾ ਤਾਂ ਰੱਬ ਹੈ, ਇਸ ਲਈ ਸਾਨੂੰ ਕੋਈ ਡਰ ਨਹੀਂ। ਅਸੀਂ ਸੱਚਾਈ ਤੇ ਚੱਲੇ ਹਾਂ, ਅਸੀਂ ਇਹਨੂੰ ਇਹਦੇ ਅੰਜਾਮ ਤੱਕ ਪਹੁੰਚਾਵਾਂਗੇ, ਕਾਨੂੰਨੀ ਅੰਜਾਮ, ਇਹਨੂੰ ਸਜ਼ਾ ਮਿਲੂਗੀ ਇਹਦੇ ਪਾਪਾਂ ਦੀ, ਇਹਦੀ ਇਲੀਗੈਲਿਟੀਜ਼ ਦੀ, ਇਹਦੇ ਕ੍ਰਾਈਮਸ ਦੀ, ਇਹਨੂੰ ਪਨਿਸ਼ਮੈਂਟ ਦਵਾ ਕੇ ਰਵਾਂਗੇ। ਔਰ ਮੇਰੀ ਤੁਹਾਡੇ ਸਾਰੇ ਸ਼ਰੋਤਾਵਾਂ ਨੂੰ ਇੱਕ ਰਿਕੁਐਸਟ ਹੈ, ਅਰਦਾਸ ਕਰੋ ਸੱਚਾਈ ਦੀ ਜਿੱਤ ਹੋਵੇ। ਜੇ ਮੈਂ ਝੂਠ ਲਈ ਖੜਾ ਤੇ ਮੈਂ ਹਾਰਾਂ, ਔਰ ਜੇ ਸੁਮੇਧ ਸੈਣੀ ਗਲਤ ਹੈ ਤੇ ਸੁਮੇਧ ਸੈਣੀ ਨੂੰ ਉਹਦੇ ਪਾਪ ਦੀ ਸਜ਼ਾ ਮਿਲੇ। ਇਹ ਮੈਂ ਸਾਰਿਆਂ ਨੂੰ ਕਰਨਾ ਕਿ ਅਰਦਾਸ ਕਰਨਾ ਸੱਚਾਈ ਦੀ ਜਿੱਤ ਹੋਵੇ ਇਸ ਕੇਸ 'ਚ। ਅੱਛਾ ਵਿਰਕ ਸਾਹਿਬ, ਤੁਸੀਂ ਇੱਕ ਵਰਦੀ ਦੀ ਗੱਲ ਵੀ, ਖਾਕੀ ਵਰਦੀ 'ਚ ਰਹਿੰਦੇ ਬੰਦੇ ਜ਼ੁਲਮ ਕਰਦੇ ਆ, ਇਹ ਜਿਹੜਾ ਇੱਕ ਹੁਣ ਕਿਹਨੂੰ ਨਹੀਂ ਪਤਾ ਵੀ ਸ਼ਿਵ ਕੁਮਾਰ ਕੌਣ ਹੈ, ਸੰਤ ਕੁਮਾਰ ਕੌਣ ਸੀ, ਉਮਰਾ ਨੰਗਲ ਕੌਣ ਹੈ, ਤੇ ਇਹ ਮਤਲਬ ਸੈਣੀ ਕੌਣ ਹੈ, ਜਾਂ ਹੋਰ ਧਿਰ ਹੈ, ਹੋਰ ਵੀ ਨੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਬੰਦਿਆਂ ਨੇ 1978 ਤੋਂ ਲੈ ਕੇ 94 ਤੱਕ ਕੋਈ ਬੂਟਾ ਹਰਾ ਹੋਊ ਜਿਹੜਾ ਬਚਿਆ ਹੋਊ ਉਸ ਸਮੇਂ, ਕਿਉਂਕਿ ਇੱਕ ਮੂਵਮੈਂਟ ਚੱਲ ਰਹੀ ਹੈ, ਸਟੇਟ ਨੇ ਕੋਸ਼ਿਸ਼ ਕਰਨੀ ਆ ਉਹ ਮੂਵਮੈਂਟ ਦੱਬਣ ਦੇ ਲਈ, ਪੈਟਰੀਓਟਿਜ਼ਮ ਦੇ ਥੱਲੇ ਵੀ ਦੇਸ਼ ਦੇ ਵਿੱਚ ਪ੍ਰੋਬਲਮ ਨਾ ਹੋਵੇ। ਜਿਹੜੇ ਵਿਦਰੋਹੀ ਨੇ ਜਿਨ੍ਹਾਂ ਦੇ ਉਹ ਕਹਿੰਦੇ ਸਾਡੇ ਨਾਲ ਹੱਕਾਂ ਤੇ ਸਾਡੇ ਡਾਕਾ ਹੋਇਆ, ਉਹ ਲੜ ਰਹੇ, ਉਹ ਕਹਿੰਦੇ ਨੇ ਵੀ ਦੋਨੇ ਬੰਨਿਓ ਫੇਅਰਨੈਸ ਹੈ, ਪਰ ਇਹਦੇ ਵਿੱਚ ਇੱਕ ਬਹੁਤ ਲੰਮੀ ਕੜੀ ਹੈ ਜਿਹੜੀ ਜੇ ਚੰਡੀਗੜ੍ਹ ਦੇ 2 ਸੈਕਟਰ ਤੋਂ 30 ਸੈਕਟਰ ਦੀਆਂ ਪੈੜਾਂ ਦੱਬੀਏ ਤਾਂ ਉਹਨਾਂ ਕੋਠੀਆਂ ਦੇ ਵਿੱਚ ਉਹ ਪੈਸਾ ਕਿਵੇਂ ਬਣਿਆ, ਉਹ ਅਮੀਰ ਲੋਕ ਕਿਵੇਂ ਹੋਏ, ਤੇ ਕਿਸ ਤਰ੍ਹਾਂ ਜਿਹੜਾ ਮੈਂ ਇਹਨੂੰ ਛੱਡ ਦਈਏ ਆਪਾਂ, ਪਿੰਕੀ ਨੂੰ ਤਾਂ ਮੈਂ ਕੰਸੀਡਰ ਨਹੀਂ ਕਰਦਾ, ਪਿੰਕੀ ਜਿਹੜਾ ਬੋਲਦਾ ਬੋਲੀ ਜਾਵੇ, ਪਰ ਆਪਾਂ ਨੂੰ ਪਤਾ ਹੈ, ਮੈਂ ਪੰਜਾਬ ਦਾ ਜੰਪਲ ਹਾਂ, ਤੁਸੀਂ ਪੰਜਾਬ ਦੇ ਜੰਪਲ ਹੋ, ਵੀ ਪੁਲਿਸ ਨੇ ਵਧੀਕੀ ਕੀਤੀ। ਉਸੇ ਸਮੇਂ ਇਹ ਗੱਲ ਹੋਈ ਕਿ ਜਿਵੇਂ ਅਸੀਂ ਪੁਲਿਸ ਨੂੰ ਰੋਕਦੇ ਹਾਂ ਤਾਂ ਪੁਲਿਸ ਘਰੇ ਵੜ ਜੂ, ਪੁਲਿਸ ਦੀ ਵਧੀਕੀ ਨੂੰ ਅਸੀਂ ਰੋਕ ਨਹੀਂ ਸਕਦੇ। ਤੁਹਾਡੇ ਪਿਤਾ, ਤੁਸੀਂ ਘਰ ਦੇ ਵਿੱਚ 25-30 ਸਾਲ IPS ਦੀ ਇੱਕ ਵਰਦੀ ਦੇਖੀ, ਤੁਸੀਂ ਆਪਣੇ ਫਾਦਰ ਨੂੰ ਜੇ ਇੱਕ DGP ਦੇ ਤੌਰ ਤੇ, ਜਿਹੜੇ ਸੈਣੀ ਨੂੰ DGP ਦੇ ਤੌਰ ਤੇ 2 ਬੋਡੀ ਖੜਾ ਕਰਕੇ ਵੇਖਦੇ ਹੋ, ਕੀ ਤੁਸੀਂ ਆਪਣੇ ਪਿਤਾ ਦੀ ਜ਼ਿੰਦਗੀ 'ਚ ਇਹੋ ਜਿਹਾ ਕੁਛ ਦੇਖਿਆ ਵੀ ਕਿਤੇ ਪੁਲਿਸ ਨੇ, ਤੁਹਾਡੇ ਪਿਤਾ ਜੀ ਨੇ DGP ਹੁੰਦੇ ਧੱਕਾ ਕੀਤਾ ਹੋਵੇ ਮਹਾਰਾਸ਼ਟਰ ਤੇ ਪੰਜਾਬ? ਦੇਖੋ, ਜਦੋਂ ਉਹ DGP ਸੀ, ਸੁਮੇਧ ਸੈਣੀ ਨਾਲ ਲੜਾਈ ਕਾਦੇ ਲਈ ਹੋਈ, ਡਿਫਰੈਂਸਿਸ ਕਾਦੇ ਲਈ ਆਏ? ਕਿਉਂਕਿ ਇਹਨੇ ਇੱਕ ਜਰਨਲਿਸਟ ਗੌਤਮ ਧੀਰ ਨੂੰ ਝੂਠੇ ਕੇਸ ਦੇ ਵਿੱਚ ਅਰੈਸਟ ਕੀਤਾ, ਜਦੋਂ ਇੱਕ SIT ਹੈਡ ਕਰ ਰਿਹਾ ਸੀ ਨਇਆ ਗਾਉਂ ਰੇਪ ਕੇਸ ਦੇ ਵਿੱਚ। ਇਹਨੇ ਹਾਈ ਕੋਰਟ ਤੋਂ SIT ਬਣਵਾਈ, ਜਦੋਂ ਹਾਈ ਕੋਰਟ ਨੇ SIT ਬਣਾਈ ਤੇ ਇਹਨੇ ਉਹ SIT ਹੈਡ ਇਹਨੂੰ ਅਪਾਇੰਟ ਕਰਤਾ ਜੱਜ ਸਾਹਿਬ ਨੇ, ਤੇ ਇਹਨੇ ਉਹ SIT ਦੇ ਵਿੱਚ ਉਸ ਜਰਨਲਿਸਟ ਨੂੰ ਅਰੈਸਟ ਕਰ ਲਿਆ ਜਿਹੜੇ ਜਰਨਲਿਸਟ ਨੇ ਸੈਣੀ ਦੇ ਖਿਲਾਫ ਸਟੋਰੀ ਕੀਤੀ ਸੀ। ਮੇਰੇ ਫਾਦਰ ਨੇ DGP ਹੁੰਦਿਆਂ ਉਹ ਜਰਨਲਿਸਟ ਨੂੰ ਨਾ ਜਾਣਦੇ ਹੋਏ ਉਹਨੂੰ ਛੱਡਿਆ। ਜਦੋਂ ਉਹਨੂੰ ਛੱਡਿਆ, ਉੱਥੋਂ ਡਿਫਰੈਂਸਿਸ ਹੋਏ ਇਹਨਾਂ ਦੇ, ਕਿਉਂਕਿ ਸੈਣੀ ਨੇ ਕਿਹਾ ਜੀ ਮੇਰਾ ਸਾਥ ਦਿਓ, ਮੇਰੇ ਫਾਦਰ ਨੇ ਰਿਫਿਊਜ਼ ਕਰਤਾ। ਵੇਖੋ, ਮੈਂ ਜ਼ਿੰਦਗੀ 'ਚ ਜਦੋਂ ਵਰਦੀ, ਹਰ ਬੰਦੇ ਦਾ ਇੱਕ ਆਈਡਲ ਹੁੰਦਾ ਹੈ, ਉਹ ਵਰਦੀ ਜਿਹੜੀ ਹੁੰਦੀ ਹੈ ਉਹ ਤੁਸੀਂ ਉਹੀ ਦੇਖ ਕੇ ਚੱਲਦੇ ਹੋ ਜੋ ਤੁਸੀਂ ਸਿੱਖਿਆ ਹੁੰਦਾ ਹੈ ਘਰ। ਨਜਾਇਜ਼ ਪਾਵਰ ਕੋਈ ਪਾਵਰ ਨਹੀਂ ਹੁੰਦੀ। ਆਪਾਂ ਜਿੰਨਾ ਮਰਜ਼ੀ ਧੱਕਾ ਕਰ ਲਈਏ, ਰੱਬ ਨੇ ਕਿਤੇ ਨਾ ਕਿਤੇ ਇਸੇ ਜਨਮ ਦੇ ਵਿੱਚ ਹਿਸਾਬ ਕਿਤਾਬ ਕਰ ਦੇਣਾ ਹੁੰਦਾ ਹੈ। ਮੈਂ ਜ਼ਿੰਦਗੀ 'ਚ ਆਹੀ ਸਿੱਖਿਆ ਕਿ ਇਹ ਸੇਵਾ ਲਈ ਪਾਈ ਹੈ, ਲੋਕਾਂ ਦੇ ਭਲੇ ਵਾਸਤੇ ਪਾਈ ਹੈ। ਜਿੱਥੇ ਤੱਕ ਇਸ ਵਰਦੀ ਦਾ ਫਰਜ਼ ਨਿਭਾਇਆ ਜਾ ਸਕੇ, ਉਹ ਰੱਬ ਦੀ ਰਜ਼ਾ ਹੈ, ਰੱਬ ਦੀ ਬਖਸ਼ਿਸ਼ ਹੈ, ਉਹਨੂੰ ਉਸੇ ਤਰ੍ਹਾਂ ਨਿਭਾਉਣਾ ਚਾਹੀਦਾ ਹੈ। ਇਹ ਲੋਕਾਂ ਦੀ ਸੇਵਾ ਵਾਸਤੇ ਹੈ। ਹੁਣ ਜਿੱਥੇ ਤੱਕ ਸੈਣੀ ਵਰਗੇ DGP ਹੈ, ਮੈਂ ਤਾਂ ਆਪ ਕਹਿੰਦਾ ਕਿ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਮੈਂ ਵਰਦੀ ਪਾਈ ਹੈ, ਔਰ ਮੈਂ ਝੂਠ ਨਹੀਂ ਬੋਲਦਾ ਇਸ ਗੱਲ ਤੇ, ਸੱਚੀ ਸ਼ਰਮ ਆਉਂਦੀ ਹੈ। ਸਿਰਫ ਇੱਕ IPS ਐਗਜ਼ਾਮ ਕਲੀਅਰ ਕਰਨ ਦਾ, IPS ਦੇ ਵਿੱਚ ਸਿਲੈਕਟ ਹੋਏ ਹੋਣ ਦਾ ਜ਼ਰੂਰ ਫਖਰ ਹੈ ਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਸਰਦਾਰ ਸਰਬਜੀਤ ਸਿੰਘ ਵਿਰਕ ਦਾ ਮੁੰਡਾ ਬਾਕੀ ਅਫਸਰਾਂ ਦੇ ਮੁੰਡਿਆਂ ਵਾਂਗੂ ਨਲਾਇਕ ਸੀ। ਕਾਬਿਲ ਸੀ, ਐਗਜ਼ਾਮ ਕਲੀਅਰ ਕੀਤਾ, ਜਿਗਰ ਸੀ, ਫਾਦਰ ਨਾਲ ਖੜਨ ਦੇ ਲਈ ਉਹਨੂੰ ਲੱਤ ਮਾਰੀ ਨੌਕਰੀ ਨੂੰ। ਲੇਕਿਨ ਸ਼ਰਮ ਜ਼ਰੂਰ ਆਉਂਦੀ ਹੈ ਕਿ ਅੱਜ ਸਾਡੀ ਵਰਦੀ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ। ਤੁਸੀਂ ਜੋ ਕਹਿ ਰਹੇ ਹੋ ਤਾਂ ਬਹੁਤ ਛੋਟੇ ਐਲੀਗੇਸ਼ਨਸ ਨੇ। ਅੱਜ ਤਾਂ ਪੰਜਾਬ ਪੁਲਿਸ ਤੇ ਡਰੱਗਸ ਦੇ ਵਿੱਚ ਡੀਲ ਕਰਨ ਦੇ ਐਲੀਗੇਸ਼ਨ ਲੱਗ ਰਹੇ ਹੈ। ਅੱਜ ਤਾਂ ਪੰਜਾਬ ਦੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਬਰਬਾਦ ਕਰਨ ਦੇ ਐਲੀਗੇਸ਼ਨਸ ਲੱਗ ਰਹੇ ਹੈ। ਪੰਜਾਬ ਪੁਲਿਸ ਦਾ ਤਾਂ ਇੰਨਾ ਬੁਰਾ ਹਾਲ ਹੋ ਗਿਆ ਹੈ। ਤੁਸੀਂ ਦੇਖੋ, ਗਰੁੱਪ ਆਫ ਆਫਿਸਰਸ ਬਣ ਗਏ ਜਿਹੜੇ ਤੁਸੀਂ ਅਫਸਰਾਂ ਦੇ ਨਾਂ ਲਏ ਹੈ, ਇਹ ਤਾਂ ਕੁਝ ਹੈਂਡਪਿਕਡ ਆਫਿਸਰਸ ਨੇ। ਸਤਿਆਨਾਸ਼ ਕਰਤਾ ਇਹਨਾਂ ਨੇ ਹੀ ਉਹ ਦਿਨ ਲਿਆਤੇ।
ਹੁਣ ਪਰਮਰਾਜ ਉਮਰਾ ਨੰਗਲ ਦਾ ਵੀ ਫੇਕ ਐਨਕਾਊਂਟਰ ਮੈਂ ਖੁਲਵਾਇਆ ਹੈ, SIT ਬਣੀ ਹੈ ਉਹਦੇ ਤੇ ਬੰਡਾਲਾ ਦੇ ਫੇਕ ਐਨਕਾਊਂਟਰ ਦਾ। ਹੁਣ ਉਹਦੇ ਵਿੱਚ ਜੇ ਤੁਸੀਂ ਦੇਖੋ ਸੁਮੇਧ ਸੈਣੀ ਦਾ ਮੇਜਰ ਰੋਲ ਹੈ ਉਹਨੂੰ ਬਚਾਉਣ ਦੇ ਲਈ। ਬਰਗਾੜੀ ਕੇਸ ਦੇਖ ਲਓ, ਬਹਿਬਲ ਕਲਾਂ ਕੇਸ ਦੇਖ ਲਓ, ਉਹਦੇ 'ਚ ਇਹੀ ਸੁਮੇਧ ਸੈਣੀ ਤੇ ਪਰਮਰਾਜ ਉਮਰਾ ਨੰਗਲ ਨੇ। ਇਹਨਾਂ ਦੇ ਨਾਲ ਉੱਥੇ ਕੌਣ ਗਿਆ? ਪਰਮਜੀਤ ਪੰਨੂ, ਜਿਹੜਾ ਸੁਮੇਧ ਸੈਣੀ ਨਾਲ ਦਿੱਲੀ ਟ੍ਰਾਇਲ ਭੁਗਤ ਰਿਹਾ। ਇਹ ਉਹੀ ਆਫਿਸਰਸ ਦਾ ਗਰੁੱਪ ਹੈ ਜਿਹੜਾ ਹਰ ਪਾਸੇ ਹੈ। ਤੁਸੀਂ ਪ੍ਰਾਈਮ ਪੋਸਟਿੰਗ ਦੀ ਗੱਲ ਕਰ ਰਹੇ ਹੋ, ਅੱਜ ਪ੍ਰਾਈਮ ਪੋਸਟਿੰਗ ਤੇ ਕੌਣ ਬੈਠਾ ਹੈ? ਬਲਕਾਰ ਸਿੱਧੂ, STF ਦੇ ਵਿੱਚ ਸਪੈਸ਼ਲ ਟਾਸਕ ਫੋਰਸ ਜਿਹੜੀ ਡਰੱਗਸ ਨਾਲ ਡੀਲ ਕਰ ਰਹੀ ਹੈ। ਬਲਕਾਰ ਸਿੱਧੂ ਸੁਮੇਧ ਸੈਣੀ ਨਾਲ ਹਰ ਝੂਠੇ ਪਰਚੇ ਦੇ ਵਿੱਚ ਪਾਰਟੀ ਸੀ ਜਿਹੜਾ ਵਿਜੀਲੈਂਸ ਨੇ ਕੀਤਾ ਹੈ। ਉਹੀ ਬਲਕਾਰ ਸਿੱਧੂ ਉਹਦਾ ਸਗਾ ਭਤੀਜਾ ਡਰੱਗਸ ਦੇ ਕੇਸ ਦੇ ਵਿੱਚ CIA ਇੰਚਾਰਜ ਹੁੰਦਿਆਂ ਫੜਿਆ, ਉਹਦਾ ਨਾਂ ਆਇਆ, ਨਾਮਜ਼ਦ ਹੋਇਆ, ਉਹਨੂੰ ਅਰੈਸਟ ਹੋਣ ਤੋਂ ਬਲਕਾਰ ਸਿੱਧੂ ਨੇ ਬਚਾਇਆ। ਸਾਰਿਆਂ ਨੂੰ ਪਤਾ ਹੈ। ਇਹ ਤਾਂ ਹਾਲ ਹੈ ਇਸ ਫੋਰਸ ਦਾ। ਇਸ ਕਰਕੇ ਕਿਤੇ ਵੀ ਆਪਾਂ ਦੇਖ ਲਈਏ ਫੋਰਸ ਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਹੈ ਅੱਜ ਕਿ ਸ਼ਰਮ ਆਉਂਦੀ ਹੈ ਕਿ ਸਾਨੂੰ ਪ੍ਰੋਟੈਕਟ ਇਹ ਪੰਜਾਬ ਪੁਲਿਸ ਦੇ ਅਫਸਰ ਕਰ ਰਹੇ ਆ। ਸਾਨੂੰ ਪਤਾ ਹੈ ਕਿ ਸਾਡੀ ਪ੍ਰੋਟੈਕਸ਼ਨ ਨਹੀਂ, ਇਹ ਤਾਂ ਸਾਨੂੰ ਐਲੀਮੀਨੇਟ ਕਰਨ ਨੂੰ ਫਿਰ ਰਹੀ ਹੈ ਫੋਰਸ ਪੰਜਾਬ ਦਾ। ਐਕਚੁਅਲੀ ਜੇ ਪੰਜਾਬ ਤੇ ਅੱਜ ਮਾੜੇ ਦਿਨ ਆਏ ਹੋਏ ਆ ਇਸ ਪੁਲਿਸ ਫੋਰਸ ਕਰਕੇ ਆਏ ਹੋਏ ਆ। ਅੱਛਾ ਵਿਰਕ ਸਾਹਿਬ, ਹੁਣ ਕੇਸ ਦੇ ਵਿੱਚ ਨੈਕਸਟ ਕੀ? ਕਿਉਂਕਿ ਬਹੁਤ ਚੀਜ਼ਾਂ ਨੇ ਜਿਹੜੇ ਤੁਸੀਂ ਪਬਲਿਕ ਤੁਸੀਂ ਦੱਸਣਾ ਵੀ ਨਹੀਂ ਚਾਹੁੰਦੇ, ਪਰ ਹੁਣ ਜੇ ਆਪਾਂ ਕੋਰਸ ਆਫ ਐਕਸ਼ਨ ਲੋਕਾਂ ਨੂੰ ਸਮਝਾਉਣਾ ਹੋਵੇ ਅੱਗੇ ਕੀ ਹੋਣਾ ਇਸ ਕੇਸ ਦੇ ਵਿੱਚ? ਦੇਖੋ ਹੁਣ ਪ੍ਰੋਸੀਜਰ ਕੀ ਹੁੰਦਾ ਜਦੋਂ FIR ਰਜਿਸਟਰ ਹੁੰਦੀ ਹੈ, ਇਨਵੈਸਟੀਗੇਸ਼ਨ ਜਦੋਂ ਕਰਨਗੇ ਹੁਣ ਉਹ ਵਿਟਨੈਸਿਸ ਨੂੰ ਸਮਨ ਕਰਨਗੇ। ਹੁਣ ਪਹਿਲਾਂ ਹੋ ਸਕਦਾ ਹੈ CBI ਦੀ ਫਾਈਲ ਕਾਲ ਕਰਨ ਕਿ ਵੀ CBI ਨੇ ਉਦੋਂ ਕੀ ਤਫਤੀਸ਼ ਕੀਤੀ ਸੀ, ਭਾਵੇਂ ਸੈਟੀਸਫਾਈਡ ਹੋਈ ਹੈ, ਉਹਨਾਂ ਨੇ ਇਨਵੈਸਟੀਗੇਸ਼ਨ ਤਾਂ ਫੇਅਰ ਸੀ। ਉਹ ਵਿਟਨੈਸਿਸ ਦੀ ਲਿਸਟ ਲੈਣਗੇ, ਉਹ ਵਿਟਨੈਸਿਸ ਨੂੰ ਸਮਨ ਭੇਜਿਆ ਜਾਊਗਾ, ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਕੀਤੀਆਂ ਜਾਣਗੀਆਂ, ਐਵੀਡੈਂਸ ਕੀ ਉਸ ਵੇਲੇ ਦਾ ਕਲੈਕਟ ਕਰ ਸਕਦੇ ਆ, ਥਾਣਿਆਂ ਚੋਂ ਕੀ ਰਿਕਾਰਡ ਅਵੇਲੇਬਲ ਹੈ, ਫਿਰ ਸਾਰੇ ਅਕਿਊਜ਼ ਨੂੰ ਬੁਲਾ ਕੇ ਉਹਨਾਂ ਦੀਆਂ ਸਟੇਟਮੈਂਟਸ, ਉਹ ਹੁਣ ਸਾਰਾ ਪ੍ਰੋਸੀਜਰ ਹੋਊਗਾ। ਅੱਗੇ ਕੋਰਟ ਦੇ ਵਿੱਚ ਜਾਣ ਦੇ ਉੱਤੇ ਅਜੇ ਆਰਡਰ ਪੜਿਆ ਜਾਣਾ ਤਾਂ ਸਾਨੂੰ ਚਾਹੀਦਾ ਹੈ, ਪਰ ਅਜੇ ਮੈਂ ਕੰਪਲੇਨੈਂਟ ਫੈਮਿਲੀ ਨਾਲ ਡਿਸਕਸ ਪੂਰੀ ਤਰ੍ਹਾਂ ਤਾਂ ਨਹੀਂ ਕੀਤਾ। ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਮਨ ਬਣਾਓ, ਸੋਚੋ, ਫਿਰ ਮੈਨੂੰ ਦੱਸੋ ਜਿਵੇਂ ਲੱਗਦਾ ਹੈ, ਕਿਉਂਕਿ ਡੀਮੋਰਲਾਈਜ਼ਿੰਗ ਇਫੈਕਟ ਕਿਤੇ ਨਾ ਕਿਤੇ ਉਹਨਾਂ ਤੇ ਵੀ ਹੁੰਦਾ ਹੈ। 29 ਸਾਲਾਂ ਤੋਂ ਵਿਚਾਰੇ ਕੋਈ ਨਾ ਕੋਈ ਝਟਕਾ ਚੱਲਦੇ ਰਹੇ ਹੈ, ਇੱਕ ਝਟਕਾ ਹੋਰ ਲੱਗਿਆ, 2 ਦਿਨਾਂ 'ਚ ਇਹਦੇ 'ਚੋਂ ਵੀ ਬਾਹਰ ਆ ਜਾਣਗੇ, ਅਸੀਂ ਫਿਰ ਲੜਾਂਗੇ। ਸੋ ਹੋਪਫੁਲੀ ਇਹ ਤਫਤੀਸ਼ ਤਾਂ ਚੱਲੂਗੀ, ਬਟ ਹੋਪਫੁਲੀ ਸਾਨੂੰ ਅੱਗੇ ਵੀ ਕੋਰਟ ਦੇ ਵਿੱਚ ਜਾਣਾ ਪੈ ਸਕਦਾ ਹੈ। ਕਿਉਂਕਿ ਬੜਾ ਦਿਲ ਟੁੱਟਦਾ, ਹਾਂ ਬੜਾ ਦਿਲ ਟੁੱਟ ਜਾਂਦਾ ਹੈ ਕਿ ਇਹ ਬੜਾ ਔਖਾ ਹੈ। ਤੇ ਹਲੇ ਵੀ ਜਿਹੜਾ ਜਿਵੇਂ ਹੁਣ ਤੁਸੀਂ ਜਿਹਨਾਂ ਦੇ ਨਾਂ ਲਏ ਨੇ, ਪਰ ਮੈਂ ਜੇ ਕਿਤੇ ਕਿਤੇ ਦੇਖਾਂ ਬਈ ਪਰਮਰਾਜ ਉਮਰਾ ਨੰਗਲ ਦੀ ਗੱਲ ਇਹਦੇ ਵਿੱਚ ਤੇ ਪੰਨੂ ਦੀ ਗੱਲ, ਪੰਨੂ DSP ਲੱਗਦਾ ਫਲੌਰ, ਉਹ ਕੁਲਵੀਰ ਸਿੰਘ ਬੜਾ ਪਿੰਡ ਨੂੰ ਚੱਕ ਲੈਂਦਾ ਹੈ, ਉਹ ਇਹਦੇ ਨਾਲ ASI ਹੁੰਦਾ ਤਾਂ ਸੈਣੀ ਮਰ ਜਾਂਦੇ ਨੇ, ਪਰਿਵਾਰ ਦੇ ਉਹਨਾਂ ਤੇ ਜ਼ਿਆਦਾ SSP ਦੇ ਹੁੰਦੇ ਆ। ਇਹ ਬਹੁਤ ਵੱਡਾ ਗਰੁੱਪ ਹੈ ਪੰਜਾਬ ਪੁਲਿਸ 'ਚ, ਇੱਕ ਵੱਡਾ ਗਰੁੱਪ ਹੈ। ਚਟੋਪਾਧਿਆਏ, ਮੁਹੰਮਦ ਮੁਸਤਫਾ ਕੋਸ਼ਿਸ਼ ਕਰ ਰਹੇ ਨੇ, ਉਧਰ ਅਰੋੜਾ ਤੇ ਦਿਨਕਰ ਗੁਪਤਾ ਖੜੇ ਨੇ, ਅੰਦਰ ਕੀ ਕੀ ਚੱਲ ਰਿਹਾ ਹੈ, BJP ਸਰਕਾਰ ਉੱਪਰੋਂ ਸੈਂਟਰ ਦੀ ਕੀ ਚਾਹੁੰਦੀ ਹੈ, ਬੜਾ ਕੁਝ ਹੈ। ਪਰ ਇਹਦੇ ਸਾਰਿਆਂ ਦੇ ਹੁੰਦੇ ਹੋਏ ਕੋਈ ਬੂਟਾ ਜਿਹੜਾ ਹਰਾ ਹੈ, ਇਹ ਗੱਲ ਅੱਗੇ ਚੱਲਣੀ ਚਾਹੀਦੀ ਹੈ। ਹੁਣ ਤੁਹਾਡੇ ਉਦਮਾਂ ਕਰਕੇ ਉਮਰਾ ਨੰਗਲ ਬੈਠਾ ਨਾ ਸਸਪੈਂਡ ਹੋਇਆ, ਇੱਕ ਪਹਿਲੇ ਕੇਸ 'ਚ ਬੈਠਾ, ਪਰ ਬੰਡਾਲੇ ਵਾਲੇ ਕੇਸ ਦੇ ਵਿੱਚ ਹੁਣ ਫਰਦਰ ਜਿਹੜੀ ਗੱਲ ਚੱਲੀ ਨਹੀਂ ਸੀ ਹਲੇ, ਹੁਣ ਉਹ ਸ਼ੁਰੂ ਹੋਈ ਹੈ। ਉਹ ਮੇਰੇ ਤੁਸੀਂ ਨਾਲ ਹੋ, ਤੁਸੀਂ ਉਸ ਕੇਸ ਦੇ ਵਿੱਚ ਵੀ ਤੁਸੀਂ ਹੋ। ਹੁਣ ਬੰਡਾਲੇ ਵਾਲੇ ਕੇਸ ਦੇ ਵਿੱਚ ਕੀ ਹੋ ਰਿਹਾ ਜੀ? ਸੁਰਾਗਰਾਮ ਸਿੰਘ ਬੰਡਾਲੇ ਦੇ ਕੇਸ ਜਿਹੜਾ ਉਸਨੂੰ ਜਿਹੜਾ ਚੱਕ ਕੇ ਮਾਰਿਆ ਉਹਦੀ ਜਗ੍ਹਾ ਉਹ ਬੰਦਾ ਲੋਕੇਟ ਹੋਇਆ ਜੀ? ਨਹੀਂ, ਉਹ ਬੰਦਾ ਸੁਖਪਾਲ ਸਿੰਘ ਵੱਲੋਂ ਤਾਂ ਅਸੀਂ ਪਟੀਸ਼ਨ ਪਾਈ ਹੈ ਕਿ ਉਹਨੂੰ ਮਾਰਿਆ ਗਿਆ ਬੰਡਾਲੇ ਦੀ ਜਗ੍ਹਾ ਤੇ। ਆ ਤਾਂ ਅਸੀਂ ਪਟੀਸ਼ਨ ਪਾਈ ਹੋਈ ਹੈ ਕਿ ਬੰਡਾਲੇ ਦੀ ਜਗ੍ਹਾ ਸੁਖਪਾਲ ਸਿੰਘ ਨੂੰ ਮਾਰਿਆ। ਉਹ ਪੀੜਿਤ ਪੱਖ ਵੱਲੋਂ ਹੀ ਮੈਂ ਪੇਸ਼ ਹੋ ਰਿਹਾ ਉਸ ਕੇਸ 'ਚ। ਜਿੱਥੇ ਤੱਕ ਗੁਰਨਾਮ ਬੰਡਾਲਾ ਦਾ ਸਵਾਲ ਹੈ, ਉਹ ਜਿਉਂਦਾ ਹੈ। ਉਸ ਮੁੱਦੇ ਨੂੰ ਹੁਣ ਤੱਕ 3 SITs ਬਣ ਗਈਆਂ ਸੀ, ਤਿੰਨਾਂ ਨੇ ਨਹੀਂ ਟੱਚ ਕੀਤਾ। ਹੁਣ ਜਿਹੜੀ ਤੀਜੀ SIT ਸੁਵੇਦ ਸਿੰਘ ਸੈਣੀ ਦੇ ਅੰਡਰ ਬਣੀ ਸੀ, ਉਹਦੇ ਵਿੱਚ ਮਿਸਟਰ ਸਹੋਤਾ, ਬਲਕਾਰ ਸਿੱਧੂ ਤੇ RK ਜੈਸਵਾਲ ਸੀਗੇ। ਉਹਨਾਂ ਨੇ ਇਸ ਚੀਜ਼ ਨੂੰ ਬਾਹਰ ਨਹੀਂ ਆਉਣ ਦਿੱਤਾ। ਹੁਣ ਆਨਰੇਬਲ ਹਾਈ ਕੋਰਟ ਨੇ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਉਸ ਟੀਮ ਨੇ ਆ ਕੱਢਿਆ ਕਿ ਹਾਂਜੀ ਜਿਹੜਾ ਬੰਦਾ ਚੁੱਕਿਆ ਗਿਆ ਸੀ ਸੁਖਪਾਲ ਸਿੰਘ, ਜਿਹਦੀ ਫੈਮਿਲੀ ਕੋਰਟ 'ਚ ਆਈ ਹੈ, ਉਹ ਤੇ ਬੰਡਾਲੇ ਦਾ ਫੇਕ ਐਨਕਾਊਂਟਰ, ਇਹਨਾਂ 'ਚ ਇੰਟਰੀਕੇਟ ਲਿੰਕ ਹੈ। ਉਹਨਾਂ ਨੇ ਕਿਹਾ ਹੈ ਕਿ ਦੇ ਆਰ ਇੰਟਰੀਕੇਟਲੀ ਲਿੰਕ ਦਾ ਫਰੇਜ਼ ਯੂਜ਼ ਕੀਤਾ। ਉਹਨਾਂ ਨੇ ਐਵੀਡੈਂਸ ਕੱਢੀ ਹੈ ਕਿ ਕਿਸ ਤਰ੍ਹਾਂ ਕੋਰਟ ਦੇ ਵਿੱਚ ਕੋਈ ਰਿਕਾਰਡ ਨਹੀਂ ਹੈ ਇਸ ਕੇਸ ਦਾ
ਜਿੱਥੋਂ ਕਦੇ ਵੀ ਰਿਕਾਰਡ ਵੀਡ ਆਊਟ ਨਹੀਂ ਹੁੰਦਾ, ਕਦੇ ਵੀ ਰਿਕਾਰਡ ਡਿਸਟਰੋਏ ਨਹੀਂ ਹੁੰਦਾ। ਕੋਰਟ ਕਹਿ ਰਹੀ ਹੈ ਕਿ ਜੀ ਸਾਡੇ ਕੋਲ ਤਾਂ ਰਿਕਾਰਡ ਹੀ ਹੈ ਨਹੀਂ ਇਸ ਕੇਸ ਦਾ, ਹੈ ਨਹੀਂ। ਸੋ ਉਹ ਐਨਕਾਊਂਟਰ ਵੀ ਹਾਈਲਾਈਟ ਹੋਇਆ। ਹੁਣ ਦੇਖਦੇ ਹਾਂ। ਵਿਰਕ ਸਾਹਿਬ ਧੰਨਵਾਦ, ਤੁਸੀਂ ਲੇਟ ਨਾਈਟ ਗੱਲਬਾਤ ਕੀਤੀ। ਅਖੀਰ ਚ ਸੁਣਨ ਵਾਲਿਆਂ ਲਈ ਕੋਈ ਤੁਹਾਡਾ ਸੁਨੇਹਾ ਹੋਵੇ? ਦੇਖੋ, ਮੇਰਾ ਤਾਂ ਬਸ ਆਹੀ ਰਿਕੁਐਸਟ ਹੈ ਤੁਹਾਡੇ ਸਾਰੇ ਸ਼ਰੋਤਾਵਾਂ ਤੋਂ, ਇਹ ਅਰਦਾਸ ਕਰੋ ਅਸੀਂ ਇਸ ਲੜਾਈ ਨੂੰ ਜਿੱਤ ਸਕੀਏ, ਇਨਸਾਫ ਦਵਾ ਸਕੀਏ ਤੇ ਜਿੰਨੇ ਵੀ ਕ੍ਰਿਮੀਨਲਸ ਇਨ ਯੂਨੀਫਾਰਮ ਹੈ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦਵਾ ਸਕੀਏ। ਅਰਦਾਸ ਰੱਬ ਕਦੇ ਨਹੀਂ ਮੋੜਦੇ, ਔਰ ਸੰਗਤ ਦੀ ਅਰਦਾਸ ਤਾਂ ਹਮੇਸ਼ਾ ਸੁਣੀ ਜਾਂਦੀ ਹੈ। ਤੁਹਾਨੂੰ ਸ਼ੁਭ ਸ਼ਾਮਾਂ ਜੀ, ਆਹੀ ਬੇਨਤੀ ਹੈ ਜੀ। ਤੁਹਾਨੂੰ ਸ਼ੁਭ ਸ਼ਾਮਾਂ। ਤੇ ਫਿਰ ਕਿਸੇ ਦਿਨ ਜਦ ਵਿੱਚ ਕੋਈ ਚੇਂਜਸ ਆਉਣਗੀਆਂ ਜਾਂ ਤੁਸੀਂ ਕਦੇ ਚਾਹੋ ਬਾਹਰਲੇ ਬੈਠੇ ਡਾਇਸਪੋਰਾ ਸਿੱਖ ਨਾਲ ਕੰਟੈਕਟ ਕਰਨ ਦੀ ਵੀ, ਮੈਂ ਤੁਸੀਂ ਕੋਈ ਦੱਸਣਾ ਚਾਹੋ, ਤੁਹਾਡੇ ਕੋਲ ਮੇਰਾ ਵੀ ਕੰਟੈਕਟ ਹੈ, ਪਲੀਜ਼ ਉਸੇ ਸਮੇਂ ਦੱਸਿਓ ਜੀ, ਆਪਾਂ ਸਾਂਝ ਤੁਹਾਡੀ ਪਵਾਵਾਂਗੇ। ਧੰਨਵਾਦ ਜੀ, ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ। ਸਾਹਿਬ ਪ੍ਰਦੀਪ ਸਿੰਘ ਵਿਰਕ ਗੱਲਬਾਤ ਕਰ ਰਹੇ ਸੀ, ਜਿਹੜੇ ਪੀੜਤ ਧਿਰ ਦੇ ਵਕੀਲ ਨੇ। ਤੇ ਇਹਦੇ ਬਾਰੇ ਬ੍ਰੇਕ ਤੋਂ ਬਾਅਦ ਮੈਂ ਤੁਹਾਡੀਆਂ ਕੁਝ ਕਾਲਸ 10-15 ਮਿੰਟ ਲੈਣੀਆਂ ਚਾਹੁੰਦਾ, 20 ਮਿੰਟ ਵੀ। ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਵਿੱਚ, ਤੇ ਉਹਨਾਂ ਦਿਨਾਂ ਨੂੰ ਵੀ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗਾ। ਕੁਝ ਆਪਣੇ ਦੇ ਜਿਹੜੇ ਕੁਝ ਜਾਣਕਾਰੀ ਜਿਹੜੀ ਨਿੱਜੀ ਤੌਰ ਤੇ ਮੇਰੇ ਕੋਲ ਆ, ਉਹਨੂੰ ਵੀ ਮੈਂ ਸਾਂਝਾ ਕਰਦਾ। ਵਾਪਸ ਆਓ। ਹੁਣੇ ਤੁਸੀਂ ਪ੍ਰਦੀਪ ਸਿੰਘ ਵਿਰਕ ਹੋਣਾ ਤੋਂ ਗੱਲਬਾਤ ਸੁਣ ਕੇ ਹਟੇ ਹੋ। ਪ੍ਰਦੀਪ ਸਿੰਘ ਵਿਰਕ ਸਾਬਕਾ DGP ਸਰਬਜੀਤ ਸਿੰਘ ਵਿਰਕ ਦੇ ਇਹ ਪੁੱਤਰ ਨੇ। ਵਿਰਕ ਪਰਿਵਾਰ ਤੀਜੀ ਪੀੜ੍ਹੀ ਇਹਨਾਂ ਦੀ, ਜਿਵੇਂ ਉਹਨਾਂ ਨੇ ਦੱਸਿਆ, ਉਹਨਾਂ ਦੇ ਪਿਤਾ ਜੀ ਦਾਦਾ ਜੀ IAS ਸਨ ਤੇ ਇਹਨਾਂ ਦੇ ਪਿਤਾ ਮਹਾਰਾਸ਼ਟਰ ਤੇ ਪੰਜਾਬ ਕੇਡਰ ਦੇ। ਤੇ ਇਵੈਂਚੁਅਲੀ ਜਿਹੜਾ ਰਾਈਜ਼ ਹੋਏ ਨੇ ਨਾ ਪੁਲਿਸ ਅਫੀਸਰ 90 ਤੋਂ ਬਾਅਦ, 94 ਤੋਂ ਜਦ ਪਹਿਲੀ ਸਰਕਾਰ 97 ਚ ਬਣਦੀ ਹੈ, ਸਭ ਤੁਹਾਨੂੰ ਪਤਾ ਹੈ ਕਿ ਉਹਨਾਂ ਤੇ ਕੇਸ ਚੱਲਣ ਦੀ ਗੱਲ ਬਾਦਲ ਪਰਿਵਾਰ ਨੇ ਕੀਤੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ। ਪਰ ਫਿਰ ਕਿਉਂਕਿ ਪੁਲਿਸ ਦਾ ਤੰਤਰ ਬਹੁਤ ਟਾਈਟ ਹੈ, IPS ਅਫਸਰਾਂ ਦੀ ਇੱਕ ਲੌਬੀ ਹੈ, PPSਾਂ ਦੀ ਇੱਕ ਲੌਬੀ ਹੈ, PPS SP ਤੱਕ ਕੇ ਪਹੁੰਚ ਸਕਦੇ ਆ, IPS ਉੱਪਰ ਨੇ ਜਿਹੜੇ ਸਾਰਾ ਰਨ ਕਰਦੇ, ਤੇ ਉਹ ਆਪਸ ਵਿੱਚ ਇੱਕ ਦੂਜੇ ਨਾਲ ਉਹਨਾਂ ਦੀ ਬਣਦੀ ਬਹੁਤ। ਤੇ ਫਿਰ ਸਰਕਾਰ ਨੇ ਜਦ ਵੇਖ ਲਿਆ, ਜੇ ਤੁਸੀਂ KP ਗਿੱਲ ਦੀ ਗੱਲ ਕਰਦੇ ਹੋ ਤੇ ਬੇਅੰਤ ਸਿੰਘ ਦੇ ਸਮੇਂ ਦੀ ਗੱਲ ਕਰ ਰਹੇ ਹੋ, ਬੇਅੰਤ ਸਿੰਘ ਨੂੰ KP ਗਿੱਲ ਗੱਲ ਨਹੀਂ ਸੀ ਕਰਨ ਦਿੰਦਾ। ਇਹ ਗੱਲਾਂ ਸਿੱਧ ਹੋਈਆਂ, ਉਹਦੇ ਕੋਲ ਪਾਵਰ ਇੰਨੀ ਸੀ। ਤੇ ਇਹ ਜਦ ਮਤਲਬ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਉਹ ਮੁੱਦਾ ਨਾ ਚੱਕਿਆ ਤੇ ਸਾਂਝ ਹੋ ਗਈ। ਸੈਣੀ ਦੇ ਰਿਸੋਰਸਿਸ ਬਹੁਤ ਸੀ, ਥੱਲਿਓਂ ASI ਤੋਂ ਲੈ ਕੇ ਉਹਦੇ SSP ਦੇ ਕੇਡਰ ਤੱਕ ਥੱਲੇ ਅਫਸਰਾਂ ਦਾ ਇੱਕ ਬਹੁਤ ਵੱਡੀ ਉਹਦੇ ਕੋਲ ਧਾਰ ਸੀ, ਜਿਸ 'ਚ ਸ਼ਿਵ ਕੁਮਾਰ, ਸੰਤ ਕੁਮਾਰ, ਪਿੰਕੀ ਤਾਂ ਰੱਖਿਆ ਹੀ ਇਹ ਕੰਮ ਤੇ ਹੋਇਆ ਸੀ। ਹੁਣ ਰਾਤ ਨੂੰ ਪੀ ਕੇ ਧੁੱਲ ਕਰਦਾ ਇਹ, ਜਦ ਜਾ ਕੇ ਚੱਕ ਕੇ ਮਾਰਦਾ ਸੀ, ਉਹਦੀਆਂ ਦੱਸਣ ਦੀਆਂ ਉਹਦੀਆਂ ਗੱਲਾਂ ਕੀ ਨੇ? ਦੱਸੋ, ਜਦ ਤੁਸੀਂ ਜ਼ੁਲਮ ਕਰਦੇ ਹੋ ਉਸ ਸਮੇਂ ਨਿਕਲੋ ਵੀ ਆ ਸੈਣੀ ਮਾਰੀ ਜਾਂਦਾ ਮੁੰਡੇ ਤੁਹਾਡੇ, ਪਰ ਉਸ ਸਮੇਂ ਨਹੀਂ ਸੀ। ਹੁਣ ਜਦ ਉਹਨੇ ਅੰਦਰ ਠੋਕਤਾ, ਚੱਕ ਕੇ ਕੇਸ ਹੋ ਗਿਆ ਤੇ ਬਾਹਰ ਆ ਕੇ ਹੁਣ ਉਹ ਤਾਂ ਆਪਣੀ ਗਰਜ 'ਚ ਬੋਲਦਾ। ਚਲੋ ਫੇਰ ਵੀ ਬੋਲਦਾ, ਮੈਂ ਇਹ ਗੱਲ ਕਹਿੰਦਾ ਚਲੋ ਦੱਸ ਰਿਹਾ, ਨਹੀਂ ਤਾਂ ਪਤਾ ਨਹੀਂ ਸੀ ਲੱਗਣਾ। ਫਿਰ ਇਹ ਜਿਹੜਾ ਇਸ਼ੂ ਹੈ ਬਾਦਲਾਂ ਦੇ ਨੇੜੇ ਰਹਿਣ ਕਰਕੇ ਸੈਣੀ 2002 ਤੱਕ ਮਰਜ਼ੀ ਪੂਰੀ ਚੱਲਦੀ ਰਹੀ, 2 ਤੋਂ 2 7 ਤੱਕ ਫਿਰ ਉਹ ਅਮਰਿੰਦਰ ਦੇ ਨੇੜੇ ਹੋ ਗਿਆ। ਰਵੀ ਸਿੱਧੂ ਤੋਂ ਫੜੇ ਪੈਸਿਆਂ ਦਾ ਰੌਲਾ ਪੈ ਗਿਆ ਤੇ ਖੂੰਜੇ ਲੈਣ ਲੱਗ ਗਿਆ। ਜਦੋਂ ਉਹਨੂੰ ਲਾਤਾ ਸਾਈਡ, ਤੇ 7 ਤੋਂ ਲੈ ਕੇ 17 ਤੱਕ ਫਿਰ 7 ਵਾਲੀ ਇਲੈਕਸ਼ਨ ਬਾਦਲ ਪਰਿਵਾਰ ਨੂੰ ਜਿਤਾਉਣ ਦੇ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਲਈ ਉਹ ਕਾਫੀ ਕੰਮ ਤਾਂ ਉਹਦੇ ਤੁਹਾਨੂੰ ਪਤਾ, ਇੱਕ ਵਾਰ ਵਿਜੀਲੈਂਸ ਦਾ ਚੀਫ ਹੁੰਦੇ ਮੰਡ ਕੋਲੋਂ ਜਦ ਪੈਸੇ ਫੜੇ ਗਏ ਸੀ, ਜਿਹਦੀ ਲੱਤ ਜੀ ਤੋੜੀ ਸੀ ਪਿੱਛੇ ਜੇ ਜਦ ਲੜਾਈ ਹੋਈ ਲੁਧਿਆਣੇ, ਤਾਂ ਉਹ ਕਿਵੇਂ ਪੈਸੇ ਖੁਰਦ-ਬੁਰਦ ਹੋਏ। ਤੇ ਫਿਰ ਕਿਤੇ ਨਾ ਕਿਤੇ ਡਿਫਰੈਂਸਿਸ ਹੋ ਗਏ। DGP ਤੋਂ ਲਾਤਾ। ਬਹਿਬਲ ਕਣਾ ਵਾਲਾ ਕਾਂਡ ਦੇ ਵਿੱਚ ਵੀ ਉਹ ਆਪਣੀ ਧਾੜ ਲੈ ਕੇ ਗਿਆ ਜੀ, ਉਮਰਾ ਨੰਗਲ ਪਰਮਜੀਤ ਪੰਨੂ ਨਾਲ ਹੈ, ਤੇ ਲੁਧਿਆਣੇ ਦੇ ਕਮਿਸ਼ਨਰ ਹੁੰਦੇ ਹੋਏ ਉਮਰਾ ਨੰਗਲ ਨੂੰ ਲੈ ਗਿਆ। ਪਰ ਕਿਤੇ ਨਾ ਕਿਤੇ ਜੇ ਆਪਾਂ ਦੇਖੀਏ ਸਜ਼ਾਵਾਂ ਤਾਂ ਮਿਲਦੀਆਂ ਰਹਿੰਦੀਆਂ। ਸਸਪੈਂਡ ਹੋਇਆ ਹੁਣ ਉਮਰਾ ਨੰਗਲ ਤੁਹਾਡੇ ਕੋਲ ਹੀ ਹੈ, ਪੰਨੂ ਰਿਟਾਇਰ ਹੋ ਗਿਆ, ਸ਼ਿਵ ਕੁਮਾਰ ਰਿਟਾਇਰ ਹੋ ਗਿਆ, ਸੰਤ ਕੁਮਾਰ ਅੱਜ ਮੈਂ ਪੜ੍ਹ ਰਿਹਾ ਸੀ, ਅੱਜ ਜਰਨੈਲ ਸਿੰਘ ਹਲਵਾਰਾ ਤੇ ਤਖਾਣ ਵੱਧਦਾ ਅੱਜ ਦੇ ਦਿਨ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਐਨਕਾਊਂਟਰ ਹੋਇਆ ਸੰਗਰੂਰ ਕੋਲੋਂ। ਸ਼ਿਵ ਕੁਮਾਰ ਸੰਤ ਕੁਮਾਰ ਪਹਿਲੋਂ ਜਾ ਕੇ ਸਾਡੇ SHO ਲੱਗਿਆ ਸੀ,
ਇਹ ਜਾ ਕੇ ਇਹਨੂੰ ਸੂਹ ਮਿਲੀ ਸੀ, ਇਹਨੇ ਰੇਡ ਕੀਤੀ ਸੀ ਸੰਗਰੂਰ। ਸੋ ਇਹ ਮਤਲਬ ਐਡੀ ਟਾਈਟ ਇਹ ਲੌਬੀ ਹੈ, ਅੰਦਰ ਗਰੁੱਪ ਨੇ, ਅੰਦਰ ਪੰਜਾਬ ਪੁਲਿਸ ਦੇ ਵਿੱਚ ਗਰੁੱਪ ਨੇ। ਜਿਵੇਂ ਜਾਂਦੇ ਜਾਂਦੇ ਸੁਰੇਸ਼ ਅਰੋੜੇ ਨੇ ਆਪਣਾ ਬੰਦਾ ਦਿਨਕਰ ਬਣਾਤਾ, ਇਸੇ ਤਰ੍ਹਾਂ ਸੈਣੀ ਦਾ ਇੱਕ ਆਪਣਾ ਗਰੁੱਪ ਹੈ। ਸੈਣੀ ਦਾ ਕੰਮ ਕਰਨ ਦਾ ਇੱਕ ਸਟਾਈਲ, ਇੱਕ ਮਤਲਬ ਅਲੱਗ ਕਿਸਮ ਦਾ ਅਫਸਰ ਤੇ ਉਹਦਾ ਗਰੁੱਪ ਹੈ ਜਿਹੜਾ ਸਾਰਾ। ਪਰ ਇਹ ਮੈਂਟਲੀ ਜਿਹੜਾ ਹੈ ਹੁਣ ਮਾਨਸਿਕ ਤੌਰ ਤੇ ਤਾਂ ਬਿਮਾਰ ਨੇ ਸਾਰੇ। ਜਿੰਨਾ ਜੇ ਸੈਣੀ ਦੇ ਕੇਸਾਂ ਨੂੰ ਤੁਸੀਂ ਪੜ੍ਹਨਾ ਹੋਵੇ ਇਕੱਲੇ ਇਕੱਲੇ ਨੂੰ, ਵੀ ਕਿਵੇਂ ਉਸਨੇ ਪਿੰਕਾ ਮੋਹਾਲੀ ਜਿਹੜਾ ਉਹ ਦੁੱਗਰੀ ਸ਼ਹੀਦ ਕੀਤਾ, ਸਿਰ ਦੇ ਵਿੱਚ ਉਹਦੇ ਸਿੱਧੀ ਗੋਲੀ ਮਾਰੀ ਜਦ ਉਹ ਮੰਨ ਨਹੀਂ ਸੀ ਰਿਹਾ। ਮਲਤਾਨੀ ਦਾ ਕੇਸ ਹੈ, ਪ੍ਰੋਫੈਸਰ ਬੁਲਾਰੇ ਦਾ ਕੇਸ ਹੈ, ਜਟਾਣੇ ਪਰਿਵਾਰ ਦਾ, ਇੱਕ ਨਹੀਂ ਉਹ ਲੋਕਾਂ ਨੂੰ ਪਤਾ ਹੈ ਸਾਰਿਆਂ ਨੂੰ, ਪਰ ਉਹ ਸਿੱਧ ਨਹੀਂ ਹੋ ਸਕਦੇ। ਆਹ ਜਿਹੜਾ ਕੇਸ ਹੈ, ਜਿਹੜੀ ਮੈਂ ਉਹ 34 ਪੂਰੇ ਪੇਜ ਮੈਂ ਪੜ੍ਹੇ ਨੇ ਸਵੇਰੇ 2.5 ਘੰਟੇ ਲਾ ਕੇ, ਜਿਹੜੀ ਮਤਲਬ ਬੇਲ ਦੇ ਵਿੱਚ ਜਿਹੜੀਆਂ ਜੱਜ ਨੇ ਚੀਜ਼ਾਂ ਲਿਖੀਆਂ, ਉਹਨੇ ਦਾ ਸਤਿਆਨਾਸ਼ ਕਰਤਾ ਕੇਸ ਦਾ, ਇੰਨਾ ਵੀਕ ਕਰਤਾ ਉਹ। ਫਰਦਰ ਚੱਲਣਾ ਹੀ ਕਿਉਂਕਿ ਇਹ ਜਿਹੜੇ ਹਾਈ ਕੋਰਟ ਦੇ ਵਕੀਲ ਨੇ ਬਹੁਤ ਰਿਸੋਰਸਫੁਲ ਨੇ। ਜਿਵੇਂ ਪਹਿਲਾਂ ਕਲੇਰ ਸੀ, ਹੁਣ IPS ਮਾਨ ਆਇਆ, ਇਹ ਬਹੁਤ ਰਿਸੋਰਸਫੁਲ ਨੇ। ਤੇ ਜੁਡੀਸ਼ਰੀ ਹੈ ਜਿਹੜੀ ਪੰਜਾਬ ਦੀ, ਹਾਈ ਕੋਰਟ ਦੀ, ਸੁਪਰੀਮ ਕੋਰਟ ਦੀ, ਉਹ ਛੱਡ ਦਿਓ ਗੱਲ। ਹੁਣ ਉੱਥੇ ਉਹ ਤੁਸੀਂ ਲਾਅ ਲੂ ਵਾਲੀ ਗੱਲ ਛੱਡ ਦਿਓ ਕਿ ਉੱਥੇ ਲਾਅ ਕੁਛ ਨਾ ਹੋ, ਉੱਥੇ ਤਾਂ ਜਿਹਦੀ ਡੂੰਘੀ ਜੇਬ ਤੇ ਉਹਦੀ ਕਹਾਣੀ ਹੈ ਬਸ। ਹਾਂ, ਸੈਂਟਰ ਕਰ ਜਾਵੇ, ਜਿਵੇਂ ਤੁਸੀਂ ਸਿਰਸੇ ਵਾਲੇ ਕੇਸ 'ਚ ਬਾਬੇ ਵਾਲੇ ਤੁਸੀਂ ਕਹਿੰਦੇ ਨਾ, ਵਕੀਲ ਬਹੁਤ ਇਹ ਸੀ, ਉਹ ਜੱਜ ਬਹੁਤ ਇਹ ਸੀ, ਜੱਜਾਂ ਦੇ ਬਸ ਦੀ ਗੱਲ ਨਹੀਂ ਹੈ। ਤਾਂ ਉੱਪਰ ਵਾਲੇ ਜੇ ਕੁਛ ਕਹਿਣ, ਉਹਨਾਂ ਨੇ ਉਹਨੂੰ ਛੱਡਣਾ ਜਾਂ ਬਚਾਉਣਾ, ਇਹ ਗੱਲ ਹੈ। ਪਰ ਤੁਹਾਡੀ ਕੋਈ ਦਲੀਲ, ਤੁਹਾਡੀ ਗੱਲਬਾਤ ਤੁਸੀਂ ਇਸ ਤੇ ਕਰਨੀ ਚਾਹੋ। ਸਰਦਾਰ ਅਵਤਾਰ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੇਰੇ ਨਾਲ ਵੀ ਇੰਸੀਡੈਂਟ ਵਰਤਿਆ ਸੀ ਜੀ, ਇਹਦੀ ਸਾਡੇ ਪਿੰਡ ਜ਼ਮੀਨ ਲਈ ਹੋਈ ਸੈਣੀ ਦੀ 10 ਕਿੱਲੇ। ਕਿੱਥੇ ਜੀ? ਸੁਹਾਣੇ ਜੀ। ਅੱਛਾ ਦੇ ਨਾਲ ਬਾਹਰਲੇ ਪਾਸੇ ਸਰਦਾਰਾਂ ਦੀ ਜ਼ਮੀਨ ਖਰੀਦੀ ਹੋਈ ਸੀ ਨਾ, ਫਿਰਮੀ ਦੇ ਨਾਲ ਹੀ, ਤੇ ਉੱਥੇ ਉਹਨੇ ਕੋਠੀ ਬਣਾਈ ਹੋਈ ਸੀ। ਜਦ ਇਹ ਇੰਸੀਡੈਂਟ ਪੜ ਗਿਆ, ਇਹ ਇੰਸੀਡੈਂਟ ਵਰਤਿਆ ਨਾਲ ਆਪਣਾ ਬਲਤਾਨੀ ਸਾਹਿਬ ਵਾਲਾ, ਤੇ ਅਗਸਤ 'ਚ ਹੋਇਆ। ਸਾਡੇ ਨਾਲ ਆਪਣਾ ਅਪ੍ਰੈਲ 'ਚ ਹੋਈ ਸੀਗੀ ਇਹ, 18-20 ਦੇ ਅਪ੍ਰੈਲ ਦੇ ਕਰੀਬ ਦੀ। ਅਸੀਂ ਤੂੜੀ ਢੋ ਰਹੇ ਤੇ ਇਹਦੀ ਕੋਠੀ ਨੂੰ ਅੱਗ ਲਾਤੀ ਮੁੰਡਿਆਂ ਨੇ, ਕਿਉਂਕਿ ਸੁਖਦੇਵ ਬੱਬਰ ਸਾਡੇ ਏਰੀਏ 'ਚ ਘੁੰਮਦਾ ਹੁੰਦਾ ਸੀ। ਉਹ ਇਹਨੂੰ ਅਟੈਕ ਕਰਨ ਵਿੱਚ ਚੰਡੀਗੜ੍ਹ ਲੱਗਿਆ ਸੀ ਉਸ ਟਾਈਮ, ਤੇ ਇਹਦੇ ਪਰ ਇਹਦੀ ਕੋਠੀ ਨੂੰ ਅੱਗ ਲਾਤੀ। ਇਹਦੇ ਗਨਮੈਨਾਂ ਨੇ ਆ ਕੇ ਵੀ ਉਹ ਕਟਾਈ ਕੀਤੀ ਰਾਤ ਨੂੰ ਲੋਕਾਂ ਦੀ। ਮੈਂ ਵੀ ਉਹਦੇ ਵਿੱਚ ਮੈਂ ਵੀ ਹੱਟ ਹੋਇਆ, ਮੇਰੇ ਨਾਲ ਸਾਡੇ ਨੌਕਰ ਤੇ ਹੋਰ ਅਸੀਂ 7-8 ਬੰਦਿਆਂ ਦੀ ਟਰੈਕਟਰ ਲੈ ਕੇ ਜਾਂਦਿਆਂ ਦੀ ਕਟਾਈ ਕੀਤੀ ਇਹਨਾਂ ਨੇ। ਹਾਂ, ਇਸ ਤਰ੍ਹਾਂ ਨਾਲੇ ਟਰੈਕਟਰ ਤੇ ਬੰਦਾ ਆ ਰਿਹਾ, ਤੂੜੀ ਦੀ ਟਰਾਲੀ ਲੱਦੀ, ਉਹਨੂੰ ਜਿਹਨੂੰ ਦਿਖਦਾ ਨਹੀਂ ਹੈਗਾ ਵੀ ਸਾਹਮਣੇ ਬੰਦਾ ਕਿੱਥੋਂ ਆਇਆ ਹੋਊਗਾ। ਇਹਨਾਂ ਨੇ ਭੋਰਾ ਇਹਦੀ ਉੱਥੇ ਕੋਠੀ, ਪਿੰਡ ਕਿਹੜਾ ਇਹ ਤੁਹਾਡਾ? ਮਹਾਣਾ ਜੀ, ਚੰਡੀਗੜ੍ਹ ਦੇ ਨੇੜੇ ਮਹਾਣਾ। ਤੇ ਅੱਛਾ, ਹਲੇ ਵੀ ਹੈਗੀ ਜ਼ਮੀਨ ਉੱਥੇ? ਹੋ ਗਈ ਜ਼ਮੀਨ, ਇਨਕੁਆਇਰ ਹੋ ਗਈ ਨਾ, ਹਾਈ ਸੁਪਰੀਮ ਕੋਰਟ ਤੱਕ ਕੇਸ ਲੜਿਆ ਜੀ। 7 ਕਰੋੜ ਨੂੰ ਜ਼ਮੀਨ ਵੇਚੀ ਹੈ ਜੀ ਹੁਣੀ ਨਾ। ਹੁਣੀ ਇਨਕੁਆਇਰ ਹੋਇਆ ਗੌਰਮੈਂਟ ਤੋਂ, ਸੁਪਰੀਮ ਕੋਰਟ ਤੋਂ ਫੈਸਲਾ ਇਹਨੇ ਸੁਪਰੀਮ ਕੋਰਟ ਤੱਕ ਕੇਸ ਲੜ ਕੇ। ਇਹ ਕੋਈ ਛੋਟੀ ਹਸਤੀ ਨਹੀਂ ਹੈ, ਇਹਨੂੰ ਹੱਥ ਪਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ, ਮਜ਼ਾਕ ਦੀ ਗੱਲ ਨਹੀਂ ਹੈਗੀ। ਮੈਂ ਨਹੀਂ ਮੰਨਦਾ ਇਹਦਾ ਕੁਛ ਵਿਗੜੂਗਾ ਕੁਛ। ਇਹਦੀਆਂ ਜੜ੍ਹਾਂ ਬਹੁਤ ਦੂਰ ਤੱਕ ਨੇ ਜੀ। ਕਿੰਨੀ ਜ਼ਮੀਨ ਸੀ ਜੀ ਇਹ ਉੱਥੇ? ਇਹ ਸੋਹਾਣੇ ਜੀ ਪਿੰਡ ਦੇ ਬਾਹਰਲੇ ਪਾਸੇ ਸਰਦਾਰਾਂ ਦੀ ਜ਼ਮੀਨ ਲਈ ਸੀ ਸਾਡੇ ਪਿੰਡ ਦੇ ਇਹਨਾਂ ਨੇ। ਕਿੰਨੀ? ਮੇਰੇ ਖਿਆਲ 10 ਕਿੱਲੇ ਹੋਣੇ ਜਾਂ ਫਿਰ 70-80 ਕਰੋੜ ਦੀ ਤਾਂ ਹੁਣੇ ਵੇਚ ਕੇ ਹਟਿਆ। ਹਾਂਜੀ। ਪੈਸਾ ਇਹਦੇ ਕੋਲ 20 ਸੈਕਟਰ ਇਹਨੇ ਕੋਠੀ ਬਣਾਈ ਹੈ, 2 ਪਲਾਟ ਲੈ ਕੇ। ਹੁਣ ਮੇਰਾ ਖਿਆਲ 20 ਸੈਕਟਰ ਕੋਠੀ, 2 ਕੋਠੀਆਂ ਖਰੀਦ ਕੇ ਢਾਹ ਕੇ ਬਣਾਉਣੀਆਂ, ਕਿੰਨਾ ਪੈਸਾ ਲਾਇਆ ਹੋਣਾ ਇਹਨੇ। ਹੁਣ ਇਹਦੀ ਗੱਲ ਹੈਗੀ ਆ 2 ਸਾਲਾਂ ਦੀ। ਬਿਲਕੁਲ ਠੀਕ, ਬਿਲਕੁਲ। ਇਹਦੇ ਕੋਲ ਕੋਈ ਪੈਸੇ ਦਾ, ਹਰ ਪਾਵਰ ਦਾ ਅੰਤ ਥੋੜ੍ਹੀ ਹੈਗਾ। ਮੈਂ ਨਹੀਂ ਮੰਨਦਾ ਇਹਦਾ ਕਿਸੇ ਵਕੀਲ ਕਰ ਸਕੂਗੇ ਇਸ ਕੇਸ 'ਚ। ਇਹਦਾ ਹਾਈ ਕੋਰਟ, ਸੁਪਰੀਮ ਕੋਰਟ ਦੇ ਜੱਜ ਤੱਕ ਇਹ ਮੁੰਡੇ ਲਿਆਣ ਕੇ ਕੋਠੀ 'ਚ ਉੱਥੇ ਇੰਟੈਰੋਗੇਟ ਕਰਦੇ ਰਹੇ ਆਪਣੀ ਕੋਠੀ 'ਚ। ਮੇਰੀ ਅੱਖੀਂ ਦੇਖਿਆ ਹੋਇਆ, ਕਿਉਂਕਿ ਸਾਡਾ ਖੇਤ ਨਾਲ ਲੱਗਦਾ ਇਹਦੇ ਖੇਤ। ਹਾਂਜੀ, ਕੀ ਕਰੂੰਗੇ? ਕੁਛ ਨਹੀਂ ਕਰ ਸਕਦੇ। ਹਰ ਇਹ ਲੱਗਿਆ ਵਾ ਲੁਧਿਆਣੇ ਹੁੰਦਾ ਤਾਂ ਮੁੰਡਾ ਉੱਪਰ ਤੇ ਚੱਕਦੇ ਤੇ ਇੰਟੈਰੋਗੇਟ ਸੁਹਾਣੇ ਕਰਦੇ ਲਿਆਣ। ਬਿਲਕੁਲ ਠੀਕ ਹੈ। ਇਹ ਕੋਈ ਛੋਟੀ ਹਸਤੀ ਨਹੀਂ ਹੈਗੀ, ਕੋਈ ਇੱਕ ਕਹੇ ਵੀ ਇਹਨੂੰ ਆਮ ਬੰਦਾ, ਕੋਈ ਆਮ ਵਕੀਲ। ਇਹ ਮੈਂ ਇਹਦੇ ਡੈਡੀ ਬਾਰੇ ਵੀ ਪਤਾ, ਮੁੰਡੇ ਪ੍ਰਦੀਪ ਦੇ, ਮੈਨੂੰ ਪ੍ਰਦੀਪ ਵੀ ਦੇਖਿਆ ਹੋਇਆ। ਮੈਂ ਚੰਡੀਗੜ੍ਹ ਰਹਿੰਦੇ, ਮੈਨੂੰ ਪਤਾ
ਪਰ ਇਹਨਾਂ ਦੇ ਵਾਸਤੇ ਰੋਕ ਨਹੀਂ ਹੈ ਇਹ। ਕੋਈ ਨਾ ਕਿ ਹੁਣ ਵੀ ਚੁਕਾ ਸਕਦਾ ਹੈ ਕਿਸੇ ਨੂੰ ਦੇਖ। ਇਸ ਤਰ੍ਹਾਂ ਅਵਤਾਰ ਸਿੰਘ ਜੀ, ਇਸ ਤਰ੍ਹਾਂ ਵੀ ਨਹੀਂ ਹੈ, ਇਹ ਇਉਂ ਵੀ ਨਹੀਂ ਹੈ। ਇਹ ਤਾਂ ਦੁਨੀਆ ਦੇ ਰਾਜ ਕਰਨ ਵਾਲੇ ਆ, ਤੁਹਾਡੇ ਸਾਹਮਣੇ ਗਦਾਫੀ ਹੋਣੀ, ਸਦਾਮ ਹੋਣੀ ਕਿੱਥੇ ਨੇ, ਇਹ ਨਹੀਂ ਗੱਲ ਹੁੰਦੀ। ਪਰ ਸਮਾਂ ਘੁੰਮ ਜਾਂਦਾ, ਸਮੇਂ ਦਾ ਕੋਈ ਨਹੀਂ। ਧੰਨਵਾਦ ਤੁਹਾਡਾ, ਥੈਂਕ ਯੂ। ਵਪਾਰਕ ਸੰਦੇਸ਼ ਲਾਲਮਾ ਟਾਂਡੀ, ਦਿਓਲ ਜੀ, ਮਨਪ੍ਰੀਤ ਸਿੰਘ ਜੀ, ਹੁਣੇ ਗੱਲ ਕਰ। ਦੇਖੋ, ਬੜਾ ਇੰਪੋਸੀਬਲ ਲੱਗਦਾ ਹੈ ਇਹ ਵੇਖਣ ਨੂੰ ਕਿ ਇਹ ਕੁਝ ਹੋ ਜਾਏਗਾ, ਪਰ ਜੇ ਤੁਸੀਂ ਸ਼ਾਸਕ ਦੇਖਦੇ ਹੋ, ਸੱਜਣ ਕੁਮਾਰ ਨੂੰ ਵੇਖਦੇ ਹੋ, ਤੇ ਉਸ ਤੋਂ ਬਾਅਦ ਡੇਰੇ ਵਾਲੇ ਬਾਬੇ ਨੂੰ, ਸਿਰਸੇ ਵਾਲੇ ਨੂੰ ਵੇਖਦੇ ਹੋ, ਜਾਂ ਦੁਨੀਆ ਦੇ ਵਿੱਚ ਹੋਰ ਵੀ ਕੁਝ ਦੇਖਦੇ ਹੋ, ਫਰਕ ਤਾਂ ਹੈ ਸਾਰੇ ਕੇਸਾਂ ਦਾ। ਜਿਹੜੀ ਇਹ ਧਿਰ ਹੈ ਉਹ ਬਹੁਤ ਤਾਕਤਵਰ ਹੈ, ਪਰ ਇਹਦਾ ਇਹ ਵੀ ਨਹੀਂ ਮਤਲਬ ਕਿ ਜ਼ੁਲਮ ਦੇ ਖਿਲਾਫ ਬੋਲਿਆ ਨਾ ਜਾਵੇ। ਟਾਂਡੀ ਜੀ ਕੀ ਕਹਿਣਾ ਚਾਹੁੰਦੇ? ਲਾਈਨ ਨੰਬਰ 3। ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਦੇਖੋ, ਇਹ ਹੋ ਨਹੀਂ ਸਕਦਾ ਕੁਝ, ਜਿੱਦਾਂ ਮਰਜ਼ੀ ਤੁਸੀਂ ਕਹੀ ਜਾਓ, ਕਿਉਂਕਿ ਧਾਰਮਿਕ ਪਾਰਟੀ ਅਕਾਲੀ ਦਲ 3 ਵਾਰੀ ਬਣ ਚੁੱਕਾ। ਜਿੱਦਾਂ ਕਹ ਲਓ, ਮੁੱਦਾ ਹੀ ਇਹ ਸੀਗਾ ਵੀ ਆਪਾਂ ਮੁੰਡਿਆਂ ਦਾ ਇਨਸਾਫ ਲੈ ਕੇ ਦੇਣਾ। 1997 ਚ, ਫਿਰ 2007 ਚ ਸਰਕਾਰ ਆਈ, ਫਿਰ 12 ਚ ਆਈ, ਇਨਕੁਆਰੀਆਂ ਨਹੀਂ ਬਹਾਲੀਆਂ, ਕਮਿਸ਼ਨ ਨਹੀਂ ਬਹਾਲਿਆ, ਪਾਰਲੀਮੈਂਟ ਦੇ ਵਿੱਚ ਗੱਲਾਂ ਬਾਤਾਂ ਹੋਈਆਂ। ਜਾਂ ਧਾਰਮਿਕ ਪਾਰਟੀ ਨਹੀਂ ਬਚਾ ਸਕੀ, ਉਹ ਆਪੇ ਹੀ ਜਿੱਦਾਂ ਕਹਿ ਲਓ ਬਈ KPS ਗਿੱਲ ਨੂੰ ਬਿਰਸਾ ਬਲਟੋਆ ਕਹਿ ਰਿਹਾ ਬੁੱਚੜ, ਬਿਆਨ ਸਿੰਘ ਨੂੰ ਵੀ ਬੁੱਚੜ ਕਹਿ ਰਿਹਾ, ਕਾਲੀ ਕਹਿ ਰਹੇ ਇਹ, ਤੇ ਆਪੇ ਹੀ ਉਹਨਾਂ ਦੀਆਂ ਗੱਲਾਂ ਬਾਤਾਂ ਸੈਣੀ ਨੂੰ ਵੀ ਕਹਿ ਰਹੇ ਆ, ਆਪੇ ਹੀ ਉਹਨਾਂ ਨੂੰ ਫਿਰ ਲਾਉਂਦੇ ਆ, ਜਿੱਦਾਂ ਕਮਿਸ਼ਨ ਲਾਉਂਦੇ ਆ, ਤੇ ਆਪੇ ਹੀ ਇਹ ਲੋਕਾਂ ਦੇ ਨਾਲ ਖੇਡ ਰਹੇ ਆ। ਜਿੱਦਾਂ ਦੋਹੇ ਪਾਰਟੀਆਂ ਕਾਂਗਰਸ ਅਕਾਲੀ, ਵੀ ਜਿੱਦਾਂ ਕਹਿ ਲਓ ਬਈ ਪਹਿਲਾਂ ਤਾਂ ਉਹਨਾਂ ਨੂੰ ਖਿਲਾ ਲੈਂਦੇ ਆ ਆਟਾ ਦਾਲ ਸਕੀਮ ਦੇ ਕੇ, ਫਿਰ ਡਾਂਗਾ ਨਾਲ ਪੁਲਿਸ ਦੀ ਥਰੂ ਕੁੱਟਦੇ ਆ। ਜਿੱਦਾਂ ਕਹਿ ਲਓ ਪੁਲਿਸ ਏਦਾਂ, ਪੁਲਿਸ ਦਾ ਅੱਤਵਾਦ ਖਿਲਾਰਿਆ ਪਿਆ ਅਜੇ ਤੱਕ 50 ਸਾਲ ਹੋ ਗਏ ਆ, ਪੁਲਿਸ ਨੂੰ ਏਦਾਂ ਹੀ ਵਰਤਿਆ ਜਾ ਰਿਹਾ। ਨਾ ਤਾਂ ਉਹਨਾਂ ਦੀਆਂ ਵਰਦੀਆਂ ਚੇਂਜ ਕੀਤੀਆਂ, ਉਦਾਂ ਆਹ ਟਿਕਟੌਕ ਤੇ ਜੂ ਕਹਿੰਦੇ ਆ ਵੀ ਹਾਰ ਪਾ ਦੋ, ਪੁਲਿਸ ਵਾਲੇ ਬਹੁਤ ਵਧੀਆ ਕੰਮ ਕਰਦੇ ਆ, ਤੇ ਆਹ ਸਾਰਾ ਕੁਛ ਵਧੀਆ ਕਰਦੇ ਆ ਇਹ, ਤੇ ਪਰ ਉਹਨਾਂ ਨੂੰ ਮਤਲਬ ਇਹ ਨਹੀਂ ਕਹਿੰਦੇ ਵੀ ਬਈ ਐਨੀ ਆਹ ਕੰਮ ਕੀਤਾ, ਕਿਉਂਕਿ ਪੁਲਿਸ ਦੇ ਕੋਲੋਂ ਤਾਂ ਬਹੁਤ ਦੂਰ ਤੱਕ ਮਿਲਿਆ। ਹੁਣ ਕੈਪਟਨ ਸਾਹਿਬ ਨੇ ਆਹ ਕੇਸ ਤਾਂ ਕੱਢ ਲਿਆ ਸਵੇਰ ਸੈਣੀ ਦਾ, ਇਹਦੇ ਪਿੱਛੇ ਹੈਗਾ ਕੈਪਟਨ। 24 ਘੰਟਿਆਂ ਦੇ ਵਿੱਚ ਹੀ ਉਹਨੂੰ ਦੜਾਤਾ ਦਿੱਲੀ ਨੂੰ, ਹਿਮਾਚਲ ਨੂੰ। ਇਹਦੇ ਪਿੱਛੇ ਕੀ ਸਿਆਸਤ ਆ, ਕੀ ਪੋਲੀਟਿਕਸ ਆ? ਇਹ ਜਾਣੀ ਕਿ ਖੇਲ ਰਹੇ ਆ ਇਹ ਪੋਲੀਟੀਸ਼ੀਅਨ ਲੋਕਾਂ ਦੇ ਨਾਲ, ਵੀ ਧਿਆਨ ਦੂਜੇ ਪਾਸੇ ਨੂੰ ਕਰ ਦੋ। ਤਾਂ ਇਸ ਕਰਕੇ ਇਹਦਾ ਕੁਛ ਨਹੀਂ ਹਾਲ ਬਣਨਾ। ਜਿਹੜਾ ਸਵੇਦ ਸੈਣੀ ਆ ਨਾ, ਜੇ ਉਹ ਤੋਂ ਕਢਾਉਣਾ, ਜਿੱਦਾਂ ਪੈਂਕੀ ਕੈਟ ਕਹਿੰਦਾ ਸੀਗਾ, ਉਹ ਕਹੂਗਾ ਵੀ ਮੈਂ ਤਾਂ ਸਾਰਾ ਕੁਛ ਹੀ ਦੱਸਣਾ, ਪੋਲੀਟੀਸ਼ੀਅਨ ਵਿੱਚ ਆ, ਵਿੱਚੇ ਬਾਦਲ, ਵਿੱਚੇ ਕੈਪਟਨ, ਵਿੱਚੇ ਸਾਰਾ ਕੁਛ, ਉਹ ਵਿੱਚੇ ਹੀ ਆ ਸਾਰਾ ਕੁਛ। ਤੇ ਉਹ ਸੈਂਟਰ ਜਿਹੜੀ ਆ ਇਨਕੁਆਇਰੀ ਕਰਾਵੇ, ਜਾਂ ਤਾਂ ਸੈਂਟਰ ਤੋਂ ਹੱਥ ਚੋਂ ਬਾਦਲ ਨਿਕਲ ਜਾਵੇ, ਜਾਂ ਕਿਸੇ ਤਰ੍ਹਾਂ ਉਹ ਬਾਦਲ ਆਫ ਸਾਈਡ ਹੋ ਜਾਏ, ਤਾਂ ਫਿਰ ਉਹ ਇਨਕੁਆਇਰੀ ਵਹਿ ਸਕਦੀ ਆ, ਸੈਂਟਰ ਬਹਾਲ ਸਕਦਾ। ਨਹੀਂ ਤਾਂ ਇਹ ਏਦਾਂ ਹੀ ਚੱਲਣਾ ਕੰਮ। ਉਹਨੂੰ ਮੋਹਰਾ, ਉਹਨੇ ਸਾਰਾ ਕੁਝ ਹੀ ਕਹਿਣਾ ਸਵੇਰ ਸੈਣੀ ਨੇ, ਮੈਂ ਸਾਰਾ ਕੁਝ ਹੀ ਦੱਸੂਗਾ। ਹੁਣ ਸੇਵਰਾਮ ਦਾ ਤੁਸੀਂ ਨਾਂ ਲਿਆ ਸੀ, ਇਹ ਪਤਾ ਕੀ ਕਰਦਾ ਸੀ? ਇਹ ਅੰਮ੍ਰਿਤਸਰ ਦੇ ਆਲੇ ਦੁਆਲੇ ਜਿੱਦਾਂ ਦਰਬਾਰ ਸਾਹਿਬ ਦੇ ਘੁੰਮਦਾ ਹੁੰਦਾ ਸੀ, ਤਾਂ ਇਹ ਕਹਿੰਦਾ ਮੈਂ ਗੋਲੀ ਨਹੀਂ ਮਾਰਨੀ, ਮੈਂ ਤਾਂ ਪੁਰਪੁਰੀ ਦੇ ਥਾਣੀ ਦੂਜੇ ਪਾਸਿਓਂ ਦੀ ਨਗਾਉਣਾ ਆ ਛੁਰਾ। ਜਿੱਦਾਂ ਕਹਿ ਲਓ ਉਹ ਏਦਾਂ ਦੇ ਜ਼ੁਲਮ ਹੁੰਦੇ ਰਹੇ, ਉੱਤੇ ਸਟੋਪ ਬਾਲਦੇ ਰਹੇ, ਕਈ ਕੁਛ ਆਪਾਂ ਹੀ ਕਰਦੇ ਹੁੰਦੇ ਆ। ਵੀ ਤਸੀਹਿਆਂ ਦਾ ਰੋਜ਼ ਇਹ ਸੋਚਣ ਵੀ ਬਹਾਲੀ ਆਉਂਦੀ ਕਮੇਟੀ, ਵੀ ਸੋਚਣਾ ਤਸੀਹੇ ਦੇਣੇ ਕਿੱਦਾਂ ਆ। ਇਹ ਤਾਂ ਰਾਜ ਔਰੰਗਜ਼ੇਬ ਜਿੱਦਾਂ ਅਬਦਾਲੀ ਤੋਂ ਵੀ ਉੱਪਰ ਆ। ਜਿੱਦਾਂ ਕਹਿ ਲਓ ਪੁਲਿਸ ਦਾ ਹੁਣ ਵੀ ਗੁੰਡਾ ਰਾਜ ਜਾਂ ਅੱਤਵਾਦ ਉੱਥੇ ਦਾ ਖਿਲਾਰਿਆ ਪਿਆ, ਇਹ ਪੋਲੀਟਿਕਸ ਦੇ ਜ਼ਰੀਏ ਖਿਲਾਰਿਆ ਪਿਆ। ਲੋਕਾਂ ਨੂੰ ਡਰਾ ਧਮਾ ਕੇ ਜਿੱਦਾਂ ਵੋਟਾਂ ਲੈਣੀਆਂ, ਤੇ ਲੋਕੀ ਉੱਥੋਂ ਪਸੰਦ ਹੀ ਨਹੀਂ ਕਰਦੇ ਰਹਿਣਾ। ਇਹ ਸਾਰਾ ਹੀ ਲੋਕੀ ਇੱਧਰ ਨੂੰ ਬਾਹਰ ਨੂੰ ਕਾਹਦੇ ਆਉਂਦੇ ਆ? ਪੁਲਿਸ ਦਾ ਡਰ। ਇਹ ਪੋਲੀਟੀਸ਼ੀਅਨਾਂ ਲੋਕ ਵੀ ਕੰਮ ਲੈਂਦੇ ਆ, ਮੇਰਾ ਥਾਣੇ 'ਚ ਕੰਮ ਹੋ ਗਿਆ, ਮੇਰੀ ਗੱਡੀ ਨੂੰ ਲੰਘਣ ਦੇਤਾ, ਮੈਨੂੰ SSP ਜਾਣਦਾ। ਲੋਕ ਵੀ ਓਦਾਂ ਦੇ ਆ, ਉੱਥੇ ਪੋਲੀਟਿਕਸ ਵੀ ਓਦਾਂ ਦੀ ਆ। ਤੇ ਪਰ ਅਕਾਲੀਆਂ ਨੇ ਧਾਰਮਿਕ ਤੌਰ ਤੇ ਨੁਕਸਾਨ ਬਹੁਤ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਗੇਮ ਖੇਡੀ ਤਕੜੀ। ਉਹ ਕਹਿ ਦਿੰਦੇ ਆ ਵੀ ਮਤਲਬ ਉਹੋ ਜਿਹੀ ਸਿਆਸਤ ਦਾ ਖਿਡਾਰੀ ਆ। ਕਾਹਦੀ ਸਿਆਸਤ? ਲੋਕਾਂ ਦੇ ਆਹ ਜਿੱਦਾਂ ਕਹਿ ਲਓ ਵੀ ਇੰਨੇ 25,000 ਕੋਈ ਕਹੀ ਜਾਂਦਾ ਖਾਲੜਾ ਰਿਪੋਰਟ, ਤੇ ਉਹ ਤੋਂ ਵੀ ਜ਼ਿਆਦਾ ਕਹਿੰਦੇ ਬੰਦਿਆਂ ਦਾ ਹੋਇਆ ਕਤਲ। ਖਾਲੜਾ ਰਿਪੋਰਟ ਦੀ ਥੋੜੀ ਆ, ਤੇ ਉਹ ਤੇ ਸ਼ਹੀਦਾਂ ਤੇ ਇਹ ਰਾਜ ਕਰਨ ਡਏ ਆ, ਤੇ ਆਪ ਇਹ ਸਿਕਿਉਰਟੀਆਂ ਲੈਂਦੇ ਆ। ਤੇ ਇਹ ਇਸ ਕਰਕੇ ਉਹ ਮੇਰੇ ਹਿਸਾਬ ਦੇ ਨਾਲ ਉਹਨੂੰ ਉਸ ਬੰਦੇ ਨੇ ਜ਼ਮਾਨਤ ਮਿਲ ਗਈ ਆ। ਉਹ ਕੁਛ ਨਹੀਂ ਹੋਣਾ। ਗਿੱਲ ਸਾਹਿਬ
ਆਪਾਂ ਐਵੇਂ ਗੱਲਾਂ ਕਰ ਲੈਂਦੇ ਆ ਵੀ ਆਹ ਹੋ ਜਾਊਗਾ, ਆਪਾਂ ਬੋਲ ਹੀ ਸਕਦੇ ਆ, ਹਾਰਾ ਨਾਰਾ ਮਾਰ ਸਕਦੇ ਆ। ਜਿਹੜਾ ਮਲੇਰਕੋਟਲੇ ਨਵਾਬ ਨੇ ਕੀਤਾ ਸੀਗਾ ਹੋਰ ਆਪਾਂ ਕੁਝ ਨਹੀਂ ਕਰ ਸਕਦੇ। ਉੱਥੋਂ ਜਿੱਦਾਂ ਲੋਕ ਹਿਜਰਤ ਕਰ ਜਾਣ ਤਾਂ ਬਾਹਰਲੇ ਮੁਲਕਾਂ ਤਾਂ ਚੰਗੀ ਗੱਲ ਆ, ਨਹੀਂ ਤਾਂ ਕਰਪਟ ਸਿਸਟਮ ਆ ਹੋ ਜੀ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਦਿਲ ਸਾਹਿਬ ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਦੋਸਤੋ ਦੇਖੋ, ਇਹਦੇ ਵਿੱਚ ਜਿਹੜੀ ਸਾਰੀ ਸਮਝਣ ਵਾਲੀ ਗੱਲ ਹੈ, ਆਪਾਂ ਇਸ ਤਰੀਕੇ ਨਾਲ ਨਾ ਲਈਏ ਵੀ ਉਹਨਾਂ ਨੇ ਕੋਈ ਜਸਟਿਸ ਸਿਸਟਮ ਦੇਣਾ ਹੈ। ਦੇਖੋ, ਇੱਕ ਅੱਗੇ ਜਿਹੜਾ ਸਟੇਟ ਦਾ ਸਿਸਟਮ ਸੀਗਾ ਉਹਦੇ ਵਿੱਚ ਉਹਨਾਂ ਦੀ ਜਿਹੜੀ ਵਿਆਖਿਆ ਸੀਗੀ, ਉਹਨਾਂ ਨੇ ਮੰਨ ਲਓ ਰਾਜਨੀਤਿਕਾਂ ਨੂੰ ਜਾਂ ਪੁਲਿਸ ਨੂੰ ਜਾਂ ਜਸਟਿਸ ਸਿਸਟਮ ਨੂੰ ਇੱਦਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀਗਾ ਵੀ ਅਸੀਂ ਜੋ ਕੁਛ ਕੀਤਾ ਸਾਡੇ ਕੋਲ ਇਨਸਾਫ ਹੈ। ਵੀ ਦੂਜੀ ਧਿਰ ਸਾਰੀ ਉਹ ਮੰਨ ਲਓ ਜਾਂ ਆਪਣੀ ਸਿੱਖ ਮੂਵਮੈਂਟ ਵਾਲੇ ਹੋਣ ਜਾਂ ਆਪਣੇ ਹੱਕ ਮੰਗਣ ਵਾਲੇ ਹੋਣ, ਪਿਛੇ ਪੰਜਾਬ ਦੇ ਮੁੱਦੇ ਜਾਂ ਭਾਰਤੀ ਸਟੇਟ 'ਚ ਕੋਈ ਵੀ ਹੋਵੇ, ਘੱਟੋ ਘੱਟ ਹੁਣ ਜਿਹੜੀ ਇਹ ਚੀਜ਼ਾਂ ਹੋ ਰਹੀਆਂ ਮਰੇ, ਇਹਦੇ ਨਾਲ ਇਹ ਨਾ ਉਮੀਦ ਰੱਖੀਏ ਵੀ ਇਹਨਾਂ ਨੂੰ ਵੀ ਕਿਤੇ ਉਹਨਾਂ ਨੇ ਫਾਂਸੀਆਂ ਦੇ ਟੰਗ ਦੇਣ ਜਾਂ 20-25 ਸਾਲ ਜੇਲ੍ਹ ਛੱਡ ਦੇਣਾ। ਨੂੰ ਇਹ ਨਹੀਂ ਹੋਣਾ। ਆਪਾਂ ਨੂੰ ਇੰਨਾ ਕੁ ਜ਼ਰੂਰ ਪਤਾ ਲੱਗ ਗਿਆ ਵੀ ਇੱਕ ਸਟੇਟ ਦੇ ਬਰਾਬਰ ਆਪਾਂ ਕੋ ਉਹਨਾਂ ਦੇ ਇਹਨਾਂ ਲੋਕਾਂ ਨੂੰ ਇਹਨਾਂ ਦੇ ਜਿਉਂਦੇ ਜੀ ਲਾਹਣਤਾਂ ਪੈਣ ਲੱਗ ਪਈਆਂ, ਇਹਨਾਂ ਦੇ ਸੱਚ ਸਾਹਮਣੇ ਆਉਣ ਲੱਗ ਪਿਆ। ਜਿਹੜੇ ਲੋਕ ਇੱਥੇ ਬੋਲਣ ਤੱਕ ਨਹੀਂ ਦਿੰਦੇ ਹੁੰਦੇ ਕਿ ਵੀ ਭਾਰਤੀ ਸਟੇਟ ਦਾ ਇੱਦਾਂ ਇਨਸਾਫ ਹੈ, ਫਲਾਨਾ ਹੈ, ਧਮਕਾਨਾ ਆ। ਕਿਤਾਬਾਂ ਜਿਹੜੀਆਂ ਮਨ ਘੜਤ ਲਿਖੀਆਂ ਸੀਗੀਆਂ ਨਾ, ਮੇਰੇ ਖਿਆਲ ਜਿਹੜਾ ਹੁਣ ਤੁਸੀਂ ਰਾਸ਼ਟਰਵਾਦੀ ਮੀਡੀਆ ਹੀ ਸੁਣਦੇ ਨੇ, ਉਹਦਾ ਤੁਹਾਨੂੰ ਘੱਟੋ ਘੱਟ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਸਰਕਾਰ ਦੇ ਹੀ ਸਾਹਮਣੇ ਉਸ ਸਿਸਟਮ ਦੇ ਵਿੱਚ ਹੀ ਤੁਹਾਡੇ ਸਾਹਮਣੇ ਸੱਚਾਈਆਂ ਸਾਡੇ ਸਾਹਮਣੇ ਆ ਰਹੀਆਂ ਆ। ਹੁਣ ਜੇ ਮੰਨ ਲਓ ਕਿਸੇ ਬਾਬੇ ਨੂੰ ਅੰਦਰ ਰੱਖਤਾ ਜਾਂ ਇਹਨੂੰ 2-4 ਸਾਲ ਅੰਦਰ ਕਰ ਦੂ, ਕੋਈ ਬਿਗ ਡੀਲ ਨਹੀਂ ਹੋਣੀ, ਕਿਉਂਕਿ ਉਹ ਵਿਆਖਿਆ ਸਟੇਟ ਨੇ ਫਿਰ ਵੀ ਵੱਖਰੀ ਹੀ ਕਰਨੀ ਆ ਵੀ ਇੱਕ ਨੂੰ 1 ਸਾਲ ਦੀ ਸਜ਼ਾ, ਤੇ ਸਾਡੇ ਉੱਥੇ ਕੇਰ ਸਿੰਘ ਕਰਕੇ ਨੂੰ ਸਤਵੰਤ ਸਿੰਘ ਦੇ ਨਾਲ ਜਿਹੜਾ ਕੋਈ ਦੋਸ਼ੀ ਨਹੀਂ ਸੀਗਾ ਉਹਨੂੰ ਫਾਂਸੀ ਦਿੱਤੀ ਜਾ ਸਕਦੀ। 28 ਇੱਥੇ 29 ਸਾਲ ਕੇਸ ਲੜਦੇ ਨੂੰ, 29 ਸਾਲ ਵਾਲੇ ਬਿਨਾਂ ਕਸੂਰੋਂ ਜੇਲ੍ਹਾਂ 'ਚ ਬੈਠੇ ਸਾਡੇ ਬੰਦੇ। ਜਿਹੜੀ ਕਾਨੂੰਨ ਦੀ ਵਿਆਖਿਆ ਘੱਟੋ ਘੱਟ ਉਹ ਤਾਂ ਸਾਨੂੰ ਸਾਹਮਣੇ ਆ ਰਹੀ ਹੈ। ਜੇ ਇਹ ਵੀ ਨਾ ਕਰੂਗੇ ਤੇ ਇਹ ਮੰਨ ਲਓ ਹੁਣ ਉਹ ਤਾਂ ਇੱਦਾਂ ਪ੍ਰਦੀਪ ਹੋਣੀ ਤਾਂ ਕਹਿ ਨਹੀਂ ਸਕਦੇ ਵੀ ਉਹਨਾਂ ਨੂੰ ਇਸੇ ਤਰੀਕੇ ਉਹਨਾਂ ਕੋਲ ਹੋਰ ਢੰਗ ਨਹੀਂ ਹੈਗਾ। ਜਿਹੜਾ ਸਟੇਟ ਦਾ ਢਾਂਚਾ ਡਿਵੈਲਪ ਹੋ ਚੁੱਕਾ ਆ, ਉਹ ਮੰਨ ਲਓ ਉਹਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਬਦਲ ਲਵੇ, ABC ਆ ਜਾਵੇ ਵੀ ਸਾਡੀ ਪਾਰਟੀ ਅੱਜ ਫਲਾਨੀ ਸੰਵਿਧਾਨ ਨਾਲ ਠੀਕ ਹੋ ਜਾਣਾ, ਉਹ ਕੁਛ ਨਹੀਂ। ਉਹਦੇ ਵਿੱਚ ਜਿੱਦਾਂ ਗੁਰੂ ਪਾਤਸ਼ਾਹ ਨੇ ਇੱਕ ਡਿਫਰੈਂਟ ਢਾਂਚਾ ਹੀ ਤੁਹਾਨੂੰ ਨਵਾਂ ਦਿੱਤਾ ਗਾ ਵੀ ਆਹ ਢਾਂਚਾ ਬ੍ਰਾਹਮਣਵਾਦ ਦਾ ਪਰੇ ਰੱਖੋ, ਕਿਉਂਕਿ ਉਹ ਬ੍ਰਾਹਮਣਵਾਦ ਦਾ ਹੀ ਇਹਨੇ ਰਾਸ਼ਟਰਵਾਦ ਨੇ ਰੂਪ ਧਾਰਿਆ ਆ। ਇਹਨੂੰ ਜਦੋਂ ਜਿੰਨਾ ਚਿਰ ਇਹ ਚੱਲਦਾ ਇਹਨੂੰ ਇਸੇ ਤਰੀਕੇ ਆ ਵੀ ਚੱਲਣਾ ਆ, ਅਦਰਵਾਈਜ਼ ਇਹਦਾ ਕੋਈ ਹੱਲ ਨਹੀਂ। ਹਾਂ, ਇੰਨਾ ਜ਼ਰੂਰ ਆ ਵੀ ਇਹਨਾਂ ਨੂੰ ਹੁਣ ਜਿੰਨੇ ਮੇਰੇ ਖਿਆਲ ਨਾਲ ਜਿਉਂਦੇ ਜੀ ਇਹਨਾਂ ਦੀਆਂ ਲਾਹਣਤਾਂ ਹੀ ਪਈ ਜਾਂਦੇ, ਇਹੀ ਇਹਨਾਂ ਦੀਆਂ ਸਜ਼ਾਵਾਂ। ਜਦੋਂ ਤੁਸੀਂ ਕਹਿੰਦੇ ਵੀ ਇਹਨਾਂ ਨੇ ਆਪਣੇ ਜਿਉਂਦੇ ਕਦੇ ਦਾਰੂ ਪੀ ਕੇ ਜਾਂ ਕਿਤੇ ਸੁਸਾਈਡ ਕਰਨੇ, ਆਹੀ ਇਹਨਾਂ ਦੀਆਂ ਸਜ਼ਾਵਾਂ ਆਉਣੀਆਂ। ਇਹ ਕਿਉਂਕਿ ਲਾਹਣਤਾਂ ਪੈਣ ਨਾਲ ਆ ਵੀ ਕੁਛ ਸਾਰੇ ਸਾਹਮਣੇ ਆਉਂਦਾ। ਤੇ ਮੇਰੇ ਖਿਆਲ ਨਾਲ ਵਧੀਆ ਮੁੰਡਾ ਕਰ ਰਿਹਾ ਜਿਹੜਾ ਪ੍ਰਦੀਪ ਸਿੰਘ ਵਿਰਕ, ਬੇਸ਼ੱਕ ਉਹ ਨੋ ਡਾਊਟ ਉਹਦੇ ਫਾਦਰ ਸਾਹਿਬ ਵੀ ਸਿਸਟਮ 'ਚ ਰਹੇ ਆ, ਉਹਨਾਂ ਦੇ ਵੀ ਥੱਲੇ ਸਾਰਾ ਕੁਛ ਹੁੰਦਾ ਹੋਊਗਾ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਗੱਲਬਾਤ ਤੁਰੀ ਹੋ ਆਪਾਂ ਨੂੰ ਉਹਨੂੰ ਇਸ ਤਰੀਕੇ ਨਾਲ ਦੇਖਣਾ ਚਾਹੀਦਾ। ਮੈਨੂੰ ਨਹੀਂ ਪਤਾ ਵੀ ਮੈਂ ਇਨਸਾਫ ਦੀ ਇਹ 'ਚੋਂ ਨਹੀਂ ਆਸ, ਪਰ ਮੈਂ ਇਹ ਕਹਿੰਦਾ ਵੀ ਘੱਟੋ ਘੱਟ ਤੁਹਾਨੂੰ ਸਾਹਮਣੇ ਤਾਂ ਪਤਾ ਲੱਗਦਾ ਵੀ ਤੁਹਾਡੇ ਲਈ ਇਨਸਾਫ ਦੀ ਵਿਆਖਿਆ ਹੋ ਰਿਹਾ ਤੇ ਆ ਸਰਕਾਰੀ ਕਰਿੰਦਿਆਂ ਲਈ ਹੋ ਰਿਹਾ। ਉੱਥੇ ਜੇ ਕੈਪਟਨ ਬਾਦਲ ਜਾਂ ਮਾਇਆਵਤੀ ABC ਲਿਆ ਕੇ ਤੁਸੀਂ ਕਹਿ ਦੋਗੇ ਅਸੀਂ ਬਦਲ ਜਾਣਾ, ਉਹ ਤਾਂ ਸਾਰੇ ਉਹਨਾਂ ਦੇ ਕਰਿੰਦੇ ਆ। ਉਹਨਾਂ ਨੇ ਸਟੇਟ ਲਈ ਕੰਮ ਕਰਨਾ, ਉਹਨੇ ਤੁਹਾਡੇ ਲਈ ਜਿਹੜੇ ਖੁਦ ਗਲਤਾਨ ਹੋ ਚੁੱਕੇ ਆ, ਐਡੇ ਅਹੁਦੇ ਕੁਰਸੀਆਂ ਲੈਣ ਲਈ ਅਰਬਾਂਪਤੀ ਬਣ ਚੁੱਕੇ ਆ, ਤੇ ਉਹਨਾਂ ਨੂੰ ਉਹਨਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ ਕੰਮ ਕਰਨਾ ਪੈਣਾ। ਸਿਸਟਮ ਤੋਂ ਬਾਹਰ ਜਾਊਗੇ ਤਾਂ ਉਹਨਾਂ ਦੇ ਸਿਸਟਮ ਦੇ ਵਿਰੋਧ ਆ, ਉਹ ਸਟੇਟ ਦੇ ਵਿਰੋਧੀ ਆ। ਤੇ ਮੇਰੇ ਖਿਆਲ ਨਾਲ ਇਹੀ ਇਨਸਾਫ ਆ ਵੀ ਇਹਨਾਂ ਲੋਕਾਂ ਨੂੰ ਜਿਉਂਦੇ ਜੀ ਜਿਹੜੀਆਂ ਹੁਣ ਆਪਾਂ ਨੂੰ ਸੱਚ ਸਾਹਮਣੇ ਆ ਰਹੇ, ਇਹ ਕਦੇ ਸਟੇਟ ਨੇ ਟੁੱਟਣਾ ਹੁੰਦਾ, ਹਰ ਇੱਕ ਨੇ ਇਨਸਾਫ ਦੀ ਸਟੇਟ ਕੋਈ ਸਾਡੇ ਕਹਿਣ ਤੇ ਨਹੀਂ ਪਈ ਕੋਈ ਵੱਖਰਾ ਰਾਜ ਬਣਾਉਣ ਦੀ ਗੱਲ। ਇਹ ਉਹਨੇ ਆਪਣੇ ਪਾਪਾਂ ਦੇ ਨਾਲ ਟੁੱਟਣਾ ਆ। ਉਹ ਕੋਈ ਵੀ ਦੁਨੀਆ ਦੀ ਹੋਵੇ, ਬੇਸ਼ੱਕ ਸਿੱਖਾਂ ਦੀ ਸਟੇਟ ਹੋਵੇ, ਬੇਸ਼ੱਕ ਅੱਜ ਭਾਰਤੀ ਸਟੇਟ ਆ, ਬੇਸ਼ੱਕ ਕੈਨੇਡਾ ਅਮਰੀਕਾ, ਉਹਨਾਂ ਆਪਣੇ ਭਾਰ ਨਾਲ ਇੱਕ ਦਿਨ ਟੁੱਟਣਾ ਤੇ ਉਹ ਨਵੇਂ ਢਾਂਚੇ ਨੇ ਡਿਵੈਲਪ ਹੋ ਗਏ, ਨਵੇਂ ਇਨਸਾਫ ਦੇ ਢੰਗ ਪੈਦਾ ਕਰਨੇ, ਇਹ ਤਾਂ ਕੋਈ ਡਾਊਟ ਹੀ ਹੈ ਨਹੀਂ। ਥੈਂਕ ਯੂ ਜੀ। ਠੀਕ ਹੈ ਜੀ। ਸਾਹਿਬ ਮਨਪ੍ਰੀਤ ਸਿੰਘ ਲਾਈਨ ਨੰਬਰ 5। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਸਿੰਘ ਬੋਲਦਾ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਗੱਲ ਇਹ ਆ, ਤੁਸੀਂ ਕਹਿ ਤਾਂ ਰਹੇ ਹੋ ਕਿ ਇਹ ਸ਼ੋਅ ਆਪਣਾ ਗੱਲਾਂ ਆਪਣਾ ਸੌਰੀ ਸੈਣੀ ਦੀਆਂ ਹੁੰਦੀਆਂ ਨੇ, ਹਾਂ ਮੁੱਦੇ ਆਉਂਦੇ ਨੇ ਬਾਈ ਜੀ, ਸ਼ੋਅ ਰੱਖੇ ਜਾਂਦੇ ਨੇ। ਸ਼ੋਅ ਰੱਖ ਕੇ ਉਹ ਆਟਾ ਦਲੀਆ ਜਿਹਾ ਕੀਤਾ ਜਾਂਦਾ ਹੈ ਕਿ ਜਿਹੜਾ ਮੁੜ ਕੇ ਚੰਗੀ ਤਰ੍ਹਾਂ ਹਾਈਲਾਈਟ ਨਾ ਹੋਵੇ। ਉਹਦਾ ਕਹਿੰਦਾ ਸਵੇਰ ਦਾ ਚੱਲਦਾ ਹੀ ਆ, ਗੱਲ ਚੱਲਣ ਦੀ ਨਹੀਂ ਹੈ ਸ਼ੋਅ। ਬਾਈ ਜੀ ਜਿਹੜਾ ਤੁਸੀਂ ਲੈ ਕੇ ਆਏ ਹੋ ਆਪਣਾ ਵਿਰਕ ਸਾਹਿਬ ਦੇ ਬੇਟੇ ਨੂੰ, ਬਾਈ ਜੀ ਟਾਈਮ ਲੋਕੀ ਕਹਿੰਦੇ ਨੇ ਪੈਸਾ ਵਸੂਲ ਨਹੀਂ, ਟਾਈਮ ਵਸੂਲ ਸ਼ੋਅ ਹੋਇਆ। ਮੈਂ ਕਹਿੰਦਾ ਇੰਨਾ ਪਤਾ ਲੱਗਿਆ, ਇੰਨੀ ਜਾਣਕਾਰੀ ਮਿਲੀ ਹੈ ਬਾਈ ਜੀ, ਸੱਚ ਸਾਹਮਣੇ ਆਇਆ ਲੋਕਾਂ ਦੇ। ਠੀਕ ਹੈ, ਸਜ਼ਾਵਾਂ ਮਿਲਣ ਜਾਂ ਸੈਣੀ ਨੂੰ ਨਾ ਮਿਲਣ ਉਹ ਬਹੁਤ ਉੱਪਰ ਦੀਆਂ ਗੱਲਾਂ ਨੇ, ਪਰ ਬਾਈ ਹੁਣ ਅੱਜ ਕੱਲ੍ਹ ਤਾਂ ਤੁਹਾਨੂੰ ਤੁਸੀਂ ਆਪੇ ਪੱਤਰਕਾਰ ਹੋ, ਆਪੇ ਜੱਜ ਹੋ, ਆਪੇ ਵਕੀਲ ਹੋ, ਜਦੋਂ ਤੁਸੀਂ ਲਿਖਤਾ ਨਾ ਕਿਸੇ ਦੇ ਥੱਲੇ ਬਾਈ ਜੀ ਉਹ ਮਿਟਣਾ ਨਹੀਂ, ਉਹ ਸੱਚ ਹੈ।
ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹਨੂੰ ਸਜ਼ਾ ਮਿਲੇ, ਉਹ ਅੰਦਰ ਜਾਵੇ, ਪਰ ਉਹ ਰੋਜ਼ ਹੀ ਮਰ ਰਿਹਾ ਬਾਈ ਜੀ, ਰੋਜ਼ ਹੀ ਮਰ ਰਿਹਾ। ਜਦੋਂ ਲੋਕ ਦੱਸ ਰਹੇ ਨੇ, ਬੋਲ ਰਹੇ ਨੇ, ਜੇ ਆਪਾਂ ਕਿਸੇ ਨੂੰ ਕਹਿ ਦਈਏ ਤੂੰ ਜੇ ਨਾ ਬੰਦਾ ਬਣਿਆ ਫਿਰ ਦੇਖ ਲੈ ਬਾਈ ਜੀ, ਬੰਦਾ ਰੋਜ਼ ਹੀ ਮਰਦਾ ਕਿ ਕਿਤੇ ਅੱਜ ਨਾ ਗੱਲ ਹੋ ਜਾਵੇ, ਕੱਲ ਨੂੰ ਨਾ ਹੋ ਜਾਵੇ, ਪਰਸੋਂ ਨੂੰ ਨਾ ਹੋ ਜਾਵੇ। ਇਹ ਫੈਸਲਾ ਹੀ ਹੈ, ਬੰਦੇ ਨੂੰ ਸਮਝਣਾ ਚਾਹੀਦਾ। ਹੁਣ ਜੇ ਮੈਂ ਕਹਾਂ ਕਿ ਅਕਾਲੀ ਦਲ ਨੇ ਉਹ ਐਂ ਕਿਉਂ ਕਰਤਾ, ਸਾਨੂੰ ਤੋਹਫਾ ਲਾ ਕੇ BJP ਲਾ ਕੇ ਦੇਤਾ, ਭਾਈ ਜੀ ਪਤਾ ਤਾਂ ਹੈਗਾ ਸਾਰਿਆਂ ਨੂੰ, ਜਿਹੜੇ ਕਾਲੀ ਨੇ, ਕਾਲੀਆਂ ਦੇ ਨਾਂ ਰਹੇ ਨੇ, ਸੁਖਬੀਰ ਬਾਦਲ ਨੂੰ ਅੱਜ ਲਾ ਲਓ ਫੋਨ, ਦੱਸ ਦੂਗਾ ਕਿਉਂ ਲਾਇਆ, ਸਭ ਨੂੰ ਪਤਾ। ਜਦੋਂ ਅਸੀਂ ਉਹਨਾਂ ਤੋਂ ਬਾਈ ਲਾਲ ਬੱਤੀਆਂ 'ਚ ਘੁੰਮਣਾ, ਸੈਕਟਰੀ ਜਿਹੜਾ ਜਾਣਾ, ਫਿਰ ਅਸੀਂ ਉਹਨਾਂ ਦੇ ਨਾਲ ਕਿੱਦਾਂ ਬੋਲਾਂਗੇ? ਉਹਨਾਂ ਦੇ ਖਿਲਾਫ ਬੋਲਣਾ ਨਹੀਂ। ਅਸੀਂ ਥੋੜਾ ਜਿਹਾ ਆਟਾ ਦਲੀਆ ਜਿਹਾ ਲਾ ਕੇ ਮੱਲਮ ਜੀ ਕਿ ਇੰਨਾ ਕੁ ਲਾਤਾ, ਇੰਨਾ ਕੁ ਸਹਿਣ ਕਰ ਲਿਓ, ਇੰਨਾ ਕੁ ਮੈਨੂੰ ਬੋਲਣਾ ਹੀ ਪੈਣਾ, ਠੀਕ ਹੈ ਨਾ? ਠੀਕ ਹੈ ਜੀ। ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ, ਮਾਣ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਧੰਨਵਾਦ ਜੀ ਮਨਪ੍ਰੀਤ ਸਿੰਘ ਜੀ। ਬਿਲਕੁਲ ਇਹ ਠੀਕ ਹੈ ਗੱਲ, ਮੈਂ ਮੰਨਦਾ ਕਿ ਇਹ ਬਹੁਤ ਵੱਡਾ ਪਿੰਡ ਹੈ ਇਹ, ਤੇ ਪਰ ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਜ਼ੁਲਮ ਦੇ ਖਿਲਾਫ ਨਾ ਬੋਲੋ, ਉਹ ਪਾਵਰਫੁਲ ਹੋਣ ਨਾ ਹੋਣ। ਅਸਲ ਕਹਾਣੀ ਇਹ ਹੈ ਵੀ ਹੁਣ ਤਾਂ ਇਹ ਤਾਂ ਠੀਕ ਹੈ, ਅਦਾਲਤ ਨੇ ਛੱਡਤਾ ਤੇ ਉਹ ਬਰੀ ਹੈ, ਉਹਨੂੰ ਅਰੈਸਟ ਨਹੀਂ ਕਰਨਾ, ਪਰ ਗੱਲ ਇਹ ਆ ਵੀ ਉਸ ਸਦਮੇ 'ਚੋਂ ਜਿਉਣਾ, ਜਿਹਦੀ ਉਂਗਲ ਦੇ ਨਾਲ ਸਾਰਾ ਪੰਜਾਬ ਹਿਲਦਾ ਸੀ, ਉਸ ਬੰਦੇ ਨੂੰ ਭੱਜਣਾ ਜਿਹੜਾ ਪੰਜਾਬ ਤੋਂ, ਉਹ ਸੌਖਾ ਨਹੀਂ ਹੈ। ਤੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਆਉਂਦੀ ਹੋਈ ਯਾਰ ਅਸੀਂ ਕੀ ਕਰਦੇ ਰਹੇ, ਕੀ ਹੁੰਦਾ ਰਿਹਾ, ਪਰ ਨਹੀਂ ਉਹ ਜਿਹੜੇ ਕਿਸੇ ਵੀ ਸਟੇਟ ਦੀ ਮਸ਼ੀਨਰੀ ਦਾ ਅਗਲੇ ਪੁਰਜਾ ਬਣੇ ਹੁੰਦੇ ਨੇ, ਫਿਰ ਉਹਨਾਂ ਨੂੰ ਇਹ ਚੀਜ਼ਾਂ ਉਹਦੇ ਨਾਲ ਗੱਲ ਕਰਕੇ ਦੇਖ ਲਓ, ਸਹੀ ਕਰਦੇ ਨੇ। ਉਹ ਕਹਿੰਦੇ ਨਾ ਅਸੀਂ ਇਹਨੂੰ ਦੱਬਣਾ ਹੀ ਇਸ ਤਰ੍ਹਾਂ, ਅਸੀਂ ਖਾੜਕੂ ਮੂਵਮੈਂਟ ਨੂੰ ਅਸੀਂ ਆਪਣੇ ਵੱਲੋਂ ਜਿਹੜਾ ਕਰਨਾ ਸੀ ਉਹ ਠੀਕ ਕਰਨਾ ਸੀ। ਉਹਨਾਂ ਨੂੰ ਉਹਨਾਂ ਦੇ ਹੱਕ 'ਚ ਬੋਲਣ ਵਾਲੇ ਬਹੁਤ ਨੇ ਜਿਹੜੇ ਕਹਿੰਦੇ ਬਿਲਕੁਲ ਠੀਕ ਕੀਤਾ ਉਹਨਾਂ ਨੇ। ਔਰ ਇਹੀ ਹੈ, ਹਰ ਇੱਕ ਨੂੰ ਆਪਣੀ ਗੱਲ ਕਰਨ ਦੀ ਖੁੱਲ੍ਹ ਹੈ। ਵਪਾਰਕ ਸੰਦੇਸ਼ ਲੈ ਕੇ 4 ਕਾਲਰ ਨੇ ਜੀ, ਉਹਨਾਂ ਨਾਲ ਗੱਲ ਮੈਂ ਕਰਾਂਗਾ। ਹੋਰ ਨਾ ਪਲੀਜ਼ ਫੋਨ ਕਰਿਓ। ਕਰਨ ਸਿੰਘ ਜੀ, ਜਸਵੀਰ ਸਿੰਘ ਜੀ, ਪਰਮਜੋਤਪਾਲ ਸਿੰਘ ਜੀ, ਜਸਵਿੰਦਰ ਸਿੰਘ। ਕਰਨ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਾਰਾ ਕੁਝ ਹੀ ਹੋ ਜਾਣਾ, ਪ੍ਰਮਾਤਮਾ ਅੱਗੇ ਵਕੀਲ ਸਾਹਿਬ ਕਹਿੰਦੇ ਅਰਦਾਸ ਕਰੋ, ਜ਼ੁਲਮ ਦੀ ਸਜ਼ਾ ਵੱਡੇ ਤੋਂ ਵੱਡਿਆਂ ਨੂੰ ਮਿਲੀ ਆ ਤੇ ਮਿਲੂਗੀ ਵੀ, ਮਿਲਦੀ ਰਹੀ ਆ। ਤੇ ਚੱਕਰ ਇਹ ਆ ਵੀ ਜ਼ੁਲਮ ਦੇ ਖਿਲਾਫ ਬੋਲਣਾ ਚਾਹੀਦਾ ਆ। ਬਾਕੀ ਜਿੱਦਾਂ ਅੱਗੇ ਮਰੇ ਆ, ਜੇ ਨਾ ਵੀ ਸਜ਼ਾ ਹੋਈ ਤੇ ਹੋ ਸਕਦਾ ਆਪਣੇ ਸਿਰ 'ਚ ਆਪ ਹੀ ਗੋਲੀ ਮਾਰ ਕੇ, ਜਿੱਦਾਂ ਮਾਵਾਂ ਦੇ ਪੁੱਤ ਸ਼ਹੀਦ ਕੀਤੇ ਆ, ਉੱਦਾਂ ਇਹਨੇ ਆਪ ਵੀ ਮਰ ਜਾਣਾ ਆ। ਸ਼ਹੀਦ ਤਾਂ ਨਹੀਂ ਇਹਨੇ ਹੋਣਾ, ਇਹਨੇ ਆਪ ਮਰਨਾ ਆ, ਆਪੇ ਹੀ ਇਹਨੇ ਮਰਨਾ। ਹੁਣ ਵੀ ਰੋਜ਼ ਮਰਦਾ ਹੀ ਆ, ਦੇਖ ਲਓ। ਜੇ ਐਡਾ ਵੱਡਾ ਅਫਸਰ ਹੋਵੇ ਤੇ ਭੱਜਿਆ ਨੱਠਿਆ ਫਿਰਦਾ ਹੋਵੇ ਤੇ ਉੱਥੇ ਹਿਮਾਚਲ 'ਚ ਬਣ ਨਹੀਂ ਦਿੱਤਾ, ਇਦੂ ਵੱਡਾ ਕੀ ਹੋ ਸਕਦਾ ਬਾਈ ਜੀ? ਤੇ ਸਜ਼ਾ ਤੇ ਵੱਡੇ ਵੱਡਿਆਂ ਨੂੰ ਮਿਲੀ ਦੁਨੀਆ ਦੇ ਵਿੱਚ, ਇਹਨੂੰ ਵੀ ਮਿਲੂਗੀ, ਕੋਈ ਗੱਲ ਨਹੀਂ, ਆਸਵੰਦ ਰਹਿਣਾ ਆ। ਕਦੇ ਵੀ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਵੀ ਸਜ਼ਾ ਮਿਲਣੀ ਨਹੀਂ, ਜ਼ਰੂਰ ਮਿਲੂਗੀ ਬਾਈ ਜੀ। ਧੰਨਵਾਦ ਤੁਹਾਡਾ। ਧੰਨਵਾਦ ਜੀ। ਜਸਵੀਰ ਸਿੰਘ, ਲਾਈਨ ਨੰਬਰ 3। ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ, ਪਹਿਲਾਂ ਤਾਂ ਮੇਰਾ ਤੁਹਾਨੂੰ ਸਲੂਟ ਹੈ ਵੀ ਜਦੋਂ ਤੁਸੀਂ ਆਪਣੇ ਪ੍ਰਦੀਪ ਵਿਰਕ ਨੂੰ ਇੰਟਰਵਿਊ ਕੀਤਾ ਨਾ, ਜਿੱਥੇ ਤੁਸੀਂ ਸੈਣੀ ਬਾਰੇ ਸਵਾਲ ਪੁੱਛਿਆ, ਉੱਥੇ ਤੁਸੀਂ ਉਹਦੇ ਫਾਦਰ ਬਾਰੇ ਵੀ ਸਵਾਲ ਕੀਤਾ, ਬੜਾ ਜ਼ੋਰਦਾਰ ਕੰਮ ਕੀਤਾ। ਨਹੀਂ ਤਾਂ ਮੈਂ ਵੇਖਿਆ ਵੀ ਆਮ ਦੇ ਰੇਡੀਓ ਹੋਸਟ ਹੁੰਦੇ ਨੇ, ਫਰੈਂਡ ਵੀ ਮੈਚ ਖੇਡਦੇ ਨੇ। ਮੇਰਾ ਤੁਹਾਨੂੰ ਇਹਦੇ ਬਾਰੇ ਸਲੂਟ ਹੈ, ਭਾਵੇਂ ਕਿ ਉਹਨਾਂ ਨੇ ਜਵਾਬ ਨਹੀਂ ਦਿੱਤਾ, ਉਹ ਦੇ ਵੀ ਨਹੀਂ ਸਕਦੇ, ਕੋਈ ਫਾਦਰ ਹੀ ਉਹਨਾਂ ਦਾ। ਤੇ ਬਾਕੀ ਮੈਂ ਗੱਲ ਕਰਨੀ ਹੈ ਵੀ ਵੇਖੋ, ਆ ਜਿਹੜਾ ਘਾਣ ਹੋਇਆ ਨਾ ਸਾਡਾ, ਇਹ ਭਾਰਤੀ ਸਟੇਟ ਵੱਲੋਂ ਕੀਤਾ ਗਿਆ ਵੀ ਜਿਹੜੇ ਪੁਰਜੇ ਸਨ, ਸੈਣੀ ਹੋਵੇ, ਵਿਰਕ ਹੋਵੇ, ਆਲਮ ਹੋਵੇ, ਇਹਨਾਂ ਦੇ ਜਿਹੜੇ ਕੇਸ ਦਰਜ ਹੋ ਰਹੇ ਨੇ, ਸਾਰੇ ਇਹਨਾਂ ਦੀ ਆਪਸ ਵਿੱਚ ਜਿਹੜੀ ਲਾਗਤਬਾਜ਼ੀ ਸੀ, ਜਿਹੜੇ ਇਹਨਾਂ ਨੇ ਆਪਣੇ ਪੈਸੇ ਕਮਾਏ ਸੀ ਮੁੰਡੇ ਮਾਰ ਕੇ, ਉਹਨਾਂ ਦੇ ਲੈਣੇ ਦੇਣੇ ਕਰਕੇ ਹੋ ਰਹੇ ਨੇ ਵੀ। ਇਹਨਾਂ ਨੂੰ ਭਾਰਤੀ ਸਟੇਟ ਨੇ ਜਿਵੇਂ ਅੱਜ ਬਚਾ ਲਿਆ, ਸੈਣੀ ਨੂੰ ਪਿੱਛੇ ਵੀ ਬਚਾਉਂਦੀ ਰਹੇ ਤੇ ਅੱਗੇ ਵੀ ਬਚਾਉਂਦੀ ਰਹੇਗੀ। ਸਾਨੂੰ ਇਨਸਾਫ ਉਦੋਂ ਹੀ ਮਿਲਣਾ ਜਦੋਂ ਬਾਬਾ ਜਰਨੈਲ ਸਿੰਘ ਦਾ ਮਿੱਥਿਆ ਹੋਇਆ ਨਿਸ਼ਾਨਾ ਖਾਲਸਾ ਰਾਜ ਅਸੀਂ ਸਥਾਪਿਤ ਕਰ ਲਾਂਗੇ। ਜਦੋਂ ਅਸੀਂ ਕਰ ਲਿਆ, ਅਸੀਂ ਇਹਨਾਂ ਸਾਰਿਆਂ ਨੂੰ ਕਾਨੂੰਨ ਦੇ ਥੱਲੇ ਸਜ਼ਾ ਦਵਾਵਾਂਗੇ ਜੀ। ਮਿਹਰਬਾਨੀ। ਧੰਨਵਾਦ ਜੀ। ਪਰਮਜੋਤਪਾਲ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਜਿਹੜੀ ਗੱਲ ਆ, ਅੱਜ ਤੁਸੀਂ ਆਪਣੇ ਵਕੀਲ ਸਾਹਿਬ ਨਾਲ ਗੱਲ ਕਰ ਰਹੇ ਸੀ, ਤਾਂ ਉਹ ਸਵੇਰੇ ਵੀ ਜਿਹੜੀ ਉਹਨੇ ਗੱਲ ਕੀਤੀ ਸੀ, ਉਹਨੇ ਇੱਕ ਗੱਲ ਕਹੀ ਸੀਗੀ ਵੀ ਅਸੀਂ ਚਾਹੁੰਦੇ ਸੀ ਵੀ ਜਿਹੜਾ ਇਹਨਾਂ ਨੂੰ ਨਾ ਬੇਲ ਮਿਲੇ, ਕਿਉਂ ਹੁਣ ਆਪਣੇ ਪ੍ਰਭਾਵ ਨਾਲ ਉਹ ਜਿਹੜੇ ਵਿਟਨੈਸ ਹੈਗੇ ਆ ਉਹਨਾਂ ਤੇ ਦਬਾਅ ਪਾਉਗੇ, ਬਾਹਰ ਬੈਠ ਕੇ ਉਹ ਜਿਹੜਾ ਆ ਉਹਦਾ ਰਿਜ਼ਲਟ ਉਹ ਨਹੀਂ ਨਿਕਲਣਾ। ਤੇ ਜਿਹੜਾ ਬਾਕੀ ਜਸਟਿਸ ਡਿਲੇਡ ਜਸਟਿਸ ਡਿਨਾਈ ਵਾਲੀ ਗੱਲ ਤਾਂ ਆਪਾਂ ਨੂੰ ਪਤਾ, ਪਰ ਦਾਦਿਆਂ ਦੀ ਵੰਡੀ ਮੁਲਤਾਨੀ ਪਰਿਵਾਰ ਦੀ ਉਹ ਸੰਤਾਪ ਚੋਂ ਲੰਘਦੇ ਹੋਏ ਵੀ
ਉਹਨਾਂ ਨੂੰ ਪਤਾ ਆ ਵੀ ਹੁਣ ਵੀ ਇਹ ਜ਼ਾਲਮ ਜਿਹੜੇ ਆ ਕੁਝ ਵੀ ਕਰ ਸਕਦੇ ਆ, ਪਰ ਫਿਰ ਵੀ ਉਹ ਆਪਣਾ ਜਿਹੜਾ ਆ ਉੱਥੇ ਦਾ ਜਿਹੜਾ ਮੌਜੂਦਾ ਸਿਸਟਮ ਹੈਗਾ ਆ ਉਹਦੇ ਸਾਹਮਣੇ ਹਿੱਕ ਤਾਣ ਕੇ ਆਪਣੇ ਵੱਲੋਂ ਖੜੇ ਆ, ਆਪਣਾ ਵਜੂਦ ਨਹੀਂ ਹੋ ਛੱਡਿਆ। ਉਹ ਕਹਿੰਦੇ ਆ ਨਾ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ। ਸੋ ਉਹਨੀ ਕਿਤੇ ਨਾ ਕਿਤੇ ਆਪਣੀ ਹੋਂਦ ਨਹੀਂ ਛੱਡੀ ਤੇ ਉਹਨਾਂ ਦੀ ਦਾਤ ਦੇਣੀ ਬਣਦੀ ਆ। ਪਰ ਦੂਸਰੇ ਪਾਸੇ ਅਸੀਂ ਜਿਹੜਾ ਆ ਹੁਣ ਜੇ ਵਾਕਿਆ ਹੀ ਅਸੀਂ ਚਾਹੁੰਦੇ ਆ ਵੀ ਇੱਕ ਮੁਲਤਾਨੀ ਤੇ ਜਿਹੜਾ ਹੋਇਆ ਹੈਗਾ ਆ ਸਾਡੇ ਕਿੰਨੇ ਸਿੰਘ ਸ਼ਹੀਦ ਹੋਏ ਆ, ਪਰ ਜੇ ਅਸੀਂ ਗਾਂਹ ਤੋਂ ਰੋਕਣਾ ਚਾਹੁੰਦੇ ਆ ਉਸ ਪੰਜਾਬ ਦੇ ਵਿੱਚ ਇਹੋ ਜਿਹੇ ਕਤਲੋਗਾਰ ਤੋਂ ਘਾਣ, ਤੇ ਫਿਰ ਸਾਨੂੰ ਉਹਦੇ ਮੂਲ ਤੇ ਜਾਣਾ ਚਾਹੀਦਾ ਆ। ਅਸਲ ਵਿੱਚ ਜਿਹੜਾ ਆ ਇਹ ਤਾਂ ਇੱਕ ਉਹ ਜਿਹੜੀ ਮਸ਼ੀਨਰੀ ਹੈਗੀ ਆ, ਮਸ਼ੀਨਰੀ ਦਾ ਇੱਕ ਪੁਰਜਾ ਆ। ਜਿਹੜੇ ਪੁਲਿਸ ਵਾਲੇ ਆ ਜਾਂ ਸਾਡੇ ਮੁੱਖ ਮੰਤਰੀ ਵੀ ਹੈਗੇ ਆ, ਉਹ ਭਾਵੇਂ ਦੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਭਾਵੇਂ ਸੁਰਜੀਤ ਸਿੰਘ ਬਰਨਾਲਾ ਹੋਵੇ ਜਾਂ ਬਿਆਨ ਸਿੰਘ ਹੋਵੇ ਜਾਂ ਕੋਈ ਹੋਵੇ, ਕੈਪਟਨ ਸਾਹਿਬ ਹੁਣ ਉਹਨੇ ਕਰਨਾ ਉਹੀ ਆ ਜੋ ਹਿੰਦੁਸਤਾਨ ਦੀ ਸਰਕਾਰ ਚਾਹੁੰਦੀ ਆ। ਆਪਾਂ ਪਿਛੋਕੜ ਵਿੱਚ ਦੇਖਿਆ ਵੀ ਆ, ਜਦੋਂ ਮਾੜਾ ਮੋਟਾ ਵੀ ਉਹਨਾਂ ਦੇ ਹਿੰਦੁਸਤਾਨ ਦੀ ਸਰਕਾਰ ਤੋਂ ਇੱਧਰ ਉੱਧਰ ਦੀ ਕਿਤੇ ਦੂਜਾ ਸਰਕਾਰ ਜਿਹੜੀ ਪੰਜਾਬ ਦੀ ਆ ਉਹ ਤੋਂ ਹੋ ਗਿਆ, ਤੇ ਨਾਲ ਹੀ ਉਹਨਾਂ ਦੇ ਕੋਲ ਦੂਜਾ ਹੈਗਾ ਆ ਸਿਸਟਮ, ਉਹ ਉਸੇ ਵੇਲੇ ਉਹ ਜਿਹੜਾ ਸਰਕਾਰ ਨੂੰ ਕਲੈਪਸ ਕਰ ਦਿੰਦੇ ਹੈਗੇ, ਰਾਸ਼ਟਰਪਤੀ ਰਾਜ, ਗਵਰਨਰੀ ਰਾਜ ਲਾਗੂ ਕਰ ਦਿੰਦੇ ਆ। ਸੋ ਇਹ ਤਾਂ ਜਾਣੀ ਕਿ ਭੁੱਲ ਜਾਣਾ ਚਾਹੀਦਾ ਵੀ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਪੰਜਾਬ ਵਾਸੀਆਂ ਨੂੰ ਉੱਥੇ ਜਦੋਂ ਇਹ ਕਹਿੰਦੇ ਆ ਨਾ ਵੀ ਇਹ ਸਿਰਫ ਸਿੱਖ ਧਰਮ ਦਾ ਹੈ, ਇਹ ਗਲਤ ਗੱਲ ਆ। ਜਿੰਨੀ ਦੇਰ ਪਿੰਡ ਦੇ ਮੇਰਾ ਗੁਆਂਢੀ ਆ ਜੇ ਉਹ ਨਹੀਂ ਸੁਖੀ, ਜੇ ਪਿੰਡ ਦੇ ਵਿੱਚ ਰਹਿੰਦੇ ਬਸ਼ਿੰਦੇ ਨਹੀਂ ਸੁਖੀ, ਜਿੰਨੀ ਦੇਰ ਸ਼ਹਿਰ ਦੇ ਕਿਸੇ ਕਸਬੇ ਦੇ ਵਿੱਚ ਰਹਿੰਦੇ ਸਾਰੇ ਪਿੰਡ ਨਹੀਂ ਸੁਖੀ, ਉਨੀ ਦੇਰ ਉਹ ਇਲਾਕਾ ਕਦੀ ਵੀ ਸੁਖੀ ਨਹੀਂ ਹੋ ਸਕਦਾ, ਭਾਵੇਂ ਦੀ ਉਹ ਕਿਸੇ ਤਰ੍ਹਾਂ ਦਾ ਵੀ ਦੁੱਖ ਹੋਵੇ। ਤੇ ਜੇ ਅਸੀਂ ਤੇ ਆਪਣੇ ਭਰਾਵਾਂ ਦਾ ਦੁੱਖ ਨਹੀਂ, ਅੱਜ ਉੱਥੇ ਪੰਜਾਬ ਦੇ ਜਿਹੜੇ ਸਿੱਖਾਂ ਦਾ ਦੁੱਖ ਨਹੀਂ ਸਮਝਦੇ, ਉੱਥੇ ਪੰਜਾਬੀ ਤਾਂ ਰਹਿ ਉਹ ਵੀ ਉਸੇ ਦੁੱਖ 'ਚ ਰਿਹਾ, ਉੱਜੜ ਉਹ ਵੀ ਉਸੇ ਪੰਜਾਬ 'ਚ ਰਿਹਾ, ਉਹੋ ਹੀ ਪੰਜਾਬ ਉੱਜੜ ਰਿਹਾ। ਜੇ ਉਹਨੂੰ ਵਾਕਿਆ ਹੀ ਚਾਹੁੰਦੇ ਆ ਤੇ ਹਿੰਦੁਸਤਾਨ ਦਾ ਗਲਬਾ ਲਾ ਕੇ ਤੇ ਖਾਲਿਸਤਾਨ ਵਾਲੀ ਗੱਲ ਕਰਨੀ ਪੈਣੀ ਆ। ਉਦੋਂ ਸਵਾਏ ਸਾਡਾ ਕੋਈ ਬਚਾਅ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਆਖਰੀ ਕਾਲਰ ਸਾਹਿਬ ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਸੈਣੀ ਬਾਰੇ ਦੱਸਣਾ ਚਾਹੁੰਦਾ। ਇਹਦਾ ਵਾਕਾ ਇੱਕ ਬੀਬੀ ਬਿਮਲ ਖਾਲਸਾ ਦਾ ਬੋਡੀਗਾਰਡ ਸੀਗਾ ਮੁੰਡਾ ਗਾਂਧੀ, ਇਹਨਾਂ ਨੇ ਖਰੜ ਅੱਡੇ ਤੋਂ ਚੱਕਿਆ ਜੀ ਸ਼ਰੇਆਮ ਉਹਨੂੰ, ਸਾਡੇ ਪਿੰਡ ਦਾ ਫਿਰ ਬਣਾਇਆ ਇਹਨੇ ਮੁਕਾਬਲਾ। SSP ਸੀ ਉਦੋਂ ਚੰਡੀਗੜ੍ਹ, ਮੇਰਾ ਚੰਡੀਗੜ੍ਹ ਦੇ ਨਾਲੇ ਪਿੰਡ ਹੈ ਜੀ ਲਾਹੌਰਾ, ਤਾਂ ਉੱਥੇ ਸਾਡੇ ਮੁਕਾਬਲਾ ਕੋਈ ਹੋਇਆ ਨਹੀਂ। ਬਹੁਤ ਸਾਊ ਪਿੰਡ ਹੈ ਸਾਡਾ, ਮੇਰੇ ਡੈਡੀ ਉੱਥੇ ਸਰਪੰਚ ਰਹੇ ਨੇ 25 ਸਾਲ। ਤਾਂ ਅਸੀਂ ਫਿਰ ਗਏ ਇਕੱਠੇ ਹੋ ਕੇ ਉੱਥੇ, ਬਿਮਲ ਖਾਲਸਾ ਦੀ ਬੀਬੀ ਆ ਗਈ ਸਾਡੇ ਨਾਲ, ਇਹਨੇ ਬੇਇੱਜ਼ਤੀ ਕਰਕੇ ਉੱਥੋਂ ਉਹਦੇ ਕੱਢਿਆ, ਗਾਲਾਂ ਕੱਢੀਆਂ ਉਹਨੂੰ ਬੀਬੀ ਨੂੰ ਸਾਡੇ ਸਾਹਮਣੇ। ਅਸੀਂ ਮੈਂ ਨਾਲ ਸੀਗਾ, ਕਹਿੰਦਾ ਮੈਂ ਮਾਰਿਆ, ਤੁਸੀਂ ਕਰ ਲਓ ਜੋ ਕੁਛ ਕਰਨਾ। ਤੇ ਮੈਂ ਖੁਦ ਆਪਣੇ ਅੱਖੀਂ ਦਿੱਤਾ, ਤਾਂ ਸਾਡੇ ਪਿੰਡ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ। ਇਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ ਜੀ, ਇਹਦੇ ਕਨੈਕਸ਼ਨ ਬਥੇਰੇ ਨੇ, ਇਹਦਾ ਕੁਛ ਨਹੀਂ ਹੋਣਾ। ਇਹਨੂੰ ਤਾਂ ਪਰਮਾਤਮਾ ਹੀ ਵਾਹਿਗੁਰੂ ਸਜ਼ਾ ਦਊ ਤਾਂ ਠੀਕ ਹੈ ਜੀ। ਥੈਂਕ ਯੂ। ਠੀਕ ਹੈ। ਦੇਖੋ, ਆਮ ਸਾਡੀ ਇੱਕ ਸੋਚਣੀ ਹੈ। ਅਖੀਰ 'ਚ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ। ਜਿਸ ਦਿਨ FIR ਹੋਈ ਸੀ 5 ਦਿਨ ਪਹਿਲਾਂ, ਅਸੀਂ ਇੱਕ ਲੱਤ ਤੇ ਨੱਚਦੇ ਸੀ ਸਾਰੀ ਦੁਨੀਆ ਦੇ ਵਿੱਚ। ਪ੍ਰਦੇਸੀ ਜਿਹੜੇ ਨੇ ਉਹ ਠੋਕਤਾ ਹੋਏ, ਚੱਕਤਾ ਹੋਏ, ਆਹ ਕਰਤਾ ਹੋਏ। ਉਹ ਹੁਣ ਉਹਨੂੰ ਇੱਕ ਬੇਲ ਮਿਲੀ ਹੈ, ਉਹਨੂੰ ਜ਼ਮਾਨਤ ਹੋ ਗਈ ਵੀ ਉਹਨੂੰ ਫੜ ਨਾ ਸਕਣ। ਤੇ ਹੁਣ ਸਾਡੇ ਮਨ 'ਚ ਇਹ ਹੋ ਗਿਆ ਵੀ ਨਹੀਂ, ਸੈਣੀ ਦਾ ਕੋਈ ਨਹੀਂ ਕੁਝ ਵਿਗਾੜ ਸਕਦਾ। ਓਬਵੀਅਸਲੀ ਆਪਾਂ ਇਹਨੂੰ ਸਮਝ ਲਓ ਕੁਛ ਵੀ ਉਹ ਵੀ ਇੱਕ 1980 ਦੇ ਬੈਚ ਦਾ IPS ਅਫੀਸਰ, ਜਿਵੇਂ ਬਹੁਤ ਹੋਰ ਹੋਏ ਹੋਣਗੇ, ਪਰ ਉਹਨੇ ਕੰਮ ਹੱਥ 'ਚ ਖਾਸ ਲਿਆ ਜਿਹਦੇ ਨਾਲ ਉਹਨੇ ਤਰੱਕੀ ਕੀਤੀ। ਉਹਨੇ ਪਹਿਲਾ ਫੇਕ ਐਨਕਾਊਂਟਰ ਆਪਣੇ ਟੱਬਰ ਦਾ ਬਣਾਇਆ, ਮਾਸੀ ਦੇ ਟੱਬਰ ਦੇ ਵਿੱਚ ਪਰਿਵਾਰ ਦੇ ਜੀਆਂ ਦਾ ਜਿਹੜਾ ਰੌਲਾ ਪੈਸੇ ਧੇਲੇ ਦਾ ਸੀ। ਜਦੋਂ SSP ਬਣ ਗਿਆ, ਬੜੀਆਂ ਗੱਲਾਂ ਜਦ ਚੱਲੀਆਂ, ਇਹ ਬੰਦਾ ਗਰੀਬ ਆ, ਇਹ SSP ਤਾਂ ਬਣਿਆ, ਇਹਦੀ ਭੈਣ ਛੱਡਤੀ ਸੀ, ਇਹ ਭੈਣ ਦਿਆਂ ਤੋਂ ਬਦਲਾ ਲੈਣ ਲਈ ਇੱਥੇ ਆ ਰਹੇ। ਇਹ ਜਿਹੀਆਂ ਕੁਛ ਸਭ ਗੱਲਾਂ ਜਿਹੜੀਆਂ ਚੱਲਦੀਆਂ ਨੇ, ਕੁਛ ਬੰਦੇ ਨੇ ਜਿਹੜੇ ਉਹ ਆਪਣਾ ਸੁਨੇਹਾ ਦੇ ਦਿੰਦੇ ਆ ਮੈਂ ਇਸ ਤਰ੍ਹਾਂ ਕੰਮ ਕਰਨਾ। ਉੱਧਰੋਂ ਇਹ ਪੁਲਿਸ 'ਚ ਹੁੰਦੇ ਨੇ, ਉੱਧਰੋਂ ਸੰਘਰਸ਼ ਦਾ ਉਸ ਸਮੇਂ 1984 ਤੋਂ ਬਾਅਦ 1994-95 ਤੱਕ ਇਹਨੂੰ ਧਰਮ ਵਾਲੇ ਪਾਸੇ ਨਾਲ ਨੌਨ ਸਿੱਖ ਬੰਦੇ IPS ਬਹੁਤ ਬਣਾਏ।
ਉਹ ਬਣਾ ਕੇ ਫਿਰ ਲਾਏ ਵੀ ਪੰਜਾਬ 'ਚ, ਸਿੱਧਾ ਪੰਜਾਬ ਖੇਡ ਉਹਨਾਂ ਨੂੰ ਬਈ ਉਹਨਾਂ ਨੂੰ ਇਹ ਸੀ ਵੀ ਇਹਨਾਂ ਨੂੰ ਧਰਮ ਦੇ ਨਾਂ ਤੇ, ਕਿਉਂਕਿ ਧਰਮ ਬੰਦਾ ਨਹੀਂ ਕਦੇ ਛੱਡਦਾ, ਉਹ ਵਰਦੀ ਦੇ ਥੱਲੇ ਇੱਕ ਬੰਦਾ ਧਰਮ ਹੈ ਵੀ ਜਦ ਇਸ ਖਿੱਤੇ ਦੇ ਵਿੱਚ ਕੋਈ ਨੌਨ ਸਿੱਖ ਜਾਂ ਹਿੰਦੂ ਪਰਿਵਾਰਾਂ ਤੇ ਕਤਲ ਹੋਣਗੇ, ਹਿੰਦੂ ਪਰਿਵਾਰਾਂ ਤੇ ਅਟੈਕ ਹੋਣਗੇ, ਇਹ ਉੱਥੇ SSP ਹੋਣਗੇ। ਨਹੀਂ ਤਾਂ ਤੁਸੀਂ ਨਾਂ ਤਾਂ ਦੇਖੋ। ਹਾਂ, ਜਿਹੜੇ ਉਹਨਾਂ ਨੇ ਲਾਏ, ਜਿਵੇਂ ਇਹਦੇ 'ਚ ਪਰਮਜੀਤ ਪੰਨੂ ਹੈ, ਉਮਰਾ ਨੰਗਲ ਹੈ, ਉਮਰਾ ਨੰਗਲ ਉਹਨੀ 1990 ਦੇ DSP ਨੇ, ਪਿਤਾ ਦਾ ਕਤਲ ਹੋ ਗਿਆ, ਪਿਤਾ ਦੇ ਕਤਲ ਤੋਂ ਬਾਅਦ ਡਾਇਰੈਕਟ DSP ਲਾਤਾ। ਮਤਲਬ ਤੁਸੀਂ ਦੇਖੋ ਤਾਂ ਸਹੀ, ਤੁਸੀਂ ਹੁਣ ADGP ਜਾਂ IG ਤੱਕ ਦੇ ਜਿਹੜੇ ਲੈਵਲ ਨੇ, PPS ਤੋਂ IPS ਤੇ ਮਤਲਬ ਚੱਕ ਸੋ ਚੱਲ ਪਰ ਕਿਤੇ ਤੁਸੀਂ ਸੋਚਿਆ ਸੀ ਵੀ ਗੁਰਨਾਮ ਬੰਡਾਲੇ ਵਾਲਾ ਕੇਸ ਨਿਕਲਿਆ? ਤੇ ਕਦੇ ਸੈਣੀ DGP ਰਿਟਾਇਰ ਹੋਣ ਤੋਂ ਬਾਅਦ 18 ਤੋਂ ਬਾਅਦ ਕਦੇ ਸੋਚਿਆ ਸੀ ਜਿਹੜਾ ਹੁਣ ਪੰਜਾਬ ਆਪਣਾ ਉਹਦਾ ਪਰਿਵਾਰ ਮਾਰਿਆ ਲੁਧਿਆਣੇ ਸੈਣੀ ਮੋਟਰ ਵਾਲੇ, ਉਹਦਾ ਕੇਸ ਚੱਲੀ ਜਾਂਦਾ, ਦਿੱਲੀ ਜਾਂਦੇ ਲੋਕ ਥੱਕ ਜਾਂਦੇ ਨੇ। ਜੇ ਤੁਸੀਂ ਕਹੋ ਵੀ ਪੀੜ ਤੋਂ ਧਿਰ ਜਾਂਦੀ ਆ, ਜਾਣਾ ਪੈਂਦਾ ਦੂਜੀ ਧਿਰ ਨੂੰ ਵੀ ਹੈ, ਕਿਤੇ ਸੌਖਾ ਨਹੀਂ ਹੈ ਵੀ ਇੱਕ ਬੰਦੇ ਤੁਸੀਂ DGP, ਇੱਕ ਬੰਦੇ ਤੁਸੀਂ ਕਟਹਿਰੇ 'ਚ ਜਾਣਾ ਪੈਣਾ ਤੁਹਾਨੂੰ, ਇਹ ਸਿੰਪਲ ਨਹੀਂ ਹੈ। ਉਹਦੇ ਬਾਅਦ ਇੱਕ ਤਾਂ ਦਿਖ ਗਈ ਬਾਹਰਲੀ ਜ਼ਿੰਦਗੀ ਵੀ 30 ਗੱਡੀਆਂ ਦਾ 40 ਦਾ ਕਾਫਲਾ ਜਾਂਦਾ, ਇੱਕ ਬੰਦੇ ਦੀ ਆਪਣੀ ਜ਼ਿੰਦਗੀ ਹੈ ਜਦ 72 ਘੰਟੇ ਨੀਂਦ ਨਹੀਂ ਆਉਂਦੀ, 3 ਰਾਤਾਂ 3 ਦਿਨ ਬੰਦੇ ਤੁਰੇ ਫਿਰਦੇ ਆ। ਅਟੈਚੀ ਕੇਸ ਦੇ ਵਿੱਚ ਦਵਾਈਆਂ ਦੀਆਂ ਗੋਲੀਆਂ ਪਾਈਆਂ ਹੋਈਆਂ, 100 ਗੋਲੀਆਂ ਜਿਹੜੀ ਦਿਹਾੜੀ ਦੇ ਲੋਕ ਖਾਂਦੇ ਨੇ, ਸ਼ਰਾਬ, ਸਿਗਰਟਾਂ, 24 ਘੰਟੇ ਸਿਗਰਟਸ, ਉਹ ਜਿਹੜਾ ਅੰਦਰ ਕੋਹਦਾ ਤੁਹਾਨੂੰ, ਇਹ ਤਾਂ ਬੰਦੇ ਮਾਰੇ ਹੋਏ ਨੇ। ਤੁਸੀਂ ਇੱਕ ਪਬਲਿਕ ਪਲੇਸ ਤੇ ਕੁਛ ਝੂਠ ਬੋਲ ਦਵੋ ਜਾਂ ਕਿਸੇ ਨਾਲ ਧੱਕਾ ਕਰ ਲਵੋ, ਤੁਹਾਡੀ ਆਤਮਾ ਤੁਹਾਨੂੰ ਖਾ ਜਾਂਦੀ ਹੈ। ਇੱਕ ਮਾੜੀ ਜਿਹੀ ਗੱਲ, ਆਪਾਂ ਕੀ ਹੈ, ਮੰਨ ਲਓ ਰੇਡੀਓ ਤੇ ਕੋਈ ਗੱਲ ਝੂਠ ਬੋਲਦੀ ਹੈ, ਅਸੀਂ ਕੋਈ ਕਾਲਰ ਝੂਠ ਬੋਲ ਦੇਵੇ, ਉਹਨੂੰ ਤਾਂ ਪਤਾ ਹੈ ਨਾ, ਜਾਂ ਮੈਨੂੰ ਤਾਂ ਪਤਾ ਹੈ ਨਾ ਵੀ ਮੈਂ ਝੂਠ ਬੋਲਿਆ, ਤੁਹਾਨੂੰ ਟਿਕਣ ਨਹੀਂ ਦਿੰਦੀ ਜਿਹੜੇ ਜ਼ਮੀਰ ਵਾਲੇ ਬੰਦੇ ਨੇ। ਤਾਂ ਇਹਨਾਂ ਤੇ ਕੇਸ, ਔਰ ਦੇਖੋ ਗੱਲ ਇਹ ਆ ਵੀ ਖੜਾ ਕੌਣ ਹੈ ਮੂਹਰੇ? ਖੜਾ ਉਹ ਜਿਹਦੇ ਘਰ 'ਚ ਵਰਦੀ ਹੈ। ਤਾਂ ਹੀ ਮੈਂ ਉਹਨੂੰ ਸਵਾਲ ਪੁੱਛਿਆ ਵੀ ਪਿਤਾ ਜੀ ਤੁਹਾਡੇ ਵੀ DGP ਰਹੇ ਨੇ, ਤੇ ਤੁਹਾਡੇ ਪਿਤਾ ਜੀ ਦੇ ਹੁੰਦਿਆਂ ਹੋਇਆ ਕੀ ਉਹਨਾਂ ਦੇ ਥੱਲੇ ਕੁਛ ਨਹੀਂ ਹੋਇਆ ਹੋਊ? ਪਰ ਜਿਹੜਾ ਇੱਕ ਜ਼ੁਲਮ ਕਰਨਾ, ਇੱਕ ਤਾਂ ਤਾਕਤ ਦੀ ਵਰਤੋਂ ਕਰਨੀ, ਇੱਕ ਬਿਲਕੁਲ ਜ਼ੁਲਮ ਕਰਨਾ, ਲੋਕ ਮਾਰਨੇ, ਹੁਣ ਉਹਨਾਂ ਨੂੰ ਜਸਟੀਫਾਈ ਕੌਣ? ਇਹ ਤਾਂ ਮੋਹਰੇ ਸੀ, ਇਹਨਾਂ ਨੂੰ ਖੁੱਲੀਆਂ ਬਾਗਾਂ ਕਿਹਨੇ ਛੱਡੀਆਂ ਸੀ? ਜਿਵੇਂ ਹੁਣ ਸੁਹਾਣੇ ਵਾਲੇ ਉਹ ਦੱਸ ਕੇ ਗਏ ਨੇ, ਵਿੱਚ ਸ਼ਹਿਰ ਦੇ ਆ ਗਈ, ਮੋਹਾਲੀ ਦੇ ਵਿੱਚ ਸਾਰੀ ਜ਼ਮੀਨ ਉਹਨਾਂ ਨੇ, ਉਹ ਕਹਿੰਦੇ 10 ਏਕੜ ਵੇਚੇ ਨੇ 7-8 ਕਰੋੜ ਦੇ, 1 ਏਕੜ 70-80 ਕਰੋੜ ਤੇ ਤਨਖਾਹ SSP ਦੀ ਹੈਗੀ ਆ 3 ਲੱਖ ਰੁਪਈਆ। ਕਿੱਥੋਂ ਪੈਸੇ ਬਣ ਗਏ? ਹੁਣ ਤੁਸੀਂ ਉਹਦੀ ਗੱਲ ਕਰਦੀ ਸੁਣਦੇ ਹੁੰਦੇ ਹੋ ਤੁਸੀਂ ਕੈਟ ਨੂੰ, ਪਿੰਕੀ ਨੂੰ, ਤੇ ਇਸ ਤੋਂ 20 ਸਾਲ ਪਹਿਲਾਂ ਕਿਹੜਾ ਉਹ ਮਹਾਨ ਫਿਲਾਸਫਰ ਹੋਊਗਾ? ਗਾਂ 20 ਸਾਲ ਪਹਿਲਾਂ ਕਿਹੜਾ ਆਇਨਸਟਾਈਨ ਸੀ? ਉਹ ਇਹੋ ਜਿਹੇ ਕੁਛ ਢੋਲੀਆਂ ਜਦ ਮਾਰਦਾ ਹੋ, ਕੀਤਾ ਕੀ, ਕਰਾਇਆ ਕੀ ਉਹਦੇ ਤੋਂ? ਉਹਨੂੰ GNE ਤੇ PAU ਦੇਤੇ ਵੀ ਜਾ ਲਾ ਕੇ ਰੇਵਨ ਦੀ ਐਨਕਾਂ ਪੱਗ ਬੰਨੀ ਹੁੰਦੀ ਸੀ, ਹੁਣ ਤਾਂ ਇਹਦੇ ਰੋਡਾ ਇਹ ਜਿਹੜਾ ਦਾੜੀ ਕੇਸ ਵਾਲਾ ਮੁੰਡਾ ਮਿਲਦਾ ਉਹਨੂੰ ਖੜਾ ਕੇ ਉਹਦੀ ਪੱਗ ਲਾਉਣੀ ਤੇ ਉਹਦੇ ਥੱਪੜ ਮਾਰਦਾ, ਤੇ ਉਹਨੂੰ ਪੁੱਛਣਾ ਜਿਹੜੇ ਮੁੰਡੇ ਉੱਥੋਂ ਭੱਜੇ ਹੋਏ ਨੇ ਵੀ ਉਹਨਾਂ ਨੂੰ ਜਾਣਦੇ ਹੋ? ਤੇ ਆਹ ਕੁਛ ਜਿਹੜਾ ਇਹਨਾਂ ਨੂੰ ਛੱਡਣਾ ਕੌਣ ਸੀ? ਇਹਨਾਂ ਦੇ ਹੁੰਦੇ ਹੋਏ CIA ਦੇ ਵਿੱਚ, ਜਿਹੜਾ ਬਿਲਕੁਲ ਪੁਰਾਣੇ ਛੋਟੇ ਸੈਕਟਰੀਏਟ ਦੇ ਵਿੱਚ, ਨਵੇਂ ਸੈਕਟਰੀਏਟ ਦੇ ਵਿੱਚ CIA ਹੈ, ਇਹਦੇ ਕੋਲ ਇਹਨਾਂ ਦੇ ਹੁੰਦੇ ਹੋਏ ਜ਼ਿਆਦਾਤਰ ਦੁੱਗਰੀ ਜਿਹੜੀ ਗਿੱਲਾਂ ਵਾਲੀ ਲੈਂਡ ਰੋਡ ਤੇ ਹਾਊਸਿੰਗ ਕੰਪਲੈਕਸ ਬਣਿਆ ਸੀ, ਉਹਦੇ ਵਿੱਚ ਪੂਰੀ CRP ਸੀ, ਉੱਥੇ ਜ਼ੁਲਮ ਹੁੰਦਾ। ਇੱਕ ਨਹੀਂ ਕਹਾਣੀ ਹੈ। ਕਿਹੜਾ ਪੁਲਿਸ ਅਫੀਸਰ ਜਿਹੜਾ ਉਸ ਸਮੇਂ ਬਚਿਆ ਹੋਊ? ਉਹਨੂੰ ਲਾਇਆ ਹੀ ਨਹੀਂ ਉਹਨਾਂ ਨੇ SSP ਤੇ SP ਆਪਰੇਸ਼ਨ, ਜਿਹੜਾ ਡੈਪੂਟੇਸ਼ਨ ਤੇ ਲਿਆਂਦੇ ਸੀ। ਕਿੰਨੇ ਲਿਆਂਦੇ ਸੀ? ਇਹ ਆਪਣੇ ਵਿਰਕੋ ਨੇ ਵੀ ਡੈਪੂਟੇਸ਼ਨ ਤੇ ਲਿਆਂਦੇ ਸੀ, KP ਗਿੱਲ ਵੀ ਲਿਆਂਦਾ ਸੀ, ਟਵਾਣਾ ਸੀ SP ਆਪਰੇਸ਼ਨ CRP ਤੋਂ ਲਿਆਂਦਾ, ਜਿਹੜਾ ਰੋਪੜ ਲਾਇਆ ਸੀ ਬੱਬਰਾਂ ਦੇ ਖਿਲਾਫ ਤੇ ਜਿਹਦੀ ਜਮਾਲਪੁਰ ਜਿਹਨੂੰ ਬੰਬ ਬਲਾਸਟ ਚੜਾਇਆ ਸੀ ਉਸ ਸਮੇਂ ਖਾੜਕੂਆਂ ਨੇ। ਸੋ ਇੱਕ ਨਹੀਂ ਹੈ, ਤੇ ਇਹਨਾਂ ਨੇ ਵੀ ਕੀਤਾ। ਉਸ ਸਮੇਂ ਸੰਘਰਸ਼ 'ਚ ਕੰਮ ਕਰਦੇ ਜਿਹੜੇ ਬੰਦੇ ਨੇ ਉਹਨਾਂ ਨੇ ਵੀ ਕੀਤਾ। ਜਦ ਪਟਿਆਲੇ ਜਿਹੜਾ ਮਾਂਗੜ ਤੇ ਗਿੱਲ, ਜਿਹੜੇ 2 ਪੁਲਿਸ ਅਫੀਸਰ SSP SP ਰੈਂਕ ਦੇ ਬੰਦੇ ਮਾਰੇ, ਉਹ ਮਤਲਬ ਗੱਲ ਇਹ ਸੀ ਵੀ ਜਦ ਉਹਨਾਂ ਵੱਲੋਂ ਐਕਸ਼ਨ ਹੁੰਦਾ ਖਾੜਕੂਆਂ ਵੱਲੋਂ, ਉਹ ਕਿਹੜਾ ਘੱਟ ਕਰਦੇ ਸੀ, ਉਹ ਵੀ ਸਿਰੇ ਲਾਉਂਦੇ ਸੀ। ਸੋ ਇਹ ਗਵਰਨਮੈਂਟ ਧਿਰ ਸੀ, ਉਹ ਸੰਘਰਸ਼ ਦੇ ਰਾਹ ਤੁਰੇ ਹੋਏ ਆਪਣੇ ਵੱਲੋਂ ਕਹਿੰਦੇ ਵੀ ਸਾਡੇ ਨਾਲ ਜ਼ੁਲਮ ਹੋਇਆ, ਅਸੀਂ ਆਪਣੀ 83 ਤੇ ਬਿਲਕੁਲ ਸਾਡਾ ਹਰਿਮੰਦਰ ਦਰਬਾਰ ਸਾਹਿਬ ਤੇ ਇਹਨਾਂ ਨੇ ਹਮਲਾ ਕੀਤਾ, ਅਸੀਂ ਟਿਕ ਕੇ ਨਹੀਂ ਬਹਿਣਾ। ਸਾਰੇ ਘਰਾਂ ਦੇ ਵਧੀਆ ਪਰਿਵਾਰਾਂ ਦੇ ਮੁੰਡੇ ਸੀ ਉਹ, ਜਿਹੜੇ ਤੁਰੇ ਹੁੰਦੇ ਸੀ। ਕਈ ਵਾਰ ਕਲਰ ਲੱਗਣ ਲੱਗਦੇ ਵੀ ਫਲਾਣੇ ਨੇ 20,000 50,000
50 ਹਜ਼ਾਰ ਸਾਨੂੰ ਲੱਗਦਾ ਹੁੰਦਾ। ਇਹ ਗੱਲਾਂ ਕਹਿਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕਿਹਦੇ ਬਾਰੇ ਕੀ ਗੱਲ ਕਰ ਰਹੇ। ਮਤਲਬ ਇਹ ਹੁਣ ਬਰਾਬਰ ਦੀ ਧਿਰ ਹੈ, ਦੋਨੇ ਧਿਰਾਂ ਚੱਲ ਰਹੀਆਂ ਨੇ। ਕਈ ਵਾਰ ਨਿਰਾਸ਼ ਹੋਣ ਦੀ ਲੋੜ ਨਹੀਂ। ਜਿਹੜੇ ਇਸ ਸੰਘਰਸ਼ ਦੇ ਖਿਲਾਫ ਸੀ ਉਹ ਖਾੜਕੂਆਂ ਨੂੰ ਇਸ ਤਰ੍ਹਾਂ ਸੋਚਦੇ ਨੇ ਜਿਵੇਂ ਆਮ ਲੋਕ ਹੁਣ ਅੱਜ ਸੈਣੀ ਨੂੰ ਸੋਚਦੇ ਨੇ। ਪਰ ਸੱਚ ਕੀ ਹੈ ਇਹ ਲੋਕਾਂ ਨੂੰ ਵੀ ਪਤਾ, ਸੱਚ ਹੈ ਕੀ, ਸੱਚ ਸਾਹਮਣੇ ਆਉਣਾ। ਜਿਹੜੀ ਗੱਲ ਵਿਰਕ ਨੇ, ਮੁੰਡੇ ਨੇ, ਪ੍ਰਦੀਪ ਨੇ ਕਹੀ ਵੀ ਮੈਂ ਰੱਬ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ, ਕੋਈ ਨਹੀਂ IPS ਛੱਡਦਾ, ਵਰਦੀ ਨਹੀਂ ਛੱਡਦਾ। ਉਹਨੇ ਜਦ ਦੇਖ ਲਿਆ ਵੀ ਮੇਰਾ ਪਿਓ ਫੜ ਲਿਆ, ਬਈ DGP ਲੈਵਲ ਦੇ ਬੰਦੇ ਫੜ ਲਏ ਤੇ ਮੇਰੇ ਕੋਲ ਕੀ ਹੈ, ਉਹਨੇ ਛੱਡ ਕੇ ਪੁਲਿਸ ਦੀ ਨੌਕਰੀ, ਉਹ ਵਕੀਲ ਉਹਨੇ ਪਹਿਲਾਂ ਕੀਤਾ ਸੀ, ਉਹ ਕੇਸ ਲੜਨ ਲੱਗ ਗਿਆ। ਇਹਨਾਂ ਨੂੰ ਕਮੀ ਤਾਂ ਹੈ ਨਹੀਂ ਕੋਈ ਘਰੇ ਤਾਕਤਾਂ। ਜਦ ਤੁਸੀਂ DGP ਰਿਟਾਇਰ ਹੁੰਦੇ ਹੋ, ਤੁਸੀਂ ਪੁਲਿਸ ਦਾ ਤਾਂ IPS ਦਾ ਤਾਂ ਇੰਨਾ ਜ਼ਿਆਦਾ ਸੈਂਟਰਲ ਨੈਟਵਰਕ ਆ ਸਾਰੇ ਭਾਰਤ ਦੇ ਵਿੱਚ, IPS ਦਾ ਪਿਆਰ ਕਰਦਾ। ਇਹ ਨਹੀਂ ਗੱਲ ਹੋ ਸਕਦੀ ਕਿ ਇਹਨਾਂ ਦੇ ਆਪਸ ਵਿੱਚ, ਪਰ ਵਿਰਕ ਤੇ ਜਦ ਸੈਣੀ ਦੀ ਆਪਸ ਵਿੱਚ ਖੜਕੀ ਹੈ, ਇਹ ਬਹੁਤ ਵੱਡੀ ਗੱਲ ਸੀ ਔਰ ਬਿਨਾਂ ਪੋਲੀਟੀਕਲ ਪਾਵਰ ਤੋਂ ਖੜਕੀ ਨਹੀਂ। ਸੈਣੀ ਦੀ ਦੂਜੇ ਅਫਸਰਾਂ ਨਾਲੋਂ ਫਰਕ ਇਹ ਹੈ ਕਿ ਉਹਨੇ ਕਿਸੇ ਵੀ ਸਰਕਾਰ ਦੇ, ਅਕਾਲੀਆਂ ਤੇ ਕਾਂਗਰਸ ਦੋਨਾਂ ਦੇ CM ਦੇ ਨਾਲ ਉਹਦੀ ਨੇੜਤਾ ਰਹੀ ਤੇ ਦੋਨਾਂ ਨੂੰ ਉਸਨੇ ਆਪਣੇ ਤਰੀਕੇ ਨਾਲ ਵਰਤਿਆ। ਦੋਨਾਂ ਨੂੰ ਇਲੈਕਸ਼ਨਾਂ ਵੀ ਉਹਨੇ ਜਿਤਾਈਆਂ ਆਪਣੇ ਤਰੀਕੇ ਨਾਲ। ਜਿਹੜਾ ਕੋਈ ਭਰਤਿੰਦਰ ਚਾਹਲ ਨਾਲ ਸੈਣੀ ਨੇ ਕੀਤਾ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਹੀਂ। ਜਿਹੜਾ ਕੁਝ ਉਹਦੀਆਂ ਵੀਡੀਓ ਬਣਾਈਆਂ ਜਦ ਕੁੱਟਿਆ ਕਰਕੇ ਨੰਗਾ, ਉਹਦਾ ਬੁਰੇ ਹਾਲ। ਸੋ ਇਹ ਜਿਹੜੀ ਇਸ਼ੂ ਨੇ ਜਿਹੜੇ ਇਹ ਆਮ ਨਹੀਂ ਹੈ। ਪਰ ਇਹੋ ਜਿਹੇ ਅਫਸਰ ਦੇ ਸਾਹਮਣੇ ਉਹਨੂੰ ਅਦਾਲਤਾਂ ਦੇ ਵਿੱਚ ਕੇਸ ਚੱਲਣੇ ਤੇ ਉਹਨੂੰ ਭੱਜਣਾ ਰਾਤਾਂ ਦਿਨ, ਇਹ ਹੀ ਬਹੁਤ ਹੈ। ਬਾਕੀ ਅਸਲ ਜਿਹੜਾ ਇਨਸਾਫ ਆ ਉਹ ਸਰਵਸ਼ਕਤੀਮਾਨ ਰੱਬ ਦਿੰਦਾ। ਜਿਹਦੇ ਨਾਲ ਜਿਹਨੇ ਕੀਤਾ ਹੁੰਦਾ ਉਹ ਕਿਹੜੇ ਹਾਲਾਤਾਂ 'ਚ ਗੁਜ਼ਰ ਰਿਹਾ ਉਹ ਬਾਹਰ ਨਹੀਂ ਦੱਸਦਾ ਹੁੰਦਾ ਆ ਕੇ ਕਦੇ। ਉਹਨੂੰ ਪਤਾ ਉਹ ਕਿਸ ਤਰ੍ਹਾਂ ਗੁਜ਼ਰ ਰਿਹਾ। ਸਰਕਾਰ ਸੀ, ਸਰਕਾਰ ਦਾ ਮਾਲਕ ਤਾਂ ਸੈਣੀ ਹੈ ਨਹੀਂ ਸੀ, ਨਾ ਹੀ ਉਹ ਪੰਜਾਬ ਦਾ ਮਾਲਕ ਸੀ। ਉਹਦੀ ਕਿਹੜਾ ਆਪਣੀ ਰਿਆਸਤ ਸੀ। ਪਰ ਸਰਕਾਰ ਦੇ ਕਹਿਣ ਤੇ ਜਿਹੜਾ ਕੁਛ ਉਹ ਕਰਦਾ ਰਿਹਾ, ਹੁਣ ਭੋਗਣੀਆਂ ਤਾਂ ਨਿੱਜੀ ਤੌਰ ਤੇ ਪੈਣੀਆਂ ਨਾ। ਜਿਵੇਂ ਪਿੰਕੀ ਕਹਿੰਦਾ ਵੀ ਸਾਨੂੰ ਵਰਤ ਲਿਆ ਹੁਣ ਛੱਡਤਾ, ਇਸ ਤਰ੍ਹਾਂ ਹੀ ਸੈਣੀ ਉਹਨਾਂ ਦੇ ਉੱਪਰ ਆ ਕੇ ਨੇ, KP ਗਿੱਲ ਦੇ ਉੱਪਰ ਆ ਕੇ ਸੀ। ਇਹ ਕੜੀ ਹੈ। ਪਰ ਮਤਲਬ ਇਹਦੇ ਵਿੱਚ ਇੱਕੋ ਹੀ ਚੀਜ਼ ਸਿੱਧ ਹੁੰਦੀ ਆ ਵੀ ਚੰਗਾ ਜਾਂ ਮਾੜਾ ਜਿਹੜਾ ਕੁਛ ਕਰਨਾ ਜ਼ਿੰਮੇਵਾਰ ਤੁਸੀਂ ਉਹ ਚੀਜ਼ ਦੇ ਖੁਦ। ਕਿਸੇ ਦੇ ਕਹਿਣ ਤੇ ਕੋਈ ਚਾਰ ਚੱਲਣਾ ਖਾਤਰ ਜਾਂ ਕੁਛ ਤਰੱਕੀ ਲਈ ਜਾਂ ਕੋਈ ਫਿਊਚਰ ਦੀ ਪਲੈਨਿੰਗ ਖਾਤਰ ਜਦ ਅਸੀਂ ਆਪਣੇ ਪ੍ਰੋਫੈਸ਼ਨ ਦੇ ਨਾਲ, ਚਾਹੇ ਤੁਸੀਂ ਪੱਤਰਕਾਰ ਹੋ, ਚਾਹੇ ਪੁਲਿਸ ਵਾਲੇ, ਚਾਹੇ ਡਾਕਟਰ ਹੋ, ਚਾਹੇ ਕੁਛ ਹੋ, ਵਕੀਲ ਹੋ, ਜਦ ਤੁਹਾਨੂੰ ਪਤਾ ਕਿ ਮੈਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਅੱਜ ਮੈਂ ਝੂਠ ਪਰੋਸ ਰਿਹਾ, ਮੈਂ ਝੂਠ ਕਰ ਰਿਹਾ, ਮੈਂ ਜ਼ੁਲਮ ਕਰ ਰਿਹਾ ਪੁਲਿਸ ਦੀ ਜਾਂ ਅਲੱਗ-ਅਲੱਗ, ਤਾਂ ਉਹਨੂੰ ਉਹਦੀ ਆਪਣੀ ਆਤਮਾ ਨੂੰ ਪਤਾ ਹੁੰਦੀ ਹੈ। ਜੇ ਹੋਵੇ ਉਹਦੀ ਕਾਠੀ 'ਚ ਵੀ ਮੇਰੇ 'ਚ ਕੁਝ ਜਿਉਂਦਾ, ਉਸ ਨੂੰ ਪਤਾ ਹੁੰਦਾ ਮੈਂ ਗਲਤ ਕਰ ਰਿਹਾ। ਵਪਾਰਕ ਸੰਦੇਸ਼ ਉਸ ਤੋਂ ਬਾਅਦ ਆ ਕੇ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਆਖਰੀ ਘੰਟੇ 'ਚ ਮਨੁੱਖੀ ਰਿਸ਼ਤਿਆਂ ਦੀ ਗੱਲਬਾਤ ਕਰਾਂਗੇ। ਅੱਜ ਦੇ ਦਿਨ ਕੱਲ ਲੰਘ ਗਿਆ ਜਿਹੜਾ 10 ਮਈ 1887 ਨੂੰ ਮਹਾਰਾਜਾ ਦਲੀਪ ਸਿੰਘ ਨੇ ਰੂਸ ਦੇ ਉਸ ਸਮੇਂ ਦੇ ਰਾਜੇ ਅਲੈਗਜ਼ੈਂਡਰ III ਨੂੰ ਲਿਖਿਆ। ਜਦ ਵਲਾਇਤ 'ਚ ਰਹਿੰਦੇ ਆ ਹੋਣ ਦਾ ਅਹਿਸਾਸ ਹੋ ਗਿਆ, ਈਸਾਈ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ, ਤਾਂ ਬ੍ਰਿਟਿਸ਼ ਸਰਕਾਰ 'ਚ ਤੇੜਾਂ ਆ ਗਈਆਂ, ਵਾਪਸ ਜਾਣ ਦੀ ਇੱਛਾ ਪ੍ਰਗਟਾਈ। ਅਖੀਰ ਜਦ ਦਲੀਪ ਸਿੰਘ ਨੇ ਰਾਜ ਭਾਗ ਮੰਗਿਆ, ਅੰਗਰੇਜ਼ਾਂ ਨੇ ਜਵਾਬ ਦੇ ਦਿੱਤਾ। ਤੁਸੀਂ ਹੁਣ ਇਸ ਚੀਜ਼ ਨੂੰ ਤੁਸੀਂ ਸਮਝਿਓ ਕਿ ਸਾਰੀ ਜ਼ਿੰਦਗੀ ਈਸਾਈ ਦੇ ਤੌਰ ਤੇ ਰਿਹਾ ਤੇ ਪੰਜਾਬ ਜਾਣ ਨਹੀਂ ਦਿੱਤਾ ਤੇ ਕਿਤੇ ਨਾ ਕਿਤੇ ਚਿਣਗ ਰਹੀ ਨਾ। ਅਖੀਰ ਇੱਕ ਦਿਨ ਉਹ ਕੜ ਟੁੱਟ ਗਿਆ ਤੇ ਨਾਵਾ ਬਾਹਰ ਆ ਗਿਆ। ਇਸ ਤਰ੍ਹਾਂ ਚੀਜ਼ਾਂ ਬੜੀਆਂ ਇੰਪੋਸੀਬਲ ਲੱਗਦੀਆਂ ਹੁੰਦੀਆਂ ਨੇ, ਪਰ ਸਭ ਪੋਸੀਬਲ ਹੋ ਜਾਂਦਾ। ਤੁਸੀਂ ਇੱਥੇ ਹੋ, ਮੈਂ ਵੀ ਇੱਥੇ ਹਾਂ। ਇਨਸਾਫ ਜਿਹੜਾ ਹੈ ਉਹ ਹੋ ਕੇ ਰਹੂ। ਤੁਸੀਂ ਯਾਦ ਰੱਖਿਓ ਇਸ ਗੱਲ ਨੂੰ ਕਿ ਇਹ ਲੋਕਾਂ ਨੇ ਜਿਨ੍ਹਾਂ ਨੇ ਜ਼ੁਲਮ ਕੀਤਾ ਵੀ ਉਹਨਾਂ ਨੂੰ ਸਜ਼ਾ ਨਾ ਹੋਵੇ। ਵੇਟ ਐਂਡ ਵਾਚ। ਸੋ ਇਹ ਮਹਾਰਾਜਾ ਦਲੀਪ ਸਿੰਘ ਹੁਣ ਇਹ ਕਿਸੇ ਬਹੁਤ ਘੱਟ ਕਮਿਊਨਿਟੀ ਨੂੰ ਪਤਾ ਹੋਊ ਕਿ ਉਹ ਰੂਸ ਜਾ ਕੇ ਪਰਿਵਾਰ ਦੇ ਨਾਲ ਰਹੇ। ਫਿਰ ਗੱਲ ਚੱਲੀ, ਉਹਨਾਂ ਨੇ ਸਫ਼ਰ ਜਿਹੜਾ ਕੀਤਾ ਬਾਈ ਟ੍ਰੇਨ ਕੀਤਾ। 10 ਮਈ ਨੂੰ ਚਿੱਠੀ ਲਿਖੀ ਤੇ ਉਸ ਤੋਂ ਬਾਅਦ ਸੇਂਟ ਪੀਟਰਸਬਰਗ 'ਚ ਚਲੇ ਗਏ। ਉਹ ਉੱਥੇ ਇਸ ਤੇ ਫਿਰ ਰੂਸੀ ਇੱਕ ਲੇਖਕ ਅਲੈਕਸੀ ਰਾਇਕੋਵ ਨੇ ਰੈਬਲ ਮਹਾਰਾਜਾ ਕਿਤਾਬ ਲਿਖੀ ਹੈ। 1887 'ਚ ਉਹ ਪਰਿਵਾਰ ਸਮੇਤ ਕਹਿੰਦੇ ਮਾਸਕੋ ਆਏ ਤੇ
ਉਸ ਸਮੇਂ ਦਾ ਮਾਸਕੋ ਨਿਊਜ਼ ਦਾ ਸੰਪਾਦਕ ਮਿਖੇਲ ਕਾਟਕੋਵ, ਜਿਹੜਾ ਮਹਾਰਾਜਾ ਦਲੀਪ ਸਿੰਘ ਨਾਲ ਜਿਸ ਦੀ ਨੇੜਤਾ ਹੋ ਗਈ, ਅਖਬਾਰਾਂ 'ਚ ਉਹਦੇ ਬਾਰੇ ਖਬਰਾਂ ਲਿਖਦਾ ਰਿਹਾ, ਇੰਟਰਵਿਊਆਂ ਵੀ ਹੋਈਆਂ, ਜਿਸ ਵਿੱਚ ਉਸਨੂੰ ਪੰਜਾਬ ਦਾ ਮਹਾਰਾਜਾ ਲਿਖਿਆ ਗਿਆ। ਜਲਾਵਤਨ ਪੰਜਾਬ 'ਚ ਵੀ ਹਲਚਲ ਮਚ ਗਈ, ਸਿੱਖ ਕੌਮ 'ਚ ਜੋਸ਼ ਆ ਗਿਆ ਤੇ ਅੰਗਰੇਜ਼ਾਂ ਨੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਤੇ ਰੂਸ 'ਚ ਵੀ ਕੁਝ ਸਿੱਖ ਪੰਜਾਬੋਂ ਆਏ। ਮਹਾਰਾਜਾ ਦਲੀਪ ਸਿੰਘ 2 ਸਾਲ ਤੱਕ ਮਾਸਕੋ ਰੁਕੇ ਰਹੇ, ਪਰ ਰੂਸ ਦਾ ਬਾਦਸ਼ਾਹ ਪੰਜਾਬ 'ਚ ਗੋਰਿਆਂ ਦੇ ਖਿਲਾਫ ਬਗਾਵਤ ਲਈ ਮੰਨਿਆ ਨਾ, ਇੱਥੋਂ ਫਰਾਂਸ ਪੰਜਾਬ ਦਾ ਰਾਜਾ ਆ ਗਿਆ ਤੇ ਅਕਾਲ ਚਲਾਣਾ ਉਸਦਾ ਜਿਹੜਾ ਰੂਸ ਤੋਂ ਆ ਕੇ ਫਰਾਂਸ 'ਚ ਹੋਇਆ। ਬਹੁਤ ਕੁਝ ਇਹ 'ਚ ਖੋਜ ਕਰਨ ਵਾਲੀ ਹੈ। ਇਹ ਜਿਹੜਾ, ਕਿਉਂਕਿ ਜੇ ਰੂਸ ਤੋਂ ਮੰਨ ਜਾਂਦੇ ਤਾਂ ਰੂਸ ਤੋਂ ਅਫਗਾਨਿਸਤਾਨ ਦੇ ਨਾਲ ਸਰਕਾਰੇ ਖਾਲਸਾ ਦਾ ਜਿਹੜਾ ਬਾਰਡਰ ਲੱਗਦਾ ਸੀ, ਕੋਸ਼ਿਸ਼ ਕੀਤੀ। ਹੁਣ ਇਹ ਜੇ ਦੇਖਿਆ ਜਾਵੇ, ਸਾਰੀ ਜ਼ਿੰਦਗੀ ਇੱਕ ਕ੍ਰਿਸਚੀਅਨ ਦੇ ਤੌਰ ਤੇ ਕੱਢੀ ਹੋਈ ਲਾਈਫ, ਤੇ ਉਸ ਤੋਂ ਬਾਅਦ ਫਿਰ ਜੇ ਨਿਕਲ ਕੇ ਮਹਾਰਾਜਾ ਬਾਹਰ ਆਉਂਦਾ ਹੈ ਤੇ ਬੜਾ ਉਹਨੂੰ ਵੀ ਇੰਪੋਸੀਬਲ ਹੈ। ਇੱਕ ਬੰਨੇ ਐਸੋ ਇਸ਼ਰਤ ਹੈ, ਹਜ਼ਾਰਾਂ ਏਕੜਾਂ ਦੀਆਂ ਸਟੇਟਸ ਨੇ ਤੇ ਲੋੜ ਨਹੀਂ ਸੀ ਉਸਨੂੰ। ਨਹੀਂ, ਕਿਤੇ ਨਾ ਕਿਤੇ ਜਿਹੜਾ ਬੀ ਅੰਦਰ ਹੈ ਉਹ ਪੁੰਗਰਦਾ ਤੇ ਫਿਰ ਉਹਨਾਂ ਨੇ ਪੰਜਾਬ 'ਚ ਜਾਣ ਦੀ, ਜੇ ਇੰਗਲੈਂਡ ਦੀ ਉਹਨਾਂ ਦੀ ਜ਼ਿੰਦਗੀ ਦੇਖੀ ਜਾਵੇ, ਕੋਈ ਕਮੀ ਥੋੜਾ ਸੀ ਮਹਾਰਾਜਾ ਨੂੰ। ਕਿਹੜੇ ਹਾਲੀ ਪਰਿਵਾਰ ਹੋਇਆ, ਫਿਰ ਕਿਵੇਂ ਜ਼ਿੰਦਗੀ ਕੱਢੀ। ਤੋ ਇਹ ਵਿਖਮ ਪੈਂਦੇ ਨੇ, ਇਹਦੇ ਵਿੱਚ ਜ਼ਿੰਦਗੀਆਂ ਇਸ ਤਰ੍ਹਾਂ ਹੀ ਹੁੰਦੀਆਂ। ਇਹ ਸੰਘਰਸ਼ਾਂ ਦੇ ਕੰਮ ਜਿਹੜੇ ਨੇ, ਜੇ ਤੁਸੀਂ ਕਹੋ ਵੀ ਇਹ ਬਈ ਸਾਲਾਂ ਦੇ ਕੰਮ ਨੇ, ਸਾਲਾਂ ਦੇ ਨਹੀਂ, ਇਹ ਸਦੀਆਂ ਦੇ ਕੰਮ। ਖਬਰਾਂ ਹੁਣ ਤੁਹਾਡੇ ਨਾਲ ਕੁਝ ਸਾਂਝੀਆਂ ਕਰਾਂ ਜੀ। ਕੈਨੇਡਾ ਦੇ ਵਿੱਚ COVID-19 ਕਰਕੇ 5000 ਦੇ ਕਰੀਬ ਮੌਤਾਂ ਅੱਜ ਹੋ ਗਈਆਂ ਨੇ, ਅੱਜ ਪੂਰੀਆਂ। ਤੇ ਨੋਵਾ ਸਕੋਸ਼ੀਆ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਗਨਮੈਨ, ਇਹ ਨੋਵਾ ਸਕੋਸ਼ੀਆ, ਇਹ ਬਹੁਤ ਵਧੀਆ ਉਹਦੀ ਜਿਹੜੀ ਹੈ ਡੈਫੀਨੇਸ਼ਨ ਵਰਤਦੇ ਆ ਉਹ। ਉਹਦੇ ਵਿੱਚ ਹੁਣ ਅੱਜ ਖਬਰਾਂ ਆ ਰਹੀਆਂ ਨੇ ਜਿਹੜੇ 22 ਜਣੇ ਉਸਨੇ ਮਾਰੇ ਤੇ ਉਸ ਤੋਂ ਬਾਅਦ ਗੈਸੋਲੀਨ ਦੇ ਨਾਲ ਉਸਨੇ ਘਰ ਸਾੜ ਦਿੱਤੇ। ਤੇ ਅੱਜ ਪੂਰੀ ਡੀਟੇਲ ਜਿਹੜੀ ਹੈ ਪੁਲਿਸ ਨੇ ਉਹਦੇ ਵਿੱਚ ਦੱਸੀ ਹੈ ਤੇ ਸੋਰਸ ਜਿਹੜੇ ਫਾਇਰ ਆਰਮ ਦੇ ਨੇ ਉਹ ਕਿੱਥੋਂ ਲੈ ਕੇ ਆਇਆ, ਉਹ ਹਲੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਥੋਂ ਇਲੀਗਲ ਉਸਨੇ ਵੈਪਨ ਖਰੀਦੇ ਨੇ। ਅਮਰੀਕਾ ਤੋਂ ਤਾਂ ਲੈ ਕੇ ਆਏ, ਪਰ ਕਿਸ ਤਰ੍ਹਾਂ ਆਏ। ਤੇ RCMP ਵਾਲੇ ਜਿੱਥੇ ਲੱਭ ਰਹੇ ਨੇ ਨਵੇਂ ਕੁਛ ਪ੍ਰੂਫ ਲੱਭ ਰਹੇ ਨੇ, ਜਿੱਥੇ ਪੁਲਿਸ ਅਫੀਸਰ ਹੈਡੀ ਸਟੀਵਨਸਨ ਮਾਰੀ ਹੈ, ਉੱਥੇ ਅੱਜ ਆਲੇ ਦੁਆਲੇ ਦੇ ਘਾਹ ਜਿੱਥੇ ਅੱਗ ਲੱਗੀ ਸੀ ਤੇ 20 ਦੇ 25 ਦੀਆਂ ਟੀਮਾਂ ਲੱਗੀਆਂ ਹੋਈਆਂ ਨੇ, ਕੋਸ਼ਿਸ਼ ਕਰ ਰਹੀਆਂ ਨੇ। ਡਗ ਫੋਰਡ ਨੇ ਕਿਹਾ ਵੀ ਅੰਟੈਰੀਓ ਦੇ COVID-19 ਜਿਹੜੇ ਰੂਲ ਨੇ ਉਹਦੀ ਮੇਰੇ ਪਰਿਵਾਰ ਨੇ ਉਲੰਘਣਾ ਕੀਤੀ ਹੈ ਤੇ ਮੇਰੀ ਬੇਟੀ ਜਿਹੜੀ ਹੈ ਉਸਨੇ ਮੇਰੇ ਘਰ ਮੈਨੂੰ ਵਿਜ਼ਿਟ ਕੀਤਾ, 2 ਕੁੜੀਆਂ ਨੇ ਉਸਦੀਆਂ ਨੇ, ਤੇ ਨਿਕਲ ਆਉਂਦੀ ਗੱਲ ਉਹ ਕਿਸੇ ਨੇ ਵੇਖ ਲਈ, ਪਰ ਉਸਨੇ ਐਡਮਿਟ ਕੀਤਾ ਵੀ ਇਹ ਗੱਲ ਹੋਈ ਹੈ। ਇਸੇ ਨਾਲ ਹੀ ਇੰਗਲਿਸ਼ ਬੇ ਦਾ ਜਿਹੜਾ ਬੀਚ ਜਿਹੜੇ ਨੇ ਉਹ ਭਰੇ ਪਏ ਨੇ ਵੀਕਐਂਡ ਤੇ ਹੁਣ ਇਹ ਗੱਲ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਕੰਟਰੋਲ ਕਰੋਗੇ, ਕਿਸ ਤਰ੍ਹਾਂ ਇਹ ਹੋਊ। ਇਹ ਠੀਕ ਹੈ, ਕਰਵ ਤਾਂ ਫਲੈਟ ਹੁੰਦਾ ਜਾਂਦਾ, ਪਰ ਕੁਛ ਨਹੀਂ ਪਤਾ ਇਸ ਦਾ। ਫਲਾਈਟਾਂ ਜਿਹੜੀਆਂ ਨੇ ਪੰਜਾਬ ਤੋਂ ਕਤਰ ਏਅਰਵੇਜ਼ ਵਾਲੀਆਂ ਜਿਹੜੀਆਂ ਆ ਰਹੀਆਂ ਨੇ, ਤੇ ਉਸ ਤੋਂ ਬਾਅਦ ਏਅਰ ਫਰਾਂਸ ਤੇ KLM ਕੋਸ਼ਿਸ਼ ਕਰ ਰਹੀ ਹੈ। ਇੰਡੀਅਨ ਗਵਰਨਮੈਂਟ ਨੇ ਉਹਨਾਂ ਨਾਲ ਕੰਟੈਕਟ ਕੀਤਾ ਕਿ ਜਿਹੜੇ ਇੰਡੀਅਨ ਵਾਪਸ ਜਾਣਾ ਚਾਹੁੰਦੇ ਨੇ ਉਹਦੇ ਲਈ ਉਹ ਫਲਾਈਟਸ ਨੇ, ਤੇ ਉਦੋਂ ਵੀ ਉਹ ਲੈ ਕੇ ਆਉਣਗੀਆਂ। ਉਹਦੀ ਡੀਟੇਲ ਆਉਣ ਵਾਲੇ ਦਿਨਾਂ 'ਚ ਉਹਦੀ ਟਿਕਟ ਮੇਰਾ ਖਿਆਲ 1500-1600 ਦੀ ਹੋਇਆ ਇਕੋਨਮੀ, ਉਹ ਸਸਤੀ ਹੋਏਗੀ। ਜੇ ਕੋਈ 3000-3500 ਨਹੀਂ ਦਿੰਦਾ, ਉਹ ਫਲਾਈਟਸ ਤੇ ਨਿਗਾਹ ਰੱਖਿਓ, ਉਹਦੇ ਵਿੱਚ ਤੁਸੀਂ ਆ ਸਕਦੇ ਹੋ। ਏਅਰਲਾਈਨ ਦੇ ਵਿੱਚ ਜਾਣ ਤੋਂ ਪਹਿਲਾਂ
ਜਿਹੜਾ ਟੈਂਪਰੇਚਰ ਵਗੈਰਾ ਚੈੱਕ ਕਰਨਾ, ਉਹਦੀ ਗੱਲ ਬੜੀ ਚੱਲ ਰਹੀ ਹੈ। ਪ੍ਰਾਈਵੇਸੀ ਦੀ ਗੱਲ ਚੱਲ ਰਹੀ ਹੈ। ਪ੍ਰਾਈਵੇਸੀ ਕੁਛ ਨਹੀਂ ਰਹੀ ਹੁਣ। ਪ੍ਰਾਈਵੇਸੀ ਤਾਂ ਕਾਹਦੀ ਰਹਿ ਗਈ? ਦੁਨੀਆ ਤਾਂ 70% ਜਿਹੜੇ ਜਿੱਥੇ ਹੈ ਨਹੀਂ ਟੈਕਨੋਲੋਜੀ, ਅਫਰੀਕਨ ਨੇਸ਼ਨਸ, ਉਹਨੂੰ ਛੱਡ ਕੇ ਬਾਕੀ ਤਾਂ ਦੁਨੀਆ ਹੁਣ ਮੁੱਠੀ 'ਚ ਹੈ। 80% ਤਾਂ ਅਸੀਂ ਸ਼ੁਰੂ ਕਰ ਲਈ, ਜਿਸ 'ਚ ਚਿਹਰਾ ਦਿਖਾ ਕੇ ਫੋਟੋਆਂ, ਆਪਣਾ ਚਿਹਰਾ ਦਿਖਾ ਕੇ ਅਨਲੌਕ ਕਰਨਾ ਫੋਨ, ਆਪਣਾ ਅੰਗੂਠਾ ਲਾ ਕੇ ਅਨਲੌਕ ਕਰਨਾ ਫੋਨ। ਉਸ ਤੋਂ ਬਾਅਦ ਹਰ ਇੱਕ ਚੀਜ਼ ਇਹਨਾਂ ਦੇ ਕੋਲ ਆ। ਪਰ COVID-19 ਦੇ ਚੱਲਦਿਆਂ ਜਿਹੜਾ ਸਰਕਾਰਾਂ ਨੇ ਰਹਿੰਦਾ ਖੂੰਦਾ ਵੀ ਉਹਨਾਂ ਦਾ ਜਿਹੜੀ ਫੇਸ਼ੀਅਲ ਰਿਕਗਨਾਈਜੇਸ਼ਨ ਕਰਕੇ, ਉਹ ਜਿਹੜਾ ਹੁਣ ਬਹੁਤ ਕੁਝ ਆ ਉਹਨਾਂ ਕੋਲ। ਡਰੋਨ ਜਦ ਉੱਡਦੀਆਂ ਸੀ, ਬੋਡੀ ਟੈਂਪਰੇਚਰ, ਹਾਰਟ ਬੀਟ, ਹਾਰਟ ਰੇਟ ਤੇ ਬਲੱਡ ਪ੍ਰੈਸ਼ਰ, ਸਭ ਕੁਛ ਉਹਨਾਂ ਨੇ ਨਾਪਿਆ। 8 ਬੰਦਿਆਂ ਪਿੱਛੇ ਇੱਕ ਕੈਮਰਾ ਚੀਨ ਦੇ ਵਿੱਚ। ਕਹਿੰਦੇ 60,000 ਦਾ ਕਨਸਰਟ ਹੋਵੇ, 60,000 ਦੇ ਵਿੱਚ ਉਹਨਾਂ ਨੇ ਆਪਣਾ ਬੰਦਾ ਲੱਭਣਾ ਹੋਵੇ, 60,000 ਦੇ ਕਿਸੇ ਖਾੜੇ 'ਚ ਤਾਂ ਇੱਕ ਬੰਦਾ ਆਪਣਾ ਲੱਭ ਸਕਦੇ ਨੇ। ਇੰਨਾ ਉਹਨਾਂ ਦੇ ਕੋਲ ਡੇਟਾ। ਤੇ ਅਗਲੀ ਗੁਲਾਮੀ ਇਹਦੇ ਵਿੱਚੋਂ ਤੈਅ ਆ। ਸਰਕਾਰਾਂ ਤੁਸੀਂ ਕਿਵੇਂ ਸੋਚਦੇ ਹੋ, ਕਿਵੇਂ ਕੰਮ ਕਰਦੇ ਹੋ, ਕੀ ਸਰਚ ਕਰ ਰਹੇ ਹੋ, ਗੂਗਲ ਤੇ ਕੀ ਲੱਭ ਰਹੇ ਹੋ, ਫੇਸਬੁੱਕ ਤੇ ਕੀ ਕਰ ਰਹੇ ਹੋ, ਇੰਸਟਾ ਕੀ ਕਰ ਰਹੇ ਹੋ, ਇਸ ਨੂੰ ਲੱਭ ਲੈਣਗੇ ਤੇ ਫਿਰ ਤੁਹਾਡੇ ਹਿਸਾਬ ਦੇ ਨਾਲ ਉਹ ਪਲਾਨ ਕਰਨਗੇ। ਪ੍ਰਾਈਵੇਸੀ ਦੇ ਬਹੁਤ ਵੱਡੀ ਗੱਲ ਚੱਲ ਰਹੀ ਹੈ ਕਿ ਕੀ ਹੋਏਗਾ ਨੈਕਸਟ। ਵਪਾਰਕ ਸੰਦੇਸ਼ ਤੇ ਆਰਟਿਕ ਦੇ ਵਿੱਚ ਰਸ਼ੀਆ ਨੇ ਇੱਕ ਐਕਸਰਸਾਈਜ਼ ਕੀਤੀ ਹੈ ਜਿਹਦੇ 'ਚ ਪੈਰਾਸ਼ੂਟ ਦੇ ਰਾਹੀਂ ਬਹੁਤ ਉੱਚੀ 10,000 ਮੀਟਰ ਤੋਂ ਬੰਦੇ ਛੱਡੇ ਆ। ਉਸਨੇ ਪੈਰਾਸ਼ੂਟ ਦੇ ਰਾਹੀਂ ਲਾਹੇ ਨੇ ਤੇ ਫਿਰ ਉੱਥੇ ਆ ਕੇ ਉਹਨਾਂ ਨੇ ਇੱਕ ਮਿਲਟਰੀ ਡਰਿਲ ਕੀਤੀ ਹੈ। ਇਸ ਤੇ ਨਾਰਵੇ ਤੇ ਕੈਨੇਡਾ ਬਹੁਤ ਖਫਾ। ਮੁੜ ਕੇ ਆ ਕੇ ਦੱਸਦਾ ਜੀ ਰਸ਼ੀਆ ਨੇ ਕੀ ਕੀਤਾ ਜੀ। 25 ਅਪ੍ਰੈਲ ਨੂੰ ਹੁਣ ਖਬਰਾਂ ਆਈਆਂ ਨੇ 10,000 ਮੀਟਰ ਤੋਂ ਮਿਲਟਰੀ ਦੇ ਇੱਕ ਵੱਡੇ ਜਹਾਜ਼ ਦੇ ਵਿੱਚੋਂ ਪੈਰਾਟਰੂਪਰ ਜਿਹੜੇ ਨੇ ਉਹ ਦੇਖੇ ਛੱਡ ਕੇ, ਤੇ ਆਕਸੀਜਨ ਮਾਸਕ, ਨੈਵੀਗੇਸ਼ਨ ਤੇ ਪੈਰਾਸ਼ੂਟ ਦਾ ਸਿਸਟਮ ਸਪੈਸ਼ਲੀ ਜਿਹੜਾ ਡਿਜ਼ਾਈਨ ਕੀਤਾ ਹੋਇਆ। ਤੇ ਪਹਿਲੀ ਵਾਰ ਇਹ ਹੋਇਆ ਤੇ ਐਡੀ ਹਾਈਟ ਤੋਂ 30,000 ਫੁੱਟ ਬਹੁਤ ਉੱਚੀ ਹੈ। ਕਮਰਸ਼ੀਅਲ ਜਿਹੜੇ ਜਹਾਜ਼ ਨੇ ਇਸ ਹਾਈਟ ਤੇ ਉੱਡਦੇ ਆ। ਤੇ ਫਿਰ ਉਹ ਜਦ ਉਤਰੇ ਆ ਕੇ ਆਰਟਿਕ ਦੇ ਇਸ ਹਿੱਸੇ ਦੇ ਵਿੱਚ, ਫ੍ਰੈਂਚ ਜੋਸਫ ਲੈਂਡ ਹੈ ਜਿਹੜੀ ਰਸ਼ੀਆ ਵਾਲੇ ਪਾਸੇ, ਤੇ ਤਾਂ ਉੱਥੇ ਉਤਰ ਕੇ ਉਹਨਾਂ ਨੇ ਫਿਰ ਪੂਰੀ ਉਹਦੀ ਡਰਿਲ ਕੀਤੀ ਵੈਪਨਸ ਦੇ ਨਾਲ। 3 ਦਿਨਾਂ ਦੀ ਇੱਕ ਕੰਬੈਟ ਟ੍ਰੇਨਿੰਗ ਐਕਸਰਸਾਈਜ਼ ਸੀ। ਤੇ ਇਹੋ ਜਿਹੇ ਵੈਦਰ ਦੇ ਵਿੱਚ ਜਿੱਥੇ ਠੰਡ ਬਹੁਤ ਹੈ, ਤੇ ਇਹਦੇ ਕਰਕੇ ਹੁਣ ਇਹ ਜਿਹੜੀ ਕੈਨੇਡਾ ਤੇ ਨਾਰਵੇ ਦੋਨੇ ਇਸ ਦੇ ਬਾਰੇ ਸੋਚ ਰਹੇ ਨੇ ਕਿ ਇਹਦੇ, ਕਿਉਂਕਿ ਬਹੁਤ ਇਸ ਖਿੱਤੇ ਦੇ ਵਿੱਚ ਆਰਟਿਕ ਦੀ ਜਿਹੜੀ ਐਂਬੀਸ਼ਨ ਆ, ਸਭ ਤੋਂ ਇਹਨਾਂ ਦੇਸ਼ਾਂ 'ਚ ਸਭ ਤੋਂ ਵੱਧ ਜੇ ਕੋਈ ਉੱਥੇ ਕੰਮ ਕਰ ਰਿਹਾ ਤਾਂ ਰਸ਼ੀਆ ਕਰ ਰਿਹਾ। ਆਪਣੇ ਬੇਸ ਬਣਾਉਣੇ, ਮਿਲਟਰੀ ਸੈੱਟ ਕਰਨੀ, ਤੇ ਉਹ ਨੈਕਸਟ ਲੈਵਲ ਜਿਹੜਾ ਆਰਟਿਕ ਦਾ, ਕਿ ਉੱਥੇ ਓਇਲ ਐਂਡ ਗੈਸ ਬਹੁਤ ਆ, ਉਹਦੀ ਇਹ ਕਹਾਣੀ ਜਿਹੜੀ ਹੋ ਰਹੀ ਹੈ। ਬਾਕੀ ਹੁਣ ਦੂਜੀਆਂ ਜਿਹੜੀਆਂ ਮਿਲਟਰੀਆਂ ਨੇ, ਕੈਨੇਡੀਅਨ, ਅਮਰੀਕਾ ਦੇ ਤੇ ਅਮਰੀਕਨ ਤੇ ਨਾਲ ਨਾਰਵੇ, ਉਹ ਵੀ ਆਪਣਾ ਕੰਮ ਕਰ ਸਕਦੀਆਂ, ਉਹ ਰੋਕਦੇ, ਪਰ ਰਸ਼ੀਅਨ ਬਹੁਤ ਐਡਵਾਂਸ ਹੋ ਰਿਹਾ। ਇਸ ਹਿੱਸੇ ਦੇ ਵਿੱਚ ਜਿਹੜੀ ਮੈਂ ਬਾਤ ਕਰਨੀ ਚਾਹੁੰਦਾ ਤੁਹਾਡੇ ਨਾਲ, ਉਹ ਇਹ ਹੈ ਕਿ ਮਨੁੱਖੀ ਰਿਸ਼ਤਿਆਂ ਤੇ ਅਸੀਂ ਆਪਣੇ ਸਮਾਜ ਦੇ ਵਿੱਚ, ਦੂਸਰੇ ਸਮਾਜਾਂ ਦੇ ਵਿੱਚ ਵੀ ਹੋਊ, ਆਪਣੇ ਪਰਿਵਾਰ ਤੋਂ ਬਾਅਦ ਰਿਸ਼ਤੇ ਸਿਰਜਦੇ ਤੇ ਕਿਸੇ ਨਾਲ ਕਮਿਊਨੀਕੇਸ਼ਨ ਹੈ ਜਿਹੜੀ, ਉਹ ਦੋਸਤੀ ਦੇ ਤੌਰ ਤੇ ਤੁਸੀਂ ਨਹੀਂ ਕਰ ਸਕਦੇ, ਤੇ ਉਹਨੂੰ ਰਿਸ਼ਤੇ ਦਾ ਕੋਈ ਨਾ ਕੋਈ ਨਾਂ ਤੁਸੀਂ ਦਿੰਦੇ ਆ। ਉਹ ਸਮਾਂ ਆਪਾਂ ਚੱਲਦੇ ਰਹਿੰਦੇ ਆ, ਜਦ ਕਿਸੇ ਨੂੰ ਇੰਟਰੋਡਿਊਸ ਹੁੰਦੇ ਆ ਵੀ ਦੋਸਤ ਆ, ਅਸੀਂ ਦੋਸਤ ਆ, ਪਰ ਇਵੈਂਚੁਅਲੀ ਉਹ ਰਿਸ਼ਤੇ ਦਾ ਕੋਈ ਨਾਂ ਆ ਜਾਂਦਾ। ਭਰਾ ਦੇ ਤੌਰ ਤੇ ਬੜਾ ਭਾਈ, ਛੋਟਾ ਭਾਈ,
ਉਹਨਾਂ ਨੂੰ ਇਹ ਲੱਗਦਾ ਕਿ ਯਾਰ ਨਹੀਂ, ਇਹ ਫਰੈਂਡ ਕਹਿਣਾ ਇਹ ਇਸ ਰਿਸ਼ਤੇ ਦੀ ਬੇਇੱਜ਼ਤੀ ਹੈ ਕਿਸਮ ਦੀ। ਅਸੀਂ ਦੋਸਤਾਂ ਤੋਂ ਵੱਧ ਜਿਹੜਾ ਉਹ ਵਰਤਦੇ ਹਾਂ, ਵੱਡਾ ਭਾਈ ਛੋਟਾ ਭਾਈ, ਇਸ ਤਰ੍ਹਾਂ ਗੱਲਾਂ ਹੋਣ ਲੱਗ ਜਾਂਦੀਆਂ ਨੇ। ਜਾਂ ਉਸ ਪਿੰਡ 'ਚ ਕੋਈ ਰਿਸ਼ਤੇਦਾਰੀ ਹੋਵੇ ਤੇ ਉਹ ਰਿਸ਼ਤੇਦਾਰੀ ਦੇ ਅਨੁਕੂਲ ਆਪਾਂ ਕਹਿਣ ਲੱਗ ਜਾਂਦੇ ਹਾਂ। ਨਾਨਕੇ ਹੋਣ, ਨਾਨਕੇ ਦੇ ਪਿੰਡ ਦਾ ਮੁੰਡਾ ਹੋਵੇ ਉਹਨੂੰ ਮਾਮੇ ਦਾ ਪੁੱਤ ਕਹਿਣ ਲੱਗ ਜਾਂਦੇ ਹਾਂ ਅਸੀਂ। ਮਾਸੀ ਵਿਆਹੀ ਹੋਵੇ ਉਹਨੂੰ ਮਸੇਰ ਕਹਿਣ ਲੱਗ ਜਾਂਦੇ ਹਾਂ ਅਸੀਂ। ਸੇਮ ਪਾਸੇ ਮਰਦਾਂ ਦਾ ਵਾਲੇ ਪਾਸੇ ਇਹ ਗੱਲ ਹੋ ਸਕਦੀ ਹੈ, ਲੇਡੀਜ਼ ਬੀਬੀਆਂ ਵਾਲੇ ਪਾਸੇ ਉਹ ਇੱਕ ਸ਼ਬਦ ਉਹਨਾਂ ਦੇ ਦੋਸਤੀ ਵਾਲਾ ਤਾਂ ਉਹ ਫਿੱਟੇ ਨਹੀਂ ਆਉਂਦਾ, ਫਰੈਂਡ ਬਹੁਤ ਘੱਟ। ਔਰ ਮੈਂ ਇਸ ਨੂੰ ਡਿਫਰੈਂਸ਼ੀਏਟ ਹੋਰ ਕਰਾਂਗਾ, ਤੁਹਾਨੂੰ ਸੌਖਾ ਹੋ ਜੂ ਇਹ, ਆਪਾਂ ਫਿਰ ਇਹ ਤੇ ਗੱਲ ਕਰਾਂਗੇ। ਦੋ ਕਿਸਮ ਦੀ ਜਿਹੜੀ ਓਬਵੀਅਸਲੀ ਦੋ ਕਿਸਮ ਦੀ ਸੁਸਾਇਟੀ ਹੈ। ਇੱਕ ਉਹ ਜਵਾਕ ਨੇ ਜਿਹੜੇ ਸਾਡੇ ਘਰਾਂ 'ਚ ਪੈਦਾ ਹੋਏ ਨੇ, ਇੱਕ ਅਸੀਂ ਹੈ ਜਿਹੜੇ ਅਸੀਂ ਉੱਥੋਂ ਆਏ ਹਾਂ। ਸਾਡੇ ਲਈ ਰਿਸ਼ਤਿਆਂ ਦੀ ਡੈਫੀਨੇਸ਼ਨ ਅਲੱਗ ਹੈ। ਅਸੀਂ ਆਪਣੇ ਰਿਸ਼ਤੇ ਨੂੰ ਜੋ ਕਿ ਆਪਣੇ ਕੰਟੈਕਟ ਨੂੰ, ਆਪਣੇ ਸੰਬੰਧ ਨੂੰ ਬਿਨਾਂ ਰਿਸ਼ਤਿਆਂ ਦੇ ਨਾਂ ਲੈ ਤੇ ਵਰਤ ਨਹੀਂ ਸਕਦੇ। ਅਸੀਂ ਉਹ ਰਿਸ਼ਤੇ ਨੂੰ ਉਹਦੇ ਵਿੱਚ ਲੈ ਕੇ ਆਉਣਾ, ਅਸੀਂ ਉਸ ਨੂੰ ਕੰਫਰਟੇਬਲ ਫੀਲ ਨਹੀਂ ਕਰਦੇ। ਖਾਸ ਤੌਰ ਤੇ ਜਦ ਮਰਦ ਤੇ ਇਸਤਰੀ ਦਾ ਕੋਈ ਵੀ ਰਿਸ਼ਤਾ ਹੈ, ਉਹਨੂੰ ਉਹ ਰਿਸ਼ਤੇ ਦੇ ਵਿੱਚ ਮਤਲਬ ਕੋਈ ਵੀ ਸੰਬੰਧ ਹੈ ਉਹਨੂੰ ਉਹ ਰਿਸ਼ਤੇ 'ਚ ਬੰਨਣਾ ਪੈਂਦਾ ਤੁਹਾਨੂੰ। ਉਹ ਬਹੁਤ ਇੱਕ ਮਤਲਬ ਖੁੱਲੀ ਗੱਲ ਹੈ ਜਿਹਦੇ ਤੇ ਤੁਸੀਂ ਮੇਰੇ ਨਾਲ ਸ਼ਾਮਲ ਹੋਇਓ ਪਲੀਜ਼। ਇੱਥੇ ਦੇ ਸਾਡੇ ਜਵਾਕ ਨੇ ਜਿਹੜੇ, ਉਹ ਕਦੇ ਵੀ ਕਿਸੇ ਨੂੰ ਭੈਣ ਜਾਂ ਭਾਈ ਨਹੀਂ ਕਹਿੰਦੇ। ਤੁਸੀਂ ਦੇਖਿਓ ਫਰੈਂਡ ਜਾਂ ਈਵਨ ਮਤਲਬ ਤੁਹਾਡੇ ਆਪਸ ਵਿੱਚ ਫਰੈਂਡ ਦੇ ਜਿਹੜੇ ਗਾਹਾਂ ਦੋਸਤ ਨੇ, ਜਿਹੜੇ ਮੁੰਡੇ ਜਾਂ ਕੁੜੀਆਂ, ਉਹਨਾਂ ਦੇ ਪੇਰੈਂਟਸ ਨੂੰ ਵੀ ਮਾਈ ਫਰੈਂਡਸ ਡੈਡ ਕਹਿਣਗੇ, ਮਾਈ ਫਰੈਂਡਸ ਮਦਰ ਕਹਿਣਗੇ, ਮਾਈ ਫਰੈਂਡਸ ਬ੍ਰਦਰ ਕਹਿਣਗੇ। ਅਸੀਂ ਕਹਿੰਦੇ ਆ ਇਹ ਬਾਪੂ ਜੀ ਨੇ, ਇਹ ਭੈਣ ਜੀ ਆ, ਇਹ ਭਾਈ ਸਾਹਿਬ ਨੇ। ਅਸੀਂ ਆਪਣੇ ਦੋਸਤਾਂ ਦੇ ਦੋਸਤੀ ਦੇ ਵਿੱਚ ਕਦੇ ਵੀ ਅਸੀਂ ਦੋਸਤ ਦੇ ਤੌਰ ਤੇ ਸ਼ਰਮ ਮੰਨਦੇ ਹਾਂ ਵੀ ਅਸੀਂ ਯਾਰ ਗੱਲਾਂ ਕਰਦੇ ਕਰਦੇ ਵੀ ਅਸੀਂ ਗੁੱਡ ਫਰੈਂਡ ਆ, ਬਹੁਤ ਘੱਟ ਵਰਤਾਂਗੇ ਆਪਾਂ ਉਹਨੂੰ, ਭਾਈਆਂ ਦੇ ਤੌਰ ਤੇ ਵਰਤਾਂਗੇ। ਇਸੇ ਤਰ੍ਹਾਂ ਹੀ ਜਦ ਅਸੀਂ ਉੱਥੋਂ ਆਏ, ਇੱਥੇ ਵਾਲੇ ਬੱਚੇ ਇੱਕ ਯੂਨੀਵਰਸਿਟੀ 'ਚ, ਇੱਕ ਕਾਲਜ 'ਚ ਪੜ੍ਹਦੇ ਹੋਏ, ਇੱਕ ਕਲਾਸ 'ਚ ਪੜ੍ਹਦੇ ਹੋਏ, ਆਪਸ ਵਿੱਚ ਫਰੈਂਡਸ਼ਿਪ ਦੇ ਤੌਰ ਤੇ ਉਹ ਹੈ ਇਕੱਠੇ ਫਿਰਦੇ ਆ। ਮੁੰਡੇ ਕੁੜੀਆਂ ਦੇ ਨਾਲ, ਮੁੰਡੇ ਮੁੰਡਿਆਂ ਨਾਲ, ਆਪਸ ਵਿੱਚ ਚਾਰ ਇੱਕ ਗਰੁੱਪ ਬੈਠਾ 10 ਜਣਿਆਂ ਦਾ, ਉਹ ਜਸਟ ਫਰੈਂਡ ਦੇ ਤੌਰ ਤੇ ਬੈਠੇ। ਮੁੰਡਾ ਕੁੜੀ ਨਾਲ ਜੇ ਫਿਰ ਰਿਹਾ, ਉਹ ਫਰੈਂਡ ਦੇ ਤੌਰ ਤੇ ਜੇ ਫਿਰ ਰਿਹਾ, ਉਹ ਬॉयਫ੍ਰੈਂਡ ਤੇ ਗਰਲਫ੍ਰੈਂਡ ਨਹੀਂ ਹੈ, ਸਮਝੋ ਇਸ ਚੀਜ਼ ਨੂੰ। ਪਰ ਸਾਡਾ ਮਾਈਂਡ ਸੈੱਟ ਹੈ ਕਿ ਨਹੀਂ, ਜੇ ਆਪੋਜਿਟ ਸੈਕਸ ਦੇ ਰਿਸ਼ਤੇ ਦਾ ਫਰੈਂਡਸ਼ਿਪ ਹੈ ਤਾਂ ਨੋ, ਉਹ ਫਰੈਂਡ, ਉਹ ਬॉयਫ੍ਰੈਂਡ ਤੇ ਗਰਲਫ੍ਰੈਂਡ ਬਿਨਾਂ ਹੋ ਹੀ ਨਹੀਂ ਸਕਦਾ। ਔਰ ਇਹ ਇੱਕ ਕਲਾਸ 'ਚ ਰਹਿੰਦੇ ਹੋਇਆ, ਫਰੈਂਡ ਸਰਕਲ ਦੇ ਵਿੱਚ ਰਹਿੰਦਿਆਂ ਹੋਇਆ, ਉਸ ਨੂੰ ਕਦੇ ਵੀ ਇੱਥੇ ਦੇ ਬੱਚੇ, ਉਹ ਕਾਲਜ 'ਚ ਮੰਨ ਲਓ ਇੱਕ ਕਲਾਸ 'ਚ ਨੇ, ਉਹ ਇੱਕ ਇਕੱਠਾ ਬੈਠ ਕੇ ਕੋਈ ਪ੍ਰੋਜੈਕਟ ਕਰਦੇ ਨੇ ਦੋਸਤੀ, ਇਹਦੇ ਵਿੱਚੋਂ ਕਦੇ ਵੀ ਉਹਨੂੰ ਦੂਸਰੇ ਰਿਸ਼ਤੇ 'ਚ ਕਦੇ ਚੇਂਜ ਨਹੀਂ ਕਰਦੇ ਹੋ ਵੀ ਅਸੀਂ ਬॉयਫ੍ਰੈਂਡ ਹੋਵੇ, ਗਰਲਫ੍ਰੈਂਡ ਹੋਵੇ। ਬਹੁਤ ਰੇਅਰ ਆ ਵੀ ਇੱਕ ਕਲਾਸ 'ਚ ਪੜ੍ਹਦੇ ਹੋਏ ਕੋਈ ਵਿਆਹ 'ਚ ਬਦਲ ਦੇਣਗੇ, ਕਿਉਂਕਿ ਉਹਨੇ ਨਹੀਂ ਕਰੇ। ਅਸੀਂ ਇਸ ਤਰ੍ਹਾਂ ਦੇਖਿਆ ਹੀ ਨਹੀਂ ਹੋਇਆ। ਅਸੀਂ ਇੱਕ ਐਜ਼ ਏ ਫਰੈਂਡ ਫਿਰ ਰਹੇ ਹਾਂ, ਅਸੀਂ ਉਸ ਨੂੰ ਬॉयਫ੍ਰੈਂਡ ਗਰਲਫ੍ਰੈਂਡ 'ਚ ਚੇਂਜ ਨਹੀਂ ਕਰ ਸਕਦੇ। ਸਾਡਾ ਮਾਈਂਡ ਸੈੱਟ ਹੈ ਉਹ, ਅਸੀਂ ਨਹੀਂ ਕਰ ਸਕਦੇ। ਪਰ ਅਸੀਂ ਹਰ ਰਿਸ਼ਤੇ ਨੂੰ ਸਾਨੂੰ ਦੱਸਣਾ ਪੈਣਾ, ਭੈਣ ਜੀ, ਵੀਰ ਜੀ, ਸਾਨੂੰ ਕਹਿਣਾ ਪੈਣਾ, ਕਿਉਂਕਿ ਨਹੀਂ ਉਹ ਰਿਸ਼ਤੇ ਦੀ ਪਾਕੀਜ਼ਗੀ ਨਹੀਂ ਹੋ ਰਹੀ। ਉਹ ਪਾਕੀਜ਼ਗੀ ਨਹੀਂ ਹੋ ਰਹੀ ਕਿਉਂਕਿ ਸਾਡਾ ਸਿਸਟਮ ਹੈ। ਸਾਡਾ ਇਹ ਆ ਵੀ ਜੇ ਤੂੰ ਕਿਸੇ ਕੁੜੀ ਨਾਲ ਗੱਲ ਕਰਦਾ ਹੈ ਤਾਂ ਤੈਨੂੰ ਭੈਣ ਜੀ ਕਹਿਣਾ ਪੈਣਾ, ਨਹੀਂ ਤਾਂ ਤੂੰ ਇਹਨੂੰ ਜਸਟੀਫਾਈ ਨਹੀਂ ਕਰਦਾ। ਅੱਛਾ ਤੂੰ ਨਾਂ ਲੈ ਤਾਂ ਇਹਦਾ ਮਤਲਬ ਇਹ ਗੜਬੜ ਹੈ, ਇਹ ਫਿਰ ਨਾਂ ਇਹਨੇ ਭੈਣ ਜੀ ਨਹੀਂ ਕਿਹਾ। ਤੇ ਕੁੜੀ ਨੂੰ ਮੁੰਡੇ ਦੇ ਨਾਲ ਮਤਲਬ ਉਹਨੂੰ ਇੱਕ ਫਰੈਂਡਸ਼ਿਪ ਸਰਕਲ ਦੇ ਵਿੱਚ ਉਹ ਐਕਸੈਪਟਡ ਨਹੀਂ ਹੈ। ਉਹ ਮਿਸਟਰ ਸਿੰਘ, ਮਿਸਟਰ ਢਿੱਲੋਂ, ਮਿਸਟਰ ਬਰਾੜ, ਮਿਸਟਰ ਗਿੱਲ ਕਹਿ ਕੇ ਜੇ ਗੱਲ ਕਰ, ਉਹ ਇਹਨੇ ਵੀਰ ਜੀ ਨਹੀਂ ਕਿਹਾ, ਇਹਦੇ 'ਚ ਕੁਛ ਨਾ ਕੁਛ ਰੌਂਗ ਹੈ, ਇਹ ਨਹੀਂ ਤਾਂ ਫਿਰ ਇਹ ਵੀਰ ਜੀ ਕਹਿਣਾ ਚਾਹੀਦਾ ਇਹਨੂੰ। ਮਤਲਬ ਅਸੀਂ ਉਹ ਰਿਸ਼ਤੇ ਦੀ ਪਾਕੀਜ਼ਗੀ ਅਸੀਂ ਨਹੀਂ ਸਮਝ ਰਹੇ ਵੀ ਭੈਣ ਤੇ ਭਾਈ ਦਾ ਰਿਸ਼ਤਾ ਮੰਗ ਕੀ ਕਰਦਾ।
ਪਰ ਅਸੀਂ ਜਸਟੀਫਾਈ ਉਸ ਨੂੰ ਕਰਨਾ। ਫਲਾਣੇ ਦਾ ਮੈਨੂੰ ਫੋਨ ਆ, ਮੈਨੂੰ ਕਹਿੰਦਾ ਭੈਣ ਜੀ ਆਹ ਗੱਲ ਕਿਵੇਂ ਹੋ ਗਈ। ਨਾਲੇ ਆਪਾਂ ਨੂੰ ਪਤਾ ਹੁੰਦਾ, ਕਹਿਣ ਵਾਲੇ ਨੂੰ ਪਤਾ ਹੁੰਦਾ ਵੀ ਇਹ ਜੁਗਾੜ ਕੀ ਚੱਲ ਰਿਹਾ, ਮੇਰੇ ਦਿਮਾਗ 'ਚ ਕੀ ਚੱਲ ਰਿਹਾ। ਇਸ ਤਰ੍ਹਾਂ ਹੀ ਬੰਦੇ, ਇਸਤਰੀਆਂ ਵੀ ਕਹਿੰਦੀਆਂ, ਬੰਦੇ ਵੀ ਕਹਿੰਦੇ ਨੇ। ਇਹ ਚੀਜ਼ ਇਹਨੂੰ ਮੈਂ ਡਿਫਾਈਨ ਕਰਨਾ ਚਾਹੁੰਦਾ ਵੀ ਸਾਡੇ ਸਮਾਜ ਦੇ ਵਿੱਚ ਦੋਸਤੀ ਕਿਉਂ ਨਹੀਂ, ਕਿਉਂ ਰਿਸ਼ਤਾ ਅਸੀਂ ਕਿਉਂ ਉਹਦੇ 'ਚ ਪਾਉਂਦੇ ਹਾਂ ਹਰ ਇੱਕ ਚੀਜ਼ 'ਚ। ਕਿਉਂ ਨਹੀਂ ਤੁਸੀਂ ਗੁੱਡ ਫਰੈਂਡ ਹੋ ਸਕਦੇ ਯਾਰ? ਤੁਹਾਨੂੰ ਪਤਾ ਭਾਈ ਦਾ ਜਿਹੜਾ ਬ੍ਰਦਰ ਕਹਿਣਾ ਉਹ ਕੀ, ਉਹਦਾ ਮਤਲਬ ਕੀ ਹੈ? ਵੱਡਾ ਭਾਈ ਛੋਟਾ ਭਾਈ ਕਹਿਣਾ ਉਹਦਾ ਮੀਨ ਪਤਾ ਕੀ ਹੈ? ਪਰ ਨਿਭਣ ਦੀ ਗੱਲ ਨਹੀਂ ਹੈ ਵੀ ਸਕੇ ਭਾਈਆਂ ਦੀ ਜਗ੍ਹਾ ਕਈ ਵਾਰ ਦੋਸਤ 100 ਗੁਣਾ ਵੱਧ ਨਿਭ ਜਾਂਦੇ ਆ, ਸਕੇ ਭਾਈ ਭੱਜ ਜਾਂਦੇ। ਇਹ ਨਹੀਂ ਗੱਲ ਮੈਂ ਨਿਭਾਉਣ ਦੀ ਨਹੀਂ ਗੱਲ ਕਹਿੰਦਾ, ਮੈਂ ਗੱਲ ਉਹ ਕਹਿਣਾ ਵੀ ਸਾਨੂੰ ਦੋਸਤੀ ਨੂੰ ਇੱਕ ਰਿਸ਼ਤੇ 'ਚ ਕਿਉਂ ਫਸਾਉਣਾ ਪੈਂਦਾ। ਮੈਨੂੰ ਇਹ ਗੱਲ ਬਹੁਤ, ਮੈਂ ਇਸ ਨੂੰ ਸੋਚਦਾ। ਔਰ ਤੁਸੀਂ ਦੇਖਿਓ ਸਾਡੇ ਪਿੰਡਾਂ ਤੋਂ ਬਾਹਰਲੇ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਵਰਤੋ, ਕਦੇ ਤੁਹਾਨੂੰ ਵੀਰ ਜੀ ਭੈਣ ਜੀ ਨਹੀਂ ਕਹਿੰਦੇ, ਉਹ ਮਿਸਟਰ ਜਾਂ ਮਿਸਿਸ ਕਹਿ ਕੇ ਜਾਂ ਮਿਸ ਕਹਿ ਕੇ ਤੁਹਾਨੂੰ ਕਹਿਣ। ਜੇ ਉਹ ਵਿਆਹੀ ਹੋਏ ਤਾਂ ਮਿਸਿਸ ਕਹਿ ਕੇ ਤੁਸੀਂ ਬੁਲਾ ਲਓ। ਉਹ ਕਹਿੰਦੇ ਇਹਦਾ ਇੱਕ ਇਹਦਾ ਬਹੁਤ ਵੱਡੀ ਮੈਂ ਜ਼ਿੰਮੇਵਾਰੀ 'ਚ ਫਸਦਾ ਜੇ ਮੈਂ ਭੈਣ ਜੀ ਤੇ ਮੈਂ ਜਾਂ ਭਾਜੀ ਕਹਿਣਾ। ਇਹ ਸਿੰਪਲ ਨਹੀਂ ਹੈਗਾ। ਮਤਲਬ ਚਲੋ ਮਾਂ ਨੂੰ ਤੁਸੀਂ ਦੋਸਤ ਦੀ ਮਦਰ ਨੂੰ ਮਦਰ ਕਹਿਤਾ, ਕੋਈ ਉਹ 'ਚ ਓਬਲੀਗੇਸ਼ਨ ਨਹੀਂ, ਤੁਹਾਨੂੰ ਅਸੀਸਾਂ ਹੀ ਮਿਲਣੀਆਂ। ਪਰ ਬਰਾਬਰ ਦੀ ਉਮਰ 'ਚ ਮੁੰਡੇ ਤੇ ਕੁੜੀ ਨੂੰ ਰਿਸ਼ਤਾ ਇੱਕ ਜਨਤਕ ਕਰਨ ਲਈ ਉਹ ਮਤਲਬ ਇੱਕ ਤੁਸੀਂ ਸ਼ਹਿਰ 'ਚ ਆ ਰਹਿੰਦੇ ਹੋ ਸਰੀ ਦੇ ਵਿੱਚ 2 ਲੱਖ ਬੰਦਾ, ਕੀ ਪੋਸੀਬਿਲਿਟੀ ਹੈ ਕਿਸੇ ਕਾਫੀ ਸ਼ਾਪ ਤੇ ਤੁਸੀਂ ਕਿਸੇ ਇਸਤਰੀ ਨਾਲ ਬੈਠ ਕੇ ਪਬਲਿਕ 'ਚ ਚਾਹ ਪੀ ਲਵੋ ਤੇ ਉੱਥੇ 90 ਹੋਰ ਬੈਠੇ ਹੋਣ? ਜੇ ਤਾਂ ਤੁਸੀਂ ਫਿਰ ਤਾਂ ਜੋੜ ਦੇਣਗੇ ਕਿਵੇਂ ਨਾ ਕਿਵੇਂ, ਕੋਈ ਮਤਲਬ ਬਿਜ਼ਨਸ ਪੁਆਇੰਟ ਆਫ ਵਿਊ ਨਾਲ। ਇੱਕ ਬਿਜ਼ਨਸ ਦੇ ਹੋਣਗੇ, ਰੀਅਲਟਰ ਨੇ, ਬ੍ਰੌਡਕਾਸਟ ਨੇ, ਡਾਕਟਰ ਨੇ, ਉਹ ਕਰ ਲੈਣਗੇ ਵਿਚਾਰ, ਰੀਅਲਟਰ ਨੇ ਇਕੱਠੇ ਹੁੰਦੇ। ਜੇ ਕਿਤੇ ਆਊਟ ਆਫ ਬਾਕਸ ਆ ਕਹਾਣੀ ਤੇ ਦੋਨੇ ਹੀ ਆਪਸ ਵਿੱਚ ਮੇਲ ਜੋੜ ਲੱਗਦਾ, ਦੋਨੇ ਇੱਕ ਉਮਰ ਲੱਗਦੀ ਹੈ, ਸੋਹਣੇ ਸੁਨੱਖੇ ਲੱਗਦੇ ਨੇ, ਉਹ ਕਹਿੰਦਾ ਵੀ ਬਸ ਪੱਟੇ ਹੀ ਗਏ ਅੱਜ ਤਾਂ। ਉੱਥੋਂ ਨਿਕਲਦੀ ਸਾਰ 4 ਲਾਈਨਾਂ ਜੋੜ ਕੇ ਹੋਣੀਆਂ, ਤੈਨੂੰ ਪਤਾ ਇੱਥੇ ਕਾਫੀ ਤੇ ਫਲਾਣਾ ਬੈਠਾ, ਫਲਾਣੀ ਨੂੰ ਲਈ। ਮਤਲਬ ਇਹਦੀ ਤੁਸੀਂ ਹੁਣ ਤੁਸੀਂ ਲੈਂਗੁਏਜ ਸੁਣਿਓ। ਇਹ ਲੈਂਗੁਏਜ ਆਪਾਂ ਵਰਤਦੇ ਹਾਂ, ਮੈਂ ਵੀ ਵਰਤਦਾ, ਤੁਸੀਂ ਵੀ ਵਰਤਦੇ ਹੋ, ਆਪਾਂ ਇੱਕ ਦੂਜੇ ਦੇ ਸੁਣਦੇ ਹਾਂ। ਫਲਾਣਾ ਫਲਾਣੇ ਨੂੰ ਲਈ ਬੈਠਾ, ਫਲਾਣੀ ਕਾਫੀ ਸ਼ਾਪ ਤੇ, ਕਿੱਥੇ ਆ ਤੂੰ? ਮੈਂ ਤਾਂ 132 ਤੇ 80 ਤੇ। ਉਹ ਆ 76 ਤੇ 76 ਤੇ ਕਿੰਗ ਜੌਰਜ ਵਾਲੀ ਸਟਾਰਬਕਸ ਤੇ ਬੈਠੇ ਨੇ, ਮਾਰਿਆ ਨਿਗਾਹ ਹੁਣੇ। ਦੇਖੋ ਪੈਨਿਕ ਕਿੰਨਾ ਤੁਸੀਂ। ਹਾਂ, ਜੇ ਉਹ ਤੁਹਾਨੂੰ ਤੁਰੇ ਜਾਂਦੇ ਬਾਹਰ ਨਿਕਲਦੇ ਨੂੰ ਬੰਦਾ ਉੱਠ ਕੇ ਇੰਟਰੋਡਿਊਸ ਕਰਾ ਦੇਵੇ, ਭੈਣ ਜੀ ਬੈਠੇ ਸੀ ਤੇ ਅਸੀਂ ਫਿਰ ਮਿਲ ਲਏ, ਚਾਹ ਪੀਤੀਏ, ਫਿਰ ਉਹਨੇ ਨਿਕਲ ਜਾਣਾ। ਜਾਂ ਉੱਥੇ ਖੜਾ ਹੀ ਕੋਈ ਤੇਰੀ ਭੈਣ ਕਿਵੇਂ ਲੱਗਦੀ ਹੋਈ ਵੀ ਇਹ। ਜੇ ਤਾਂ ਉਹਨੇ ਭੈਣ ਜੀ ਕਿਹਾ ਨਹੀਂ ਤਾਂ ਊਂ ਟੰਗ ਦੇਣਾ ਵੀ ਲਈ ਬੈਠਾ। ਜੇ ਉਹਨੇ ਕਹਿਦਾ ਭੈਣ ਜੀ ਨਾਲ ਮੈਂ ਬੈਠਾ ਸੀ, ਅਸੀਂ ਕੁਦਰਤੀ ਇਕੱਠੇ ਹੋਏ, ਮੈਂ ਭੈਣ ਜੀ ਆਜਾ ਆਪਾਂ ਚਾਹ ਪੀ ਲਈਏ, ਚਾਹੇ ਇੱਕ ਪਿੰਡ ਦੇ ਹੋਣ ਇੱਕ ਕਾਲਜ ਦੇ ਹੋਣ, ਫਿਰ ਅੱਛਾ, ਫਿਰ ਤੀਜੇ ਦਿਨ ਪੁੱਛ ਤੇਰੀ ਭੈਣ ਕਿਵੇਂ ਲੱਗੀ ਸੀ ਬਈ ਉਹ। ਜਾਂ ਜਿਵੇਂ ਕੁੜੀ ਦੀ ਨਾਲ ਕੋਈ ਜਾਣਨ ਵਾਲਾ ਲੱਭ ਜਵੇ, ਕੁੜੀ ਜਾਣਨ ਵਾਲੀ ਲੱਭ ਜਵੇ, ਕੁੜੀ ਨੂੰ ਕਹਿ ਦੇ ਵੀਰ ਜੀ ਇੱਥੇ ਕੁਦਰਤੀ ਅਸੀਂ ਇਕੱਠੇ ਹੋ ਗਏ, ਮੈਂ ਕਿਹਾ ਵੀਰ ਜੀ ਚਾਹ ਪੀ ਲਈ ਅਸੀਂ। ਕਿਉਂਕਿ ਉਹਨੂੰ ਵੀਰ ਜੀ ਭੈਣ ਜੀ ਪਾਉਣਾ ਪੈਣਾ, ਨਹੀਂ ਉਹ ਜਸਟੀਫਾਈ ਨਹੀਂ ਹੁੰਦਾ। ਉਹਨਾਂ ਲਈ ਤਾਂ ਜਸਟੀਫਾਈ ਹੁੰਦਾ, ਸਮਾਜ ਲਈ ਜਸਟੀਫਾਈ ਨਹੀਂ ਹੁੰਦਾ। ਵੀ ਜੇ ਇਹਦੇ 'ਚ ਭੈਣ ਤੇ ਭਾਈ ਵਾਲਾ ਲਕਬ ਨਹੀਂ ਪਾਉਂਦਾ, ਤੁਸੀਂ ਦੋਨੇ ਨਰਕਾਂ ਦੇ ਅਧਿਕਾਰੀ ਹੈ, ਛੇਕ ਦਿਆਂਗੇ ਸਮਾਜ ਦੇ ਵਿੱਚ। ਹਮ ਉਮਰ, ਹਾਂ ਬੜੀ ਉਮਰ ਛੋਟੀ ਉਮਰ, ਉਹਦੇ 'ਚ ਵੀ ਪੰਗਾ ਪਾ ਲੈਣਗੇ ਕਈ ਵਾਰ। ਦੇਖੋ ਚਿੱਟੀ ਦਾੜੀ ਵਾਲਾ ਇੱਕ ਕੁੜੀ ਨੂੰ ਬਿਠਾਈ ਬੈਠਾ ਹੈ, ਜੇ ਉਹ ਕਹਿ ਦੇਵੇ ਵੀ ਚਾਚਾ ਜੀ ਅਸੀਂ ਕਿਆ ਬਹਿ ਜਾਈਏ, ਇਹਦਾ ਚਾਚਾ ਕਿਵੇਂ ਲੱਗਿਆ? ਇਹ ਦੁਆਬੇ ਦੀ ਹੈ, ਬੰਦਾ ਨਾਲ ਬਲਵਈ ਬੈਠਾ ਜਾਂ ਮਾਝੇ ਦਾ ਬੈਠਾ। ਮਤਲਬ ਫਿਰ ਉਹ ਗ੍ਰਿਲਿੰਗ, ਉਹਦਾ ਥੀਸਿਸ, ਉਹ PhD ਗੱਡੀ 'ਚ ਬੈਠ ਕੇ ਫਿਰ ਉਹ ਸਮਾਜ ਨੇ ਮੰਗ ਕਰ ਦਿੱਤੀ ਬਈ ਨਾ ਇਹਨੂੰ ਵੀਰ ਤੇ ਭੈਣ ਦੇ ਚੱਕਰ 'ਚ ਪਾ, ਤਾਂ ਤੂੰ ਜਸਟੀਫਾਈ ਕਰੇਗਾ। ਭੈਣ ਜੀ ਜਾਂ ਵੀਰ ਜੀ ਕਹਿ, ਜਾਂ ਦੋਨੇ ਉੱਠ ਕੇ ਕਹਿ, ਤੂੰ ਵੀਰ ਜੀ ਭੈਣ ਜੀ ਕਹਿ, ਭੈਣ ਜੀ ਵੀਰ ਜੀ ਕਹਿ, ਤਾਂ ਤੂੰ ਸਟਾਰਬਕਸ 'ਚ ਕਾਫੀ ਪੀ ਸਕਦਾ। ਫਿਰ ਅਸੀਂ ਲਿਜਿਟ ਰੱਖਾਂਗੇ ਇਹਨੂੰ। ਉਹ ਵੀ ਇੱਕ ਵਾਰ ਤੈਨੂੰ ਛੱਡਤਾ, ਜੇ ਤੈਨੂੰ 10 ਦਿਨ ਬਾਅਦ ਤੂੰ ਫੇਰ ਚਾਹ ਪੀਂਦਾ ਫੜਿਆ ਗਿਆ, ਤੈਨੂੰ ਮਾਂਜ ਜਾਵਾਂਗੇ ਕੁੱਕਿਆਂ ਦੇ ਡੋਲ ਵਾਂਗੂ। ਇਹਨਾਂ ਨੇ ਚੰਗਾ ਕੰਮ ਫੜਿਆ, ਕੀ ਹੋਇਆ? ਅੱਜ ਯਾਰ ਫੇਰ ਬੈਠੇ ਆ ਉੱਥੇ, ਕਿੱਥੇ? ਸਟਾਰਬਕਸ ਤੇ। ਕੌਣ? ਫਲਾਣਾ ਤੇ ਫਲਾਣੀ।
ਫਲਾਣਾ ਤੇ ਇਹ ਫਲਾਣੀ, ਉਹ ਨੋਨ ਹੋਣ ਕਮਿਊਨਿਟੀ ਦੇ ਵਿੱਚ। ਜੇ ਨੋਨ ਹੋਣ ਤਾਂ ਐਂ ਹੋ, ਜੇ ਨਹੀਂ ਨੋਨ ਤਾਂ ਫਿਰ ਲੱਭਣਗੇ। ਆਹ ਗੱਡੀ ਆ, ਆਹ ਲਾਇਸੈਂਸ ਪਲੇਟ ਆ, ਇਹੋ ਜਿਹੇ ਕੱਪੜੇ ਨੇ, ਇਹੋ ਜਿਹਾ ਰੰਗ ਬੰਨ੍ਹਣਾ, ਇੰਨਾ ਉੱਚੀ ਆ, ਇੰਨੀ ਪਤਲੀ ਆ। ਇਹ ਬੰਦਾ ਵੀ ਇਹੋ ਜਿਹਾ ਹੀ ਹੈ। ਕੱਪੜੇ ਕਹੇ ਜੇ ਸੀ, ਕੱਪੜੇ ਅੱਜ ਹੀ ਪਾਏ ਲੱਗਦੇ ਆ। ਮੈਨੂੰ ਲੱਗਦਾ ਕੱਪੜੇ ਹਰ ਰੋਜ਼ ਉਹ ਜਿਹੇ ਸੀ ਪਾਏ ਹੋਏ। ਮੈਨੂੰ ਲੱਗਦਾ ਕੰਮ ਕੋਈ ਹੋਰ ਆ, ਅੱਜ ਖਾਸ ਕੱਪੜੇ ਪਾਏ ਵੇ ਸੀ। ਫੇਰ ਉਹਨੂੰ ਪੂਰਾ ਲੱਖਣ ਲਾਉਣਾ, ਉਹ ਪੂਰਾ। ਫੇਰ ਹੋ ਸਕਦਾ ਉਹ ਚੀਜ਼ ਇੱਕ ਬਲੈਕਮੇਲ ਦੇ ਤੌਰ ਤੇ ਵੀ ਕਿਤੇ ਵਰਤੀ ਜਾਵੇ। ਯਾਦ ਆ ਫਲਾਣੀ ਜਗ੍ਹਾ ਤੈਨੂੰ ਬੈਠਾ ਸੀ, ਦੇਖਿਆ ਸੀ। ਤੇ ਇਸ ਸੁਸਾਇਟੀ ਦੇ ਵਿੱਚ ਜਿਹੜੇ ਸਾਡੇ ਘਰਾਂ 'ਚ ਜੰਮੇ ਹੋਏ ਨੇ, ਉਹ 10 ਮੁੰਡੇ ਕੁੜੀਆਂ ਇਕੱਠੇ ਬਹਿ ਕੇ ਇੱਕ ਦੂਜੇ ਨੂੰ ਫਰੈਂਡ ਕਹਿੰਦੇ ਆ। ਉਹ ਗਰਲਫਰੈਂਡ ਬॉयਫ੍ਰੈਂਡ ਨਹੀਂ ਕਦੇ ਕਹਿੰਦੇ। ਤੇ ਉਹਦੇ 'ਚੋਂ ਗਾਹਾਂ ਰਿਸ਼ਤਾ ਨਹੀਂ ਪਾ ਸਕਦੇ ਜ਼ਿੰਦਗੀ 'ਚ ਕਦੇ ਵੀ ਉਹਦੇ 'ਚੋਂ ਮੈਂ ਘਰ ਵਾਲੀ ਜਾਂ ਘਰ ਵਾਲੀ ਕਹੇ ਮੈਂ ਘਰ ਵਾਲਾ ਲੱਭ ਲਵਾਂ। ਉਸ ਕਰਾਊਡ 'ਚ ਜਿੱਥੇ ਅਸੀਂ ਪੜ੍ਹੇ ਹੋਏ, ਬਹੁਤ ਰੇਅਰ ਹੋਊਗਾ ਵੀ ਇੱਕ ਕਲਾਸ 'ਚ ਪੜ੍ਹੇ ਹੋਏ ਰਿਸ਼ਤਾ ਜੋੜ ਲੈਣ, ਕਿਉਂਕਿ ਉਹ ਉਸਨੂੰ ਉਹਨਾਂ ਨੇ ਨਿਗਾਹ ਦੇ ਨਾਲ ਰਿਸ਼ਤੇ ਨੂੰ ਵੇਖਿਆ ਨਹੀਂ ਹੁੰਦਾ। ਦੇਖੋ ਕਿੰਨੀ ਪਾਕੀਜ਼ਗੀ ਆ ਤੁਹਾਡੇ ਘਰਾਂ 'ਚ ਜੰਮਿਆ ਹੋਇਆ। ਪਰ ਸਾਨੂੰ ਨਾ ਸਾਨੂੰ ਤਾਂ ਇਹ ਸੈੱਟ ਕਰਨਾ ਪੈਣਾ। ਵਪਾਰਕ ਸਨੇਸ਼ਾਂ ਤੋਂ ਬਾਅਦ ਤੁਹਾਡੀਆਂ ਕਾਲਸ ਲੈਣਾ। ਰਜਿੰਦਰ ਸਿੰਘ ਜੀ, ਇੰਦਰਪ੍ਰੀਤ ਟਵਾਣਾ ਜੀ, ਸੈਮ ਜੀ, ਇਹਨੂੰ ਸਰਲ ਕਰਿਓ ਹੋਰ, ਤੇ ਮੈਂ ਵੀ ਇਨਪੁਟ ਪਾਉਣਾ। ਅੱਜ ਅਸੀਂ ਬਣਾਇਆ, ਕਿੱਥੇ ਆ ਕੇ ਅਸੀਂ ਖੜ ਗਏ ਵੀ ਕਿਸੇ ਵੀ ਰਿਸ਼ਤੇ ਦੇ ਕਿਸੇ ਵੀ ਸੰਬੰਧ ਵਿੱਚ ਉਹ 'ਚ ਰਿਸ਼ਤਾ ਪਾ ਦਿੱਤਾ, ਤੂੰ ਜਸਟੀਫਾਈ ਕਰ ਦੇਗਾ। ਜੇ ਤੂੰ ਬਾਈਸਾਂ ਰਿਸ਼ਤਾ ਨਹੀਂ ਪਾਇਆ ਤੈਨੂੰ ਟੰਗਾਂਗੇ। ਕੁੜੀ ਤੇ ਮੁੰਡਾ ਤੁਸੀਂ ਦੋ ਬੈਠੇ ਹੋ, ਕਮਿਊਨਿਟੀ ਦੇ ਵਿੱਚ ਬੰਦਾ ਤੇ ਇਸਤਰੀ ਬੈਠੇ ਹੋ, ਚਾਹੇ ਤੁਹਾਡੇ ਸੰਬੰਧ ਜਿਹੜੇ ਨੇ ਗਲਤ ਵੀ ਹੋਣ ਆਪਸ ਵਿੱਚ, ਗਲਤ ਇਨ ਦਾ ਸੈਂਸ ਲੋਕਾਂ 'ਚ ਵੀ ਤੁਸੀਂ ਅਫੇਅਰਸ ਦੇ ਵਿੱਚ ਹੋਵੋ, ਤੇ ਜੇ ਉੱਠ ਕੇ ਐਂ ਕਹਿ ਵੀ ਭੈਣ ਜੀ ਆਏ ਸੀ, ਬੰਦਾ ਜਿਹੜਾ ਖੜਾ, ਜਿਹੜਾ ਮਿਨਿਸਟਰ ਖੜਾ ਹੱਥ ਦੇ ਵਿੱਚ ਲਈ ਤੱਕੜੀ, ਉਹਨੇ ਤੈਨੂੰ ਮਾਫ ਕਰ ਦੇਣਾ। ਤੇ ਉਧਰੋਂ ਦੋਸਤੀ ਦੇ ਤੌਰ ਤੇ ਵੀ ਬੈਠੇ ਹੋ ਤਾਂ ਤੈਨੂੰ ਉਹ ਮਤਲਬ ਕਾਲਜ ਟਾਈਮ ਦੇ ਕਿਤੇ ਮਿਲੇ ਹੋਏ ਹੋ, ਇਕੱਠੇ ਕਾਲਜ ਪੜ੍ਹੇ ਤੁਸੀਂ ਬਹਿ ਕੇ, ਤੈਨੂੰ ਕਹਿਣਾ ਪੈਣਾ ਭੈਣ ਜੀ ਨਹੀਂ ਸ਼ੇਖ ਦਿਆਂਗੇ, ਬਾਈਸਾਂ ਕੱਢ ਦਿਆਂਗੇ ਤੈਨੂੰ ਸਮਾਜ ਚੋਂ ਬਾਹਰ। ਇਹ ਪ੍ਰਚਲਿਤ ਚੀਜ਼ ਹੈ। ਹਾਂ ਭੈਣ ਭਾਈ ਕਹਦੇ ਉਹਨੂੰ, ਆਪਸ ਵਿੱਚ ਦੋਨੇ ਬੈਠੇ ਹੋ, ਭਾਜੀ ਇੱਥੇ ਆਏ ਸੀ, ਵੀਰ ਜੀ, ਭਾਜੀ ਬਾਈ ਜੀ ਆਏ ਸੀ। ਫੇਰ ਤੁਸੀਂ ਇੱਕ ਗੱਡੀ 'ਚ ਵੀ ਚਲੇ ਜਾਓ ਸਾਡੇ ਸਾਹਮਣੇ, ਸਾਨੂੰ ਰੌਲਾ ਹੀ ਕੋਈ ਨਹੀਂ, ਕਿਉਂਕਿ ਤੁਸੀਂ ਸਾਨੂੰ ਜਸਟੀਫਾਈ ਕਰਕੇ ਮੈਨੂੰ ਪੂਰੇ, ਤੂੰ ਮੈਨੂੰ ਗਵਾਹਾਂ ਤੇ ਸੂਤਰਾਂ ਦੇ ਅਨੁਸਾਰ ਨਾਲ ਸਬੂਤਾਂ ਨਾਲ ਮੈਨੂੰ ਦੱਸ ਗਿਆ, ਤੁਸੀਂ ਵੀਰ ਤੇ ਭੈਣ ਹੋ, ਤੇ ਮੈਂ ਜਸਟੀਫਾਈ ਕਰ ਦਿੱਤੀ ਇਹ ਗੱਲ। ਤੁਸੀਂ ਜਾਣੀ ਇੱਕੋ ਇੱਕ ਪਾਵਰ ਹੋ ਜਿਹਦੇ ਲਈ ਤੁਹਾਨੂੰ ਕਹਿਣਾ ਪੈਣਾ। ਨਹੀਂ ਅਸੀਂ ਚਾਹ ਵਾਲੀ ਲਾਈਨ 'ਚ ਲੱਗੇ ਹੋਏ, ਰੋਟੀ ਵਾਲੀ ਲਾਈਨ 'ਚ, ਵਿਆਹ ਸ਼ਾਦੀ 'ਚ ਕਿਤੇ ਲਾਈਨ 'ਚ ਤੁਹਾਡੇ ਵੱਲ ਨਿਗਾਹ ਰੱਖਣੀ। ਦੇਖ ਹੋਏ ਕਿਵੇਂ ਖੜੇ ਆ, ਸੰਗ ਹੈ ਇਹਨਾਂ ਨੂੰ। ਫੇਰ ਉਹ ਤੁਰਦੇ ਫਿਰਦੇ ਜਦ ਤੱਕ ਢਿੱਡ 'ਚ ਗੁੜਗੁੜ ਹੋਣੀ ਆ, ਰਸਗੁੱਲਾ ਹਾਜ਼ਮ ਨਹੀਂ ਆਉਣਾ ਜਦ ਤੱਕ ਪੁੱਛੇ ਨਾ ਜਾ ਕੇ ਕੌਣ ਸੀ ਨਾਲ ਖੜੀ ਹੋਏ। ਉਹ ਯਾਰ ਅਸੀਂ ਕਾਲਜ 'ਚ ਜਾਣਦੇ ਹਾਂ, ਅਸੀਂ ਕਾਲਜ 6 ਸਾਲ। ਅੱਛਾ ਇਹ ਕਹਾਣੀ ਸੀ ਕੋਈ। ਉਹ ਸੰਗ ਕਰ ਯਾਰ ਕੋਈ ਨਾ। ਫਿਰ ਐ ਕਿਤੇ ਸਾਡੀ ਨਾ ਖੜ ਗਈ ਕਿਸੇ ਕੋਲ, ਮੈਂ ਨਾ ਖੜ ਗਿਆ, ਮੇਰੇ ਕੋਲ ਨਾ ਖੜ ਗਈ ਆ ਕੇ ਕੋਈ। ਮਤਲਬ ਤੂੰ ਛੱਡ ਗੱਲ ਦੇ, ਫਿਲਮ ਜਿਹੜੀ ਬਣਾਉਣੀ ਹੈ, ਮਤਲਬ ਰਿਸ਼ਤਾ ਜਿਹੜਾ ਤੁਹਾਡੇ ਦੋਸਤੀ ਦੇ ਵਿੱਚ ਕਿਉਂ ਕਹਿਣਾ ਪੈਣਾ ਅਸੀਂ ਭਾਈ ਆ, ਮੈਂ ਛੋਟਾ ਭਾਈ ਤੇ ਬੜਾ ਭਾਈ ਆ। ਤੇ ਜਦੋਂ ਖੂਹ 'ਚ ਸਿੱਟਣਾ ਦੋਸਤ ਨੂੰ, ਵੱਡਾ ਤੇ ਭਾਈ ਛੋਟਾ ਭਾਈ, ਤੇ ਕਿੱਥੇ ਜਾਣੀ ਆ ਉਹ ਗੱਲ ਤੁਸੀਂ ਪਤਾ। ਬ੍ਰਦਰ ਦਾ ਹੀ ਕਹਿਣ ਦਾ ਕੀ ਮਤਲਬ, ਜਾਂ ਬ੍ਰਦਰਾਂ ਤੋਂ ਵੱਧ ਇੱਕ ਦੋਸਤ ਵੀ ਮਿਲ ਸਕਦਾ ਉਹਨੂੰ ਬ੍ਰਦਰ ਕਹਿਣ ਦੀ। ਇਸ ਤਰ੍ਹਾਂ ਹੀ ਕਾਲਜ ਤੁਸੀਂ ਕਿਸੇ ਇਸਤਰੀ ਨੂੰ ਜਾਣਦੇ ਹੋ, ਇਸਤਰੀ ਕਿਸੇ ਮਰਦ ਨੂੰ ਜਾਣਦੀ ਹੈ। ਕੀ ਉਹ ਇਸ ਸਿਸਟਮ ਜਿੱਥੇ ਵੈਸਟਰਨਾਈਜ਼ ਵਰਲਡ 'ਚ ਤੁਹਾਡੇ ਧੀ ਪੁੱਤ ਸ਼ਰੇਆਮ ਘਰੇ ਆਪਣੀ ਗਰਲਫਰੈਂਡ ਬॉयਫ੍ਰੈਂਡ ਲੈ ਕੇ ਆ ਕੇ ਰਹਿ ਰਹੇ ਨੇ, ਤੁਸੀਂ ਕਿਉਂ ਨਹੀਂ ਜਸਟੀਫਾਈ ਕਰ ਸਕਦੇ ਵੀ ਮੈਂ ਕਿਸੇ ਲੇਡੀ ਨਾਲ ਬਹਿ ਕੇ ਚਾਹ ਪੀ ਸਕਦਾ। ਰਜਿੰਦਰ ਸਿੰਘ ਜੀ ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੁਣ ਤੁਹਾਨੂੰ ਐਡਰੈਸ ਕੀਤਾ ਹੈ ਗਿੱਲ ਸਾਹਿਬ, ਤੁਸੀਂ ਵੀ ਕਿਹਾ ਵੀ ਕਿਸੇ ਨਾ ਕਿਸੇ ਨੂੰ ਜਦੋਂ ਐਡਰੈਸ ਕਰਨਾ ਹੈ ਤਾਂ ਕੁਛ ਨਾ ਕੁਛ ਤਾਂ ਉਹਨੂੰ ਕਹਿਣਾ ਪੈਣਾ ਹੈ, ਚਾਹੇ ਫਸਟ ਨੇਮ ਕਹੋ, ਚਾਹੇ ਸਰਨੇਮ ਕਹੋ, ਚਾਹੇ ਉਹਨੂੰ ਭਾਈ ਕਹੋ, ਚਾਹੇ ਉਹਨੂੰ ਅੰਕਲ ਕਹੋ, ਚਾਹੇ ਬੇਟਾ ਕਹੋ, ਚਾਹੇ ਬੇਟੀ ਕਹੋ, ਕੁਛ ਨਾ ਕੁਛ ਕਹਿ ਕੇ ਜਦੋਂ ਅਸੀਂ ਸ਼ੁਰੂ ਗੱਲ ਕਰਨੀ ਹੈ ਤੇ ਕੋਈ ਐਡਰੈਸ ਕਰਨਾ ਉਹ। ਪ੍ਰਦੇਸ਼ ਸਾਹਿਬ, ਜੇ ਪ੍ਰਦੇਸ਼ ਸਾਹਿਬ ਤੁਹਾਨੂੰ ਪਤਾ ਹੈ ਵੀ ਮੈਂ ਹਰਜੀਤ ਨੂੰ ਆਪਣੇ ਪੁੱਤਾਂ ਦੀ ਜਗ੍ਹਾ ਦੇ ਨਹੀਂ ਸਕਦਾ, ਤੁਹਾਨੂੰ ਮੈਨੂੰ ਪੁੱਤਰ ਕਹਿਣ ਦੀ ਲੋੜ ਨਹੀਂ, ਭਤੀਜਾ ਕਹਿਣ ਦੀ ਲੋੜ ਨਹੀਂ। ਆਪ ਪਰਫੈਕਟ ਆ ਮਿਸਟਰ ਗਿੱਲ, ਮਿਸਟਰ ਪੰਧੇਰ ਪਰਫੈਕਟ ਹੈ। ਹਾਂਜੀ ਹਾਂਜੀ। ਪਰ ਅਸੀਂ ਇੱਕ ਗਿੱਲ ਸਾਹਿਬ ਇਹ ਹੈਗੀ ਹੁਣ ਗੱਲ ਫੇਰ ਉੱਥੇ ਹੀ ਆ ਗਈ। ਇੱਕ ਮੈਂ ਸੁਣਿਆ ਸੀ ਵੀ ਬਲੱਡ ਥਿਕਰ ਦੈਨ ਵਾਟਰ, ਇੰਗਲਿਸ਼ ਦਾ ਅੱਖਰ ਹੈ। ਖੂਨ ਦਾ ਜਿਹੜਾ ਰਿਸ਼ਤਾ ਹੈ ਖੂਨੀ, ਉਹ ਅਸੀਂ
ਮੈਂ ਸਮਝਦਾ ਵੀ ਆਪੇ ਭਾਵੇਂ ਉਹ ਸ਼ਰੀਕ ਹੋਵੇ, ਭਾਵੇਂ ਉਹਦੇ ਨਾਲ ਕੁਛ ਜ਼ਮੀਨ ਦਾ ਵੰਡਣਾ ਹੈ, ਚਾਹੇ ਸਾਡਾ ਹੋਰ ਸੰਬੰਧ ਹੈ, ਫਾਈਨੈਂਸ਼ੀਅਲ ਸੰਬੰਧ ਹੈ, ਉਹ ਬਲੱਡ ਜਿਹੜਾ ਨਾ ਬਲੱਡ ਰਿਲੇਸ਼ਨ ਹੈਗੇ ਕੁਛ, ਤੇ ਅਸੀਂ ਦੋਸਤਾਂ ਦੀ ਜਿਹੜੀ ਸੰਬੰਧ ਹੈ ਉਹਨੂੰ ਅਸੀਂ ਬਲੱਡ ਦੇ ਰਿਲੇਸ਼ਨ ਦੇ ਵਿੱਚ ਵਰਤ ਕੇ ਜ਼ਿਆਦਾ ਅਸੀਂ ਦਾ ਮਤਲਬ ਆਪਣੇ ਏਸ਼ੀਅਨ ਪੰਜਾਬੀ ਜਿਵੇਂ ਆਪਾਂ ਹੈਗੇ ਆ, ਬਾਈ ਜੀ ਕੀ ਹਾਲ ਹੈ, ਛੋਟੇ ਭਾਈ ਕੀ ਹਾਲ ਹੈ, ਜੇ ਉਮਰ ਦਾ ਫਰਕ ਹੈ ਤਾਂ ਬੇਟਾ ਬੇਟੀ ਐਵੇਂ ਬਣਾਈ ਫਿਰਨਾ, ਕਿਸੇ ਨੂੰ ਅੰਕਲ, ਹਰੇਕ ਨੂੰ ਕਮੇ ਆਪਦੀ ਉਮਰ ਦਾ ਵੀ ਹੋਏ ਉਹਨੂੰ ਅੰਕਲ ਕਹਿ ਦੇਣਾ, ਉਹਨੇ ਫਿਰ ਆਹੋ ਇੱਕ ਆਹ ਵੀ ਬਿਮਾਰੀ ਆ, ਇੱਕ ਇਹ ਵੀ ਬਿਮਾਰੀ ਆ ਪੰਦੇਰ ਸਾਹਿਬ, ਸੌਰੀ ਮੈਂ ਟੋਕਦਾ ਇੱਥੇ। ਜੇ ਹੁਣ ਬੀਬੀ ਇੱਕ 65 ਸਾਲ ਦੀ ਖੜੀ ਹੈ, ਉਹਨੇ ਬਸਮਾ ਲਾਇਆ ਚਿੱਟੇ ਬਾਲਾਂ ਨੂੰ, ਮੈਂ 48 ਦਾ, ਜੇ ਉਹ ਮੈਨੂੰ ਕਹਿ ਦਿੰਦੀ ਆ ਪੁੱਤਰ ਤਾਂ ਉਹਦੀ ਉਮਰ ਘਟ ਜਾਂਦੀ, ਵੱਧ ਜਾਂਦੀ ਆ, ਉਹ ਫਿਰ ਮੈਨੂੰ ਵੀਰ ਜੀ ਕਹੂਗੀ, ਮੈਂ ਆਂਟੀ ਨਹੀਂ ਕਹਿ ਸਕਦਾ। ਚੱਲ ਮੈਂ ਗੱਲ ਕਰਕੇ ਮੁਕਾਉਣਾ ਗਿੱਲ ਸਾਹਿਬ। ਹੁਣ ਇੱਕ ਤਾਂ ਅਸੀਂ ਜੇ ਨਾ ਸਕੀ ਭੈਣ ਹੋਵੇ ਨਾ, ਅਸੀਂ ਧਰਮ ਦੀ ਭੈਣ ਬਣਾ ਲੈਂਦੇ ਆ। ਉਹ ਧਰਮ ਦੀ ਭੈਣ ਜਿਹੜੀ ਬਣ ਜਾਂਦੀ ਹੈ, ਉਹ ਕੀ ਪਤਾ ਉਹ ਤੁਹਾਡੀ ਧਰਮ ਬਲੱਡ ਰਿਲੇਸ਼ਨ ਬਣ ਜਾਂਦੀ ਹੈ ਕਿ ਨਹੀਂ ਬਣ ਜਾਂਦੀ, ਬਣਾ ਲੈਂਦੀ ਜਿਹਦੇ ਕੋਈ ਮੇਰੀ ਸਗੀ ਭੈਣ ਤਾਂ ਹੈ ਨਹੀਂ ਕੋਈ ਜੀ, ਪਰ ਧਰਮ ਦੀ ਭੈਣ ਬਣਾ ਲਈ। ਕਈ ਤਾਂ ਮਾਸੀ ਦੀ ਧੀ ਨੂੰ, ਚਾਚੇ ਦੀ ਧੀ ਨੂੰ, ਮਾਮੇ ਦੀ ਧੀ ਨੂੰ ਬਣਾ ਲੈਣ, ਉਹ ਤਾਂ ਚਲੋ ਕਜ਼ਨ ਸਿਸਟਰ ਹੈ, ਤੇ ਦੂਜਿਆਂ ਨੂੰ ਕਿਸੇ ਨੂੰ ਐਵੇਂ ਹੀ ਧਰਮ ਦੀ ਭੈਣ ਬਣਾ ਕੇ ਭੈਣ ਭੈਣ ਕਰੀ ਜਾਣਾ, ਹੋਰ ਕੋਈ। ਤੇ ਬਾਕੀ ਗੱਲਾਂ ਤਾਂ ਮੈਂ ਕਾਫੀ ਕਰ ਲਈਆਂ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਸਾਹਿਬ। ਇਹ ਜਿਹੜੇ ਸ਼ਬਦ ਇਹ ਗਲਤ ਨੇ, ਕਈ ਨਾ ਘਰ ਵਾਲੀ ਨੂੰ ਧਰਮ ਪਤਨੀ ਕਹਿੰਦੇ ਨੇ, ਧਰਮ ਪਤਨੀ ਸ਼ਬਦ ਨਹੀਂ ਹੈ ਕੋਈ, ਧਰਮ ਦੀ ਪਤਨੀ ਕਿਉਂ, ਪਤਨੀ ਆ ਉਹ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨੇ ਲਾਵਾਂ ਲਈਆਂ ਨੇ, ਉਹਨੇ ਫੇਰੇ ਕਰਾਏ ਨੇ, ਧਰਮ ਦੀ ਪਤਨੀ ਥੋੜਾ ਹੋ ਗਈ, ਉਹ ਰਿਸ਼ਤਾ ਹੋ ਗਿਆ। ਧਰਮ ਦੇ ਭਾਈ, ਧਰਮ ਦੀਆਂ ਭੈਣਾਂ, ਇਹ ਸ਼ਬਦ ਨੇ। ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ 3। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਜਿਹੜੀ ਗੱਲਬਾਤ ਹੈ ਨਾ, ਹੁਣ ਮੈਂ ਵੀ ਥੋੜਾ ਜਿਹਾ ਮੈਂ ਫਾਈਨੈਂਸ਼ੀਅਲ ਚ ਕੰਮ ਸ਼ੁਰੂ ਕੀਤਾ ਸੀ ਪਾਰਟ ਟਾਈਮ, ਤੇ ਉਹਦੇ ਵਿੱਚ ਨਾ ਪ੍ਰੋਬਲਮ ਸਾਨੂੰ ਕੀ ਆਉਂਦੀ ਆ, ਹੁਣ ਅਸੀਂ ਕਲਾਇੰਟਸ ਨੂੰ ਮਿਲਦੇ ਆ, ਕੋਈ ਵੀ ਆ, ਜੇ ਹੁਣ ਕੋਈ ਬੰਦਾ ਜਿਵੇਂ ਚਲੋ ਕੋਈ ਬੰਦਾ ਤੁਹਾਡੇ ਨਾਲ ਕੰਮ ਵੀ ਕਰਦਾ, ਜਾਂ ਉਹਦੀ ਵਾਈਫ ਨਾਲ ਤੁਸੀਂ ਕੁਲੀਗ ਹੋ ਆਫਿਸ ਚ, ਜਦੋਂ ਤੱਕ ਤੁਸੀਂ ਭੈਣ ਜੀ ਨਾ ਕਹਿੰਦੇ, ਤੇ ਉਹ ਬੰਦੇ ਨਾ ਤਾਂ ਮਤਲਬ ਤੁਸੀਂ ਉਹਨਾਂ ਦਾ ਕੌਨਫੀਡੈਂਸ ਜਿੱਤਣ ਵਾਸਤੇ, ਤੇ ਮਤਲਬ ਇੱਕ ਤਰੀਕੇ ਨਾਲ ਐਂਟਰੀ ਉਹਨਾਂ ਦਾ ਫੇਥ ਪਾਉਣ ਵਾਸਤੇ ਤੁਹਾਨੂੰ ਕਹਿਣਾ ਪੈਂਦਾ, ਤੇ ਇਹ ਆਪਣੀ ਸਿਰਜਣਾ ਹੈ। ਪਰ ਹੁਣ ਮੈਂ ਦੇਖਿਆ ਹੌਲੀ ਹੌਲੀ ਤੁਹਾਡਾ ਕੰਫਰਟ ਲੈਵਲ ਹੋ ਜਾਂਦਾ ਨਾ, ਤੁਸੀਂ ਉਹਦੇ ਨਾਮ ਦੇ ਨਾਲ ਜੀ ਲਾ ਕੇ ਬੁਲਾਓ, ਮੈਨੂੰ ਲੱਗਦਾ ਉਹ ਬੜਾ ਸੁਖਾਲਾ ਲੱਗਦਾ, ਤੇ ਅਗਲੇ ਨੂੰ ਵੀ ਹੁਣ ਜਿਹੜੇ ਸਾਡੀ ਉਮਰ ਦੇ ਨੇ, ਹੁਣ ਅਸੀਂ ਜੀ ਲਾ ਕੇ ਬੋਲਦੇ ਆ ਨਾ, ਬੜਾ ਵਧੀਆ ਲੱਗਦਾ ਵੀ ਜੇ ਹੁਣ ਕਿਸੇ ਦਾ ਨਾਮ ਸਰਬਜੀਤ ਜੀ ਕਹਿ ਦੋ ਤੁਸੀਂ, ਮੈਨੂੰ ਲੱਗਦਾ ਉਹ ਵੀ ਉਨੀ ਰਿਸਪੈਕਟ ਆ। ਤੇ ਗਿੱਲ ਸਾਹਿਬ, ਜਿਹੜੀ ਸਾਡੀ ਜਿਹੜੇ ਉਰੇ ਵਾਲੇ ਬੱਚੇ ਨੇ, ਜਿਵੇਂ ਹੁਣ ਮੈਂ ਆਪਣੇ ਬੱਚੇ ਨਾ, ਜੇ ਕੋਈ ਉਹਨਾਂ ਦਾ ਕਲਾਸਮੇਟ ਆਪਾਂ ਕਹਿੰਦੇ ਉਹ ਤੇਰਾ ਦੋਸਤ ਹੈ, ਉਹ ਕਹਿਣਗੇ ਨਹੀਂ ਉਹ ਮੇਰਾ ਦੋਸਤ ਨਹੀਂ ਹੈਗਾ। ਇਹ ਸਪਸ਼ਟ ਨੇ ਉਰੇ ਵਾਲੇ ਜਵਾਕ ਵੀ ਇਹਨਾਂ ਦਾ ਦੋਸਤ ਕਿਹੜਾ ਹੈ ਕਿਹੜਾ ਨਹੀਂ, ਤੁਸੀਂ ਇਹਨਾਂ ਨੂੰ ਧੱਕੇ ਨਾਲ ਨਹੀਂ ਕੁਛ ਵੀ ਕਰਾ ਸਕਦੇ। ਜੇ ਇਹਨਾਂ ਦਾ ਮਤਲਬ ਓਦਾਂ ਦੋਸਤ ਨੇ, ਠੀਕ ਹੈ, ਜਿਵੇਂ ਤੁਸੀਂ ਪਹਿਲਾਂ ਕਰੀ ਗਏ ਹੋ, ਗਰਲਫ੍ਰੈਂਡ ਬॉयਫ੍ਰੈਂਡ ਇਹਨਾਂ ਦੇ ਸਪੈਸੀਫਿਕ ਨੇ ਬੰਦੇ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੀ ਦੋਸਤੀ, ਉਹ ਰਿਲੇਸ਼ਨ ਇਹਨਾਂ ਦਾ ਪਿਆਰ ਵਾਲਾ ਜਿਹੜਾ ਉਹਨਾਂ ਦੇ ਨਾਲ ਹੈ ਨਾ, ਤੇ ਸਾਨੂੰ ਇਸ ਚੀਜ਼ ਤੋਂ ਨਿਕਲਣ ਵਾਸਤੇ ਪਤਾ ਨਹੀਂ, ਹੁਣ ਅਸੀਂ ਵੀ ਸਟਕ ਹੋ ਜਾਂਦੇ ਹਾਂ। ਗਿੱਲ ਸਾਹਿਬ, ਇਹ ਕਹਿਣੀ ਪੈਂਦੀ ਹੈ, ਪਰ ਇੱਕ ਤੁਸੀਂ ਦੇਖੋ ਕੋਈ ਤੁਹਾਡੇ ਨਾਲ ਦਾ ਤੁਹਾਡਾ ਕਲਾਸ ਮਤਲਬ ਫੈਲੋ ਹੈ, ਜਾਂ ਤੁਹਾਡਾ ਗਵਾਂਢੀ ਆ, ਤੁਹਾਡੇ ਨਾਲ ਵਧੀਆ ਵਰਤਦੇ ਨੇ, ਉਹਦੀ ਵਾਈਫ ਨੂੰ ਤੁਸੀਂ ਜੇ ਉਹਨੂੰ ਭਾਈ ਜੀ ਕਹਿੰਦੇ ਹੋ, ਵੀਰ ਜੀ ਕਹਿੰਦੇ, ਉਹਦੀ ਘਰ ਵਾਲੀ ਨੂੰ ਭਾਬੀ ਨਹੀਂ ਕਹਿ ਸਕਦੇ, ਭੈਣ ਜੀ ਉਹ ਕਹਿਣਾ ਪੈਂਦਾ। ਹਾਲਾਂਕਿ ਉਹ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੇਰਾ ਦੋਸਤ ਹੈ, ਮੇਰਾ ਛੋਟਾ ਭਾਈ ਹੈ ਜਾਂ ਕਜ਼ਨ, ਵੀ ਮੇਰੀ ਉਮਰ ਅਸੀਂ ਇੱਕ ਹੈ, ਉਹਨੂੰ ਆਪਾਂ ਵੀਰ ਜੀ ਕਹਿੰਦੇ ਆ ਜਾਂ ਭਾਜੀ ਕਹਿੰਦੇ ਆ, ਉਹਦੀ ਘਰ ਵਾਲੀ ਨੂੰ ਭੈਣ ਜੀ ਕਹਿਣਾ ਪੈਂਦਾ, ਉਹਨੂੰ ਭੈਣ ਜੀ ਕਹਿੰਦੇ ਆ। ਮੈਨੂੰ ਦੱਸੋ ਕਿਹੜਾ ਰਿਸ਼ਤਾ ਹੈ? ਹਾਂਜੀ ਹਾਂ, ਇਹ ਥੋੜਾ ਜਿਹਾ ਨਾ ਸਾਨੂੰ ਪਤਾ ਨਹੀਂ, ਅਸੀਂ ਕਈ ਵਾਰੀ ਸਟਕ ਹੋ ਜਾਂਦੇ ਆ ਲੋਕਾਂ ਨੂੰ। ਪਰ ਇਹ ਇੱਕ ਗੱਲ ਹੈਗਾ ਵੀ ਜੇ ਬੰਦੇ ਕਈ ਭੈਣ ਜੀ ਕਰਕੇ ਵੀ ਬੰਦਾ ਕਈ ਵਾਰੀ ਨਜ਼ਰਾਂ ਚੋਂ ਆਪਾਂ ਦੇਖਿਆ, ਕਈ ਹਰੇਕ ਬੰਦੇ ਦਾ ਦੇਖੋ ਕਰੈਕਟਰ ਹੈ ਸਮਾਜ ਚ ਪਤਾ ਹੀ ਹੁੰਦਾ, ਸੋ ਉਹਦੇ ਤੋਂ ਵੀ ਬੰਦਾ ਪਛਾਣਿਆ ਜਾਂਦਾ। ਲੇਡੀ ਨੂੰ ਜ਼ਰੂਰ ਪਤਾ ਲੱਗ ਜਾਂਦਾ ਵੀ ਕਿਹੜਾ ਤੁਹਾਡੀ ਰਿਸਪੈਕਟ। ਮੈਂ ਦੇਖਿਆ ਲੇਡੀ ਜੇ ਤੁਸੀਂ ਉਹਨੂੰ ਜੀ ਕਹਿ ਕੇ ਵੀ ਬੁਲਾਉਂਦੇ ਹੋ, ਗਿੱਲ ਸਾਹਿਬ ਉਨੀ ਉਹ ਕਰਦੀਆਂ ਨੇ। ਮੇਰੇ ਨਾਲ ਹੋ ਚੁੱਕਿਆ, ਮੈਂ ਪਹਿਲਾਂ ਚਲੋ ਸਾਰਿਆਂ ਨੂੰ ਜਿਵੇਂ ਭੈਣ ਜੀ ਕਹਿੰਦਾ ਸੀਗਾ ਜਿਹੜੀਆਂ ਸੀਗੀਆਂ, ਤੇ ਬਾਅਦ ਚ ਉਹਨਾਂ ਦਾ ਨਾਮ ਲੈ ਕੇ ਜੀ ਕਹਿੰਦੇ ਆ ਤਾਂ ਕੋਈ ਮਾਇੰਡ ਨਹੀਂ ਕਰਦਾ ਬੰਦਾ ਉਵੇਂ, ਕਿਉਂਕਿ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿਸ ਨਜ਼ਰੀਏ ਨਾਲ ਦੇਖਦੇ ਆਪਾਂ। ਧੰਨਵਾਦ ਬਾਈ ਜੀ। ਬਿਲਕੁਲ ਇੱਜ਼ਤ ਦੀ ਗੱਲ ਹੈ, ਭੈਣ ਜੀ ਕਹਿ ਕੇ ਇੱਜ਼ਤ ਨਹੀਂ ਵੱਧ ਸਕਦੀ, ਨਾਂ ਲੈ ਕੇ ਇੱਜ਼ਤ ਘਟ ਨਹੀਂ ਸਕਦੀ। ਤੁਹਾਡੀ ਫੀਲਿੰਗ ਕੀ ਆ? ਹੁਣ ਇਹ ਗੱਲ ਜਿਹੜੀ ਕਹਿ ਗਏ ਨੇ ਟਵਾਣਾ ਜੀ, ਹੁਣ ਦੋਸਤ ਹੋ ਤੁਸੀਂ ਆਪਸ ਵਿੱਚ, ਤੁਸੀਂ ਆਪਸ ਵਿੱਚ ਦੋਸਤ ਹੋ, ਉਹਦੀ ਵਾਈਫ ਨੂੰ ਤੁਸੀਂ ਭੈਣ ਜੀ ਕਹੀ ਜਾਂਦੇ ਹੋ। ਇੱਕ ਭਾਬੀ ਦਾ ਇੱਕ ਜਿਹੜਾ ਰਿਸ਼ਤਾ, ਪਰ ਉਹ ਆਪਣੇ ਸਿਸਟਮ ਦੇ ਵਿੱਚ ਇਹਨੇ ਭਾਬੀ ਕਿਉਂ ਕਹਿਆ ਇਹਨੂੰ?
ਉਹ ਇੱਕ ਚੱਕਰ ਫਿਰ, ਕਿਉਂਕਿ ਸਾਡੀ ਫੀਲਿੰਗ ਗਲਤ ਹੈ, ਭਾਬੀ ਜਾਂ ਭੈਣ ਕਹਿਣ ਵਾਲੀ ਜਾਂ ਨਾ ਕਹਿਣ ਦੀ ਫੀਲਿੰਗ ਨਹੀਂ, ਸਾਡੇ ਜਿਹੜਾ ਕੂੜਾ ਕਰਕਟ ਹੈ ਦਿਮਾਗ ਦੇ ਵਿੱਚ ਇਹ ਬੋਦਰ ਕਰਦਾ ਤੁਹਾਨੂੰ। ਸੈਮ ਜੀ, ਲਾਈਨ ਨੰਬਰ 4। ਗਿੱਲ ਸਾਹਿਬ, ਮੈਂ ਤਾਂ ਕਹੂੰਗਾ ਵੀ ਇਨਸਾਨ ਨਾ ਸੋਲੂਸ਼ਨ ਕੱਢਣ 'ਚ ਬੜਾ ਤੇਜ਼ ਹੈ। ਇਹ ਜੋ ਵੀ ਆਪਾਂ ਦੇਖਦੇ ਆ ਇਹ ਸੋਲੂਸ਼ਨ ਕੱਢੇ ਆ। ਉਹ ਜੀ ਪਹਿਲੀਆਂ ਬੁਰਕਾ ਕਿਉਂ ਪਾਉਂਦੀਆਂ ਸੀ, ਉਹ ਸੋਲੂਸ਼ਨ ਹੀ ਕੱਢਿਆ ਸੀ। ਉਹਨਾਂ ਟਾਈਮਾਂ ਦੇ ਵਿੱਚ ਹਾਲਤ ਹੀ ਜਿਹੀ ਸੀ, ਔਰਤਾਂ ਦਾ ਬੁਰੀ ਹਾਲਤ ਹੁੰਦੀ ਸੀ। ਸੋ ਸੋਲੂਸ਼ਨ ਸੀ। ਆਪਣੇ ਘੁੰਡ, ਆਪਣੇ ਘਰਦਿਆਂ ਦੇ ਕੋਲ ਜਿੱਥੇ ਉਹ ਵਿਆਹੀਆਂ ਜਾਂਦੀਆਂ ਉੱਥੇ ਘੁੰਡ ਕੱਢੀ ਦੀਆਂ ਸੀ, ਉਹ ਵੀ ਇੱਕ ਸੋਲੂਸ਼ਨ ਸੀ। ਆ ਵੀ ਆ ਜਿਹੜਾ ਆਪਾਂ ਰਿਸ਼ਤਾ ਬਣਾਉਂਦੇ ਆ, ਇਹ ਉਸ ਸਮਾਜ ਦਾ ਸੋਲੂਸ਼ਨ ਹੀ ਆ, ਹੋਰ ਕੋਈ ਨਹੀਂ। ਇਹਦੇ ਵਿੱਚ ਜਿਹੜਾ ਇੱਕ ਸਟੈਪ ਮੋਹਰੇ ਚੱਲ ਜਾਂਦਾ ਆ ਉਹਦੇ ਵੀ ਛਿੱਤਰ ਪੈਂਦੇ, ਜਿਹੜਾ ਇੱਕ ਸਟੈਪ ਪਿੱਛੇ ਰਹਿ ਜਾਂਦਾ ਉਹਦੇ ਵੀ ਛਿੱਤਰ ਪੈਂਦੇ ਆ। ਸਹੀ ਬੜੀ ਗੁੱਡ ਯਾਰ। ਕਿੱਥੇ ਬੈਠੇ ਆ ਅਸੀਂ, ਤੁਸੀਂ ਵੀ ਇੱਕ ਬੰਦੇ ਨਾਲ ਕਿਤੇ ਚਾਹ ਨਹੀਂ ਪੀ ਸਕਦੇ ਤੁਸੀਂ? ਉਹ ਜਿਹੜੀ ਚਾਹ ਵਾਲੀ ਜਗ੍ਹਾ ਤੇ ਕੋਈ ਬੈਠਾ, ਕਾਫੀ ਤੇ ਬੈਠਾ, ਉਹ ਇਹਦਾ ਮਤਲਬ ਕੋਈ ਨਾ ਕੋਈ ਸਹਿਮਤੀ ਕਰਕੇ ਜਾਂ ਸਡਨ ਵੀ ਤੁਸੀਂ ਇਹ ਕਾਲਜ ਕੋਈ 20 ਸਾਲ ਪੁਰਾਣਾ ਕੋਈ ਤੁਸੀਂ ਮੁੰਡਾ ਕੁੜੀ ਕਿਤੇ ਇਕੱਠੇ ਹੋ, ਉਹਨਾਂ ਪਛਾਣ ਇੱਕ ਦੂਜੇ ਨੂੰ, ਤੇ ਤੁਸੀਂ ਕਿਉਂ ਨਹੀਂ ਬਹਿ ਸਕਦੇ ਉੱਥੇ? ਇਹਦਾ ਕਾਰਨ ਕੀ ਹੈ? ਤੇ ਉਹਨੂੰ ਕਿਉਂ ਭੈਣ ਜੀ ਤੇ ਭਾਈ ਜੀ ਤੁਹਾਨੂੰ ਕਹਿਣਾ ਪੈਣਾ ਉਹਦੇ ਚ, ਜਦ ਤੁਹਾਨੂੰ ਪਤਾ ਅਸੀਂ ਪਾਕੀਜ਼ਗੀ ਆ ਤੁਹਾਡੇ ਦਿਲ ਦੇ ਵਿੱਚ। ਸਰ ਜਸਵਿੰਦਰ ਸਿੰਘ, ਲਾਈਨ ਨੰਬਰ 5। ਹਾਂਜੀ ਗਿੱਲ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਬੜਾ ਪੱਕਾ ਪੈਂਦਾ ਕੋਈ ਨਾ ਕੋਈ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਵੀ। ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ। ਗੱਲ ਇਸ ਤਰ੍ਹਾਂ ਗਿੱਲ ਸਾਹਿਬ ਜੀ, ਮੈਂ ਨਾ ਥੋੜੇ ਦਿਨ ਪਹਿਲਾਂ ਖਬਰਾਂ ਸੁਣ ਰਿਹਾ ਸੀਗਾ। ਤੁਹਾਨੂੰ ਪਤਾ ਹੋਣਾ ਯੂਕੇ ਦੇ ਪ੍ਰਾਈਮ ਮਿਨਿਸਟਰ ਦੇ ਸੈਕੰਡ ਮੈਰਿਜ ਜਿਹੜੀ ਆ ਉਹਦੇ ਬੇਟਾ ਹੋਇਆ ਸੀਗਾ, ਹਨਾ। ਤੇ ਖਬਰਾਂ ਦੇ ਵਿੱਚ ਕੀ ਆਇਆ ਸੀਗਾ ਕਿ ਯੂਕੇ ਦੀ ਪ੍ਰਾਈਮ ਮਿਨਿਸਟਰ ਦੀ ਗਰਲ ਫਰੈਂਡ ਦੇ ਬੱਚਾ ਹੋਇਆ, ਬੇਟਾ ਹੋਇਆ। ਹੁਣ ਤੁਸੀਂ ਇਹ ਦੇਖੋ ਵੀ ਅਸੀਂ ਰਿਸ਼ਤਾ ਬਣਾ ਕਿੱਧਰ ਨੂੰ ਰਹੇ ਹਾਂ। ਇਸੇ ਤਰ੍ਹਾਂ ਜਦੋਂ ਸਿੰਗਰ ਆ ਕੇ ਆਪਣੇ ਗਾਣਿਆਂ ਦੇ ਵਿੱਚ ਐਕਸਪਲੇਨ ਕਰਦੇ ਆ, ਜਦੋਂ ਆਪਾਂ ਸਟੂਡੀਓ ਜਾ ਕੇ ਬੁਲਾਈਏ ਉਹਨਾਂ ਦਾ ਆ ਕੇ ਆਪਣੇ ਉਹ ਦੱਸਦੇ ਆ, ਉਹ ਵੀ ਉਹਨਾਂ ਨੂੰ ਇਸ ਜਿੱਦਾਂ ਹੁਣ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਕਿ ਜਿਹੜੇ ਬੱਚੇ ਪੜ੍ਹਦੇ ਨੇ ਇਕੱਠੇ ਉਹ ਐਜ਼ ਏ ਫਰੈਂਡ ਨੇ, ਗਰਲ ਫਰੈਂਡ, ਬॉयਫ੍ਰੈਂਡ, ਇੱਕ ਫਰੈਂਡ, ਦੋਸਤ ਨੇ। ਪਰ ਜਦੋਂ ਅਸੀਂ ਇਹਨਾਂ ਨੂੰ ਐਕਸਪਲੇਨ ਬੜੇ ਗਲਤ ਤਰੀਕੇ ਨਾਲ ਕਰਦੇ ਆ ਨਾ ਕਿ ਉਹਨਾਂ ਦੀ ਯਾਰੀ ਦੋਸਤੀ, ਉਹਨਾਂ ਨੂੰ ਆਸ਼ਿਕ ਬਣਾ ਦਿੰਦੇ ਆਪਸ ਵਿੱਚ, ਤਾਂ ਫਿਰ ਉੱਥੇ ਪ੍ਰੋਬਲਮਾਂ ਖੜੀਆਂ ਹੁੰਦੀਆਂ ਆ। ਉੱਥੋਂ ਫਿਰ ਇਹ ਜਿੱਦਾਂ ਹੁਣ ਗਾਣਿਆਂ ਦੇ ਵਿੱਚ ਜੀਜਾ ਸਾਲੀ ਦਾ ਰਿਸ਼ਤਾ ਅਸੀਂ ਕਿਸ ਤਰੀਕੇ ਤੇ ਲਿਆ ਕੇ ਖੜਾ ਕਰ ਦਿੱਤਾ, ਦਿਓਰ ਭਰਜਾਈ ਦਾ ਰਿਸ਼ਤਾ ਕਿਸ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ। ਹਰ ਇੱਕ ਬੰਦਾ ਉਹਨੂੰ ਸ਼ੱਕ ਦੇ ਨਜ਼ਰ ਨਾਲ ਦੇਖਦਾ, ਬੇਸ਼ੱਕ ਉਹਨਾਂ ਦੇ ਉਹ ਆਪਣੇ ਭੈਣ ਭਰਾ ਵਾਂਗ ਹੀ ਆਪਣੇ ਆਪ ਨੂੰ ਨਿਭਦੇ ਹੋਣ। ਪਰ ਅਸੀਂ ਐਕਸਪਲੇਨ ਇਸ ਤਰੀਕੇ ਨਾਲ ਕਰ ਦਿੱਤਾ ਹੈ ਕਿ ਅਸੀਂ ਆਪਣੀ ਕਿਤੇ ਬਾਹਰ ਅਸੀਂ ਜਿੰਨੀ ਮਰਜ਼ੀ ਇੱਕ ਥਾਂ ਕੰਮ ਕਰਦੇ ਹਾਂ, ਜੌਬ ਕਰਦੇ ਹਾਂ, ਆ ਕੇ ਵਾਈਫ ਨੂੰ ਕਹੀਏ ਇਹ ਭੈਣ ਜੀ ਬਹੁਤ ਵਧੀਆ ਨੇ, ਉਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਤੁਸੀਂ ਭਾਈ ਤੁਸੀਂ ਇਹਨੂੰ, ਅਸੀਂ ਜਾਣਦੇ ਹਾਂ ਕਿੱਦਾਂ ਦੀਆਂ ਭੈਣਾਂ ਹੁੰਦੀਆਂ। ਇਸੇ ਤਰ੍ਹਾਂ ਵੀ ਬੱਚਾ ਕੇ ਭੈਣ ਜੀ ਕਹਿਣਾ ਪੈਣਾ ਭੈਣ ਜੀ ਤੋਂ ਜੀ ਭੈਣ ਜੀ ਕਹਿਣਾ ਪੈਣਾ, ਜਿਸ ਉਹਦੇ ਬਾਅਦ ਫੇਰ ਐਡਜਸਟ ਹੋਊਗੀ। ਇਹ ਪ੍ਰੋਬਲਮਾਂ ਖੜੀਆਂ ਹੋਈਆਂ ਜੀ। ਧੰਨਵਾਦ ਜੀ, ਥੈਂਕ ਯੂ। ਥੈਂਕ ਯੂ। ਹੁਣ ਭਰਜਾਈ ਦਾ ਰਿਸ਼ਤਾ, ਵੱਡੀ ਭਰਜਾਈ, ਉਹਦਾ ਲੈਵਲ ਪਤਾ ਕੀ ਹੈ? ਇੱਕ ਭਰਾ ਤੁਹਾਡੇ ਲਈ ਸਤਿਕਾਰਤ ਤੋਂ 5 ਸਾਲ ਵੱਡਾ, ਉਹਦੀ ਵਾਈਫ ਹੈ, ਉਹ ਤੁਹਾਡੇ ਲਈ ਜਗ੍ਹਾ ਕੀ? ਸਰ ਇੱਥੇ ਭਾਬੀ ਕਹੀ ਨਹੀਂ ਤੇ ਕਹਾਣੀ ਵਿਗੜੀ, ਇੱਥੇ ਜੇਠ ਕਿਹਾ ਨਹੀਂ ਤੇ ਚੱਕਰ ਪਿਆ। ਹੁਣ ਜਵਾਕ ਧੀ ਜਾਵੇ, ਜਿਹੜੇ ਚੱਕੀ ਕਾਪੀ ਤੁਰੀ ਜਾਂਦੀ ਆ, ਹਬ ਤੂੰ ਕਿੱਥੇ ਨੂੰ? ਡੈਡੀ ਮੈਂ ਪ੍ਰੋਜੈਕਟ ਕਰਨ ਜਾਣਾ। ਕਿੱਥੇ ਜਾਣਾ? ਫਲਾਣੀ ਮੇਰੀ ਫਰੈਂਡ ਦੇ ਘਰੇ। ਉੱਥੇ ਕੌਣ ਹੈ? ਉੱਥੇ ਅਸੀਂ 3 ਕੁੜੀਆਂ, 3 ਸਾਡੇ ਕਾਲਜ ਸਕੂਲ ਦੇ ਮੁੰਡੇ ਆ, ਅਸੀਂ 6 ਜਣੇ ਦਾ ਪ੍ਰੋਜੈਕਟ ਕਰ। ਅੱਛਾ ਮੁੰਡੇ ਵੀ ਨੇ ਉੱਥੇ? ਬਾਬਾ ਤੁਸੀਂ ਕੁੜੀਆਂ ਕੁੜੀਆਂ ਕਰ ਲਿਆ ਕਰੋ ਪ੍ਰੋਜੈਕਟ ਇਹ, ਕਿਉਂਕਿ ਸਾਡਾ ਮਾਈਂਡ ਸੈਟ ਹੈ, ਇਹਨਾਂ ਦਾ ਨਹੀਂ ਮਾਈਂਡ ਸੈਟ। ਤੋ ਸਾਨੂੰ ਇਹ ਭੈਣ ਜੀ, ਜਾਂ ਜੇ ਮੰਨ ਲਓ ਵੀ ਤੁਸੀਂ ਗਰੋਸਰੀ ਸ਼ਾਪ ਕਰਨ ਗਏ ਹੋ, ਤੁਹਾਡੀ ਘਰ ਵਾਲੀ ਨਾਲ ਹੈ, ਉੱਥੇ ਤੁਹਾਡੀ ਕੋਈ ਕੰਮ ਵਾਲੀ ਲੇਡੀ ਮਿਲ ਗਈ ਸਾਹਮਣੇ, ਉਹਦੇ ਨਾਲ ਉਹਦਾ ਘਰ ਵਾਲਾ। ਹੁਣ ਤੁਸੀਂ ਹਰ ਰੋਜ਼ ਚਾਹੇ ਉੱਥੇ ਹਰਜੀਤ, ਸਤਵਿੰਦਰ, ਬਲਵੀਰ ਕਹਿ ਕੇ ਬੁਲਾਉਂਦੇ ਹੋਵੋ ਆਪਸ ਵਿੱਚ, ਤੇ ਬਲਵੀਰ ਆ ਫੜਾਈ ਸਮਾਨ, ਹਰਜੀਤ ਫੜਾਈ ਸਮਾਨ ਇੱਥੇ, ਤੇ ਉੱਥੇ ਉਹਨੂੰ ਕਹਿਣਾ ਇਹ ਵੀਰ ਜੀ ਨੇ ਹਰਜੀਤ ਹੋਣੇ, ਇਹ ਮੇਰੇ ਨਾਲ ਕੰਮ ਕਰਦੇ, ਇਹ ਭੈਣ ਜੀ ਦੇ ਸਤਵਿੰਦਰ ਕੌਰ, ਇਹ ਮੇਰੇ ਨਾਲ ਕੰਮ ਕਰਦੇ। ਉਹ ਕਹਿਣਾ ਪੈਣਾ। ਇਹ ਗੱਡੀ ਜਦ ਬਕਸੇ ਰੱਖਣਾ ਇਹਨੇ, ਉਹਨੇ ਪੁੱਛਣਾ ਇਹ ਹਰਜੀਤ ਤੇਰੇ ਨਾਲ ਕਿੰਨੇ ਚਿਰ ਦਾ ਕੰਮ ਕਰਦਾ, ਇਹ ਸਤਵਿੰਦਰ ਭੈਣ ਜੀ ਕਿੰਨੇ ਚਿਰ ਦੀ ਤੇਰੇ ਨਾਲ ਕੰਮ ਕਰ ਰਹੀ ਹੈ। ਮਤਲਬ ਛੱਡੇ ਗੱਲ ਤੋਂ, ਉਹ ਦੁਨੀਆ ਦੇ ਵਿੱਚ
ਜਿਹੜੀ ਸਦੀ ਤੁਸੀਂ ਰਹਿੰਦੇ ਹੋ ਉਸ ਸਦੀ ਦੇ ਵਿੱਚ ਅਸੀਂ ਇਹ ਰਿਸ਼ਤਿਆਂ ਨੂੰ ਕਿੱਥੇ ਖੜਾਇਆ। ਤਾਂ ਕਸ਼ਮੀਰ ਸਿੰਘ 에ਅਰ ਤੇ ਲਾਈਨ ਨੰਬਰ। ਸਰਦਾਰ ਹਰਜੀਤ ਸਿੰਘ ਜੀ, ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਅਰਲੀ ਸਮੇਂ ਹਰਜੀਤ ਸਿੰਘ ਜੀ, ਅਸੀਂ ਅਰਲੀ ਸਮੇਂ ਦੇ ਵਿੱਚ ਸੁਣਦੇ ਰਹੇ ਹਾਂ ਕਿ ਜਿਹੜੇ ਪਾਕਿਸਤਾਨੀ ਮੁੰਡੇ ਹੁੰਦੇ ਸੀ ਉਹਨੇ ਕੜੇ ਪਾਏ ਹੁੰਦੇ ਸੀ ਤਾਂ ਉਹ ਆਪਣੀ ਜਦੋਂ ਪੰਜਾਬਣ ਕੁੜੀ ਨੂੰ ਭੈਣ ਜੀ ਕਹਿ ਦਿੰਦੇ ਸੀ ਤਾਂ ਉਹ ਕੁੜੀ ਬਿਲਕੁਲ ਹੀ ਜਾਣੀ ਕਿ ਇਸ ਚੀਜ਼ ਦੇ ਹੱਕ 'ਚ ਹੋ ਜਾਂਦੀ ਸੀ, ਇਹਨੇ ਮੈਨੂੰ ਭੈਣ ਕਹਿਤਾ, ਇਹ ਤਾਂ ਭਰਾ ਬਣ ਗਿਆ। ਪਰ ਉਹਨਾਂ ਦੀ ਜਿਹੜੀ ਉਹ ਸੋਚ ਸੀ, ਜਿਹੜੀ ਉਹਨਾਂ ਦੀ ਬਿਰਤੀ ਸੀ ਵਿੱਚੋਂ, ਉਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਉਹਨਾਂ ਨੇ 70s ਦੇ ਵਿੱਚ ਕੀ ਕੁਛ ਕੀਤਾ, ਪਾਕਿਸਤਾਨ ਨੂੰ ਜਾ ਕੁੜੀਆਂ ਤੋਂ ਭੇਡਾਂ ਚਰਵਾਈਆਂ। ਇੱਕ ਜਿਹੜਾ ਰਿਸ਼ਤਾ ਜਿਹਾ ਤੈਅ ਕਰਕੇ ਤੇ ਜਿਹੜਾ ਉਹਦੇ ਨਾਲ ਮਗਰੋਂ ਵਿਵਹਾਰ ਕੁਛ ਹੋਰ ਕਰਨਾ, ਉਹਦੀ ਆਪਾਂ ਨੂੰ ਦੁੱਖ ਲੱਗਦਾ ਆ। ਬਾਕੀ ਸਿੰਘ ਸਾਹਿਬ ਇੰਨਾ ਆ ਵੀ ਅਸੀਂ ਤਾਂ ਇਹ ਵੀ ਦੇਖਿਆ ਵੀ ਪੇ ਦੇ ਨਾਲ ਇੱਕ ਧੀ ਜਾਣੀ ਕਿ ਇੱਥੋਂ ਦੇ ਜੰਮਪਲ ਪੁੱਤ ਦੀ ਬੱਚੀ ਜਿਹੜੀ ਤੁਰੀ ਜਾਂਦੀ ਹੋਵੇ ਬਾਬੇ ਨਾਲ ਵੀ, ਤਾਂ ਲੋਕ ਉਹਨੂੰ ਵੀ ਕਹਿੰਦੇ ਉਹ ਪਟੋਲਾ ਲਈ ਜਾਂਦਾ। ਸੋ ਸਾਡੀ ਜਿਹੜੀ ਸ਼ਰਮ ਦੀ ਹਿਆ ਦੀ ਜਿਹੜੀ ਸਾਡੀ ਉਹ ਹੈਗੀ ਉਹ ਬਹੁਤ ਲੰਬਾ ਸਾਡਾ ਹੈਗਾ। ਖੈਰ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸੀ ਵੀ ਜੇ ਤੁਸੀਂ ਮੇਰਾ ਜਿਹੜਾ ਤੁਹਾਡਾ ਪਹਿਲਾ ਪ੍ਰੋਗਰਾਮ ਸੀ ਉਹਦੇ ਉੱਤੇ 2 ਹੀ ਗੱਲਾਂ ਕਹਿਣੀਆਂ ਜੇ ਤੁਹਾਡੀ ਆਸ ਹੋਵੇ। ਬਸ ਜਦੇ ਕਹਿ ਦਿੰਦੇ ਜੀ ਆ ਕੇ। ਉਦੋਂ ਮੈਂ ਬਹੁਤ ਕੀਤਾ ਕਾਲ ਹਰਜੀਤ ਸਿੰਘ ਜੀ, ਨਹੀਂ ਤੁਹਾਡੀ ਕਾਲ ਕੀ ਕਰ ਸਕਦੇ ਹਾਂ ਅਸੀਂ। ਫਿਰ ਹੁਣ ਜਿਸ ਦਿਨ ਹੁਣ ਆਪਾਂ ਦੁਬਾਰਾ ਜਦ ਕਰਾਂਗੇ ਫਿਰ ਕਰ ਲਈਏ। ਹੋਰ ਕਾਲਰ ਨੇ ਜੀ, ਮੈਂ ਤਾਂ ਸਿਰਫ ਗੱਲਾਂ ਹੀ 2 ਕਹਿਣੀਆਂ, ਬਹੁਤੀ ਗੱਲ ਹੀ ਨਹੀਂ ਕਹਿਣੀ। ਨਹੀਂ ਜੀ, ਫਿਰ ਉਹ ਦੋ ਗੱਲਾਂ ਲਈ ਉਹ ਕਾਲਰ ਹੁੰਦੇ ਨੇ। ਚਲੋ ਠੀਕ ਆ, ਤੁਹਾਡੀ ਮਰਜ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਫਤਿਹ। ਇਸ ਤਰ੍ਹਾਂ ਨਾ ਕਰਿਆ ਕਰੋ, ਜਦ ਤੁਹਾਨੂੰ ਪਤਾ ਹੈ ਤਾਂ ਫਿਰ ਨਾ ਕਰਿਆ ਕਰੋ, ਫਿਰ ਸ਼ੋਅ ਖਰਾਬ ਹੁੰਦਾ। ਸਾਹਿਬ ਗੁਰਦੀਪ ਸਿੰਘ ਲਾਈਨ ਨੰਬਰ 3। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਜ ਤੁਸੀਂ ਜਿਹੜਾ ਟੌਪਿਕ ਲਿਆਂਦਾ ਨਾ, ਤੁਸੀਂ ਜਿਹੜੇ 50 ਸਾਲ ਪਿੱਛੇ ਲੋਕ ਆ ਉਹਨਾਂ ਨੂੰ 50 ਸਾਲ ਵਾਲੇ ਅੱਗੇ ਆ ਨਾ ਉਹਨਾਂ ਦੇ ਨਾਲ ਜੋੜ ਦਿੱਤਾ। ਸਾਡਾ ਉਹ ਸਮਾਜ ਆ ਜਿਹੜਾ ਘੜੀ ਦੀਆਂ ਸੂਈਆਂ ਵੇਖ ਕੇ ਨਾ ਔਰਤ ਦਾ ਜਾਂ ਬੰਦੇ ਦਾ ਕਰੈਕਟਰ ਸੈੱਟ ਕਰਦਾ। ਜੇ ਫਰਜ਼ ਕਰੋ 7:30 ਵਜੇ ਕੰਮ ਖਤਮ ਹੁੰਦਾ, 8 ਵਜੇ ਘਰ ਆ ਗਈ ਤਾਂ ਉਹ ਚੰਗੀ ਹੈ, ਚੰਗਾ ਆ ਜਾਂ ਚੰਗੀ ਆ। ਜੇ 10 ਵੱਜ ਗਏ ਤਾਂ ਪਤਾ ਨਹੀਂ ਕਿੱਥੋਂ ਆਈ ਆ। ਜੇ 12 ਵੱਜ ਗਏ ਤਾਂ ਸਮਝ ਲਓ ਫਿਰ ਤਾਂ ਕਰੀ ਸਹੀ ਆ। ਇੱਕ ਫਿਲਮ ਅਮਿਤਾਭ ਬੱਚਨ ਦੀ, ਜੇ ਟਾਈਮ ਲੱਗਿਆ ਦੇਖਿਓ, ਪਿੰਕ। ਉਹ ਆਪਣੇ ਸਮਾਜ ਦੀ ਗੱਲ ਕਰਦਾ, ਅਸੀਂ ਤਾਂ ਉਹਨਾਂ ਦੇ ਸਮਾਜ ਨਾਲੋਂ ਵੀ ਪਿੱਛੇ ਆ ਜੇ ਦੇਖਿਆ ਜਾਵੇ। ਉਹ ਕਹਿੰਦਾ ਅਗਰ ਪੱਬ ਦੇ ਵਿੱਚ ਇਕੱਠਿਆਂ ਨੇ ਬੀਅਰ ਪੀਤੀ ਆ ਨਾ, ਔਰ ਉਸ ਤੋਂ ਬਾਅਦ ਇਕੱਠੇ ਤੁਸੀਂ ਕਾਰ 'ਚ ਬਹਿ ਕੇ ਕਮਰੇ 'ਚ ਵੀ ਗਏ ਆ, ਗੱਲਬਾਤ ਸਾਰਾ ਕੁਝ ਤੈਅ ਹੋ ਗਿਆ, ਲਾਸਟ ਪੁਆਇੰਟ ਤੇ ਜਾ ਕੇ ਕੁੜੀ ਨੇ ਕਹਿਤਾ ਨੋ, ਤਾਂ ਨੋ ਦਾ ਮਤਲਬ ਨੋ ਆ, ਉਸ ਤੋਂ ਅੱਗੇ ਕੁਝ ਨਹੀਂ। ਨੋ ਆਪਣੇ ਆਪ ਦੇ ਵਿੱਚ ਇੱਕ ਪ੍ਰੋਪਰ ਸ਼ਬਦ ਆ। ਉੱਥੇ ਉਹਦੀ ਰਿਸਪੈਕਟ ਆ, ਨੋ ਤੇ ਉਹਦੀ ਰਿਸਪੈਕਟ ਕਰ, ਦੈਟਸ ਇਟ। ਬਹੁਤ ਸੋਹਣੀ ਦੇਖਣ ਵਾਲੀ ਫਿਲਮ ਆ। ਤੁਸੀਂ ਅੱਜ ਉਹ 50 ਸਾਲ ਵਾਲੇ ਨੂੰ ਖਿੱਚ ਕੇ ਨਾ ਆਪਣੇ ਨਾਲ, ਜਿੱਥੇ ਅਸੀਂ 50 ਸਾਲਾਂ ਦੇ ਪਿੱਛੇ ਆ, ਅਸੀਂ ਉਹਨਾਂ ਜੋੜ ਰਹੇ ਹਾਂ। ਤਾਂ ਇਹ ਵਾਕਿਆ ਹੀ ਕਮੇਡੀ ਦੇ ਨਾਲ ਨਾਲ ਇੱਕ ਸਮਝਣ ਵਾਲਾ ਵਿਸ਼ਾ ਵੀ ਹੈਗਾ, ਸੋਚਣ ਵਾਲਾ। ਬਹੁਤ ਸੋਹਣਾ ਪ੍ਰੋਗਰਾਮ ਸੀਗਾ ਜੀ, ਧੰਨਵਾਦ। ਥੈਂਕ ਯੂ। ਕਾਰਨ ਇਹ ਹੈ ਜੀ, ਕਮਿਊਨਿਟੀ ਦੇ ਵਿੱਚੋਂ ਹੀ ਮੈਨੂੰ ਦਿੰਦੇ ਆ ਲੋਕ ਜਿਹੜੇ ਨੇ ਇਹ ਵਿਸ਼ੇ, ਕਿਉਂਕਿ ਮੈਨੂੰ ਇਹ ਤੁਸੀਂ ਲੈਜਿਟ ਕਿਉਂ ਕਰਨਾ ਪੈਂਦਾ ਜਾਂ ਤੁਹਾਨੂੰ ਪਤਾ ਹੈ। ਔਰ ਜੇ ਤੁਸੀਂ ਜਿਹੜੇ ਮੂਹਰਲੇ ਬੰਦੇ ਨੇ ਗਲਤ ਕਰਨਾ, ਉਹ ਰਿਸ਼ਤੇ ਨੂੰ ਕੁਛ ਕਹਿ ਕੇ ਵੀ ਗਲਤ ਕਰ ਲੂਗਾ। ਮੈਨੂੰ ਦੱਸੋ ਤੁਸੀਂ ਕੀ ਕਰੋਗੇ? ਹੁਣ ਇੱਥੇ ਬਜ਼ੁਰਗ ਜਦ ਕੋਈ ਸਟੂਡੈਂਟ ਬੱਚੀ 17-18 ਸਾਲ ਦੀ 20 ਸਾਲ ਦੀ ਨਾਲ ਉਹਨੂੰ ਅਪਰੋਚ ਕਰਦਾ, ਜੇ ਉਹ ਮੂਹਰੇ ਕੁਝ ਕਹਿੰਦੇ, ਉਹ ਕਹਿੰਦੇ ਜਦੇ ਕਹਿੰਦਾ ਪੋਤੀਆਂ ਵਰਗੀਆਂ, ਤੂੰ ਤਾਂ ਤੈਨੂੰ ਮੈਂ ਥੋੜਾ ਪੁੱਤ ਕਹਿੰਦਾ ਸੀ, ਮੈਂ ਤਾਂ ਦੂਜੇ ਰੋਡ ਕਹਿੰਦਾ ਸੀ। ਇਹ ਬੱਸ ਦੇ ਵਿੱਚ ਹੋਇਆ, ਮੈਂ ਉਹ ਬੰਦਾ ਚਸ਼ਮਦੀਦ ਗਵਾਹ ਨਾਲ ਬੈਠਾ, ਇੱਕ ਬੱਸ ਦੇ ਵਿੱਚ ਰੈਗੂਲਰ ਬੰਦਾ ਆਪਣਾ 140 ਤੋਂ 88 ਤੋਂ ਚੜ੍ਹਦਾ ਰਿਹਾ। ਕੁੜੀ ਤੁਹਾਨੂੰ ਔਨ 에ਅਰ ਦੱਸ ਕੇ ਗਿਆ ਸੀ ਮੁੰਡਾ ਨਾਗਰਾ, ਤੇ ਜਦੋਂ ਬੌਦਰ ਕਰਨੋਂ ਚੌਥੇ ਦਿਨ ਹਟਿਆ ਨਾ ਤਾਂ ਉਹ ਮੂਹਰੇ ਬੋਲੀ ਕਹਿੰਦਾ ਤੂੰ ਪੋਤੀਆਂ ਵਰਗੀਆਂ ਮੇਰੇ, ਮੈਂ ਤੇ ਉਹ ਤੇਰੇ ਨਾਲ ਬਹਿਦਾ ਸੀ। ਤੁਸੀਂ ਇਹ ਦੇਖੋ ਖੜੇ ਕਿੱਥੇ ਆ। ਔਰ ਆਹ ਯੁੱਗ 'ਚ ਜਿੱਥੇ ਸਭ ਕੁਝ ਟਿਪਸ ਤੇ ਆ ਤੁਹਾਡੇ ਕੋਲ, ਤੁਸੀਂ ਸਭ ਕੁਝ ਬਾਏ ਕਰ ਸਕਦੇ ਹੋ ਜਿੱਥੇ ਮਰਜ਼ੀ ਦੁਨੀਆ ਦੇ ਵਿੱਚ। ਔਰ ਇਹਦੇ ਲਈ ਤੁਹਾਨੂੰ ਰਿਸ਼ਤਾ ਵਿੱਚ ਫਸਾਉਣ ਦੀ ਲੋੜ ਨਹੀਂ ਹੈ। ਔਰ ਪੰਜਾਬ 'ਚ ਕੋਈ ਦੋਸਤ ਦੀ ਵਾਈਫ ਨੂੰ ਭੈਣ ਕਹਿੰਦਾ ਸੀ? ਮੈਨੂੰ ਦੱਸੋ ਪੰਜਾਬ 'ਚ ਕੋਈ ਕਹਿੰਦਾ ਸੀ? ਉਹੀ ਪੰਜਾਬ 'ਚ ਜੇ ਤੁਸੀਂ ਕਿਸੇ ਨਰਸ ਨੂੰ ਭੈਣ ਕਹਿ ਦੋ, ਉਹ ਮੂੰਹ ਮੋੜ ਕੇ ਕਹਿੰਦੇ ਸਿਸਟਰ ਕਹਿ ਦੇ, ਨਰਸ ਨਹੀਂ ਕਹਿ ਸਕਦਾ ਤੂੰ ਮੈਨੂੰ। ਉੱਥੇ ਇਸ ਤਰ੍ਹਾਂ ਸਿਸਟਮ। ਸਾਹਿਬ ਮਹਿੰਦਰ ਸਿੰਘ ਲਾਈਨ ਨੰਬਰ 4। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਅੱਜ ਤੁਸੀਂ ਇੱਕ ਬੜਾ ਅਹਿਮ ਮਸਲਾ ਛੇੜਿਆ। ਇਹ ਸਮਾਜ ਵਿਗਿਆਨ ਦਾ ਵਿਸ਼ਾ ਹੈ, ਬੜਾ ਮਹੀਨ, ਬਹੁਤ ਮਹੀਨ ਜ਼ਹੀਨ ਵਿਸ਼ਾ ਇਹਨੂੰ ਕਹਾਂਗੇ ਅਸੀਂ, ਜਿਹਦੇ ਤੇ ਬਹੁਤ ਸਾਰੀਆਂ PhDਆਂ ਹੋ ਸਕਦੀਆਂ, ਪਰ ਮੈਨੂੰ ਜਿੱਥੋਂ ਤੱਕ ਮੈਂ ਕੋਸ਼ਿਸ਼ ਕੀਤੀ ਹੈ ਲੱਭਣ ਦੀ, ਹਾਲੇ ਤੱਕ ਇਸ ਵਿਸ਼ੇ ਦੀ ਜਾਂ ਇਹਨਾਂ ਰਿਸ਼ਤਿਆਂ ਦੀ ਇੰਨੀ ਸੂਖਮਤਾ ਤੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ। ਵੇਖੋ, ਹਰ ਸਭਤਾ ਨੇ ਆਪਣੇ ਰਿਸ਼ਤਿਆਂ ਦੀ ਇੱਕ ਹੱਦ ਮਿਥੀ ਹੈ। ਉਹਦੀ ਹਰ ਰਿਸ਼ਤੇ ਦੀ ਹੱਦ ਦੇ ਨਾਲ ਉਹਦਾ ਆਚਾਰ ਵਿਵਹਾਰ, ਉਹਦੀਆਂ ਕਦਰਾਂ ਕੀਮਤਾਂ, ਉਹ ਸਾਰੇ ਸਭਤਾਵਾਂ ਨੇ ਆਪਣੀਆਂ ਮਿਥੀਆਂ। ਜਿਵੇਂ ਹੁਣ ਪੱਛਮੀ ਸਭਤਾ ਦੇ ਵਿੱਚ ਜਿੰਨੀਆਂ ਪੱਛਮ ਦੀਆਂ ਸਭਤਾਵਾਂ, ਉਹਨਾਂ ਦੇ ਵਿੱਚ ਅੰਕਲ ਆਂਟੀ ਤੇ ਕਜ਼ਨ ਨੇ ਸਾਰੇ ਰਿਸ਼ਤੇ ਸਮੇਟ ਕੇ ਰੱਖ ਲਏ। ਪੁਰਾਣੇ ਜ਼ਮਾਨੇ ਵਿੱਚ ਇਹਨਾਂ ਵਿੱਚ ਵੀ ਸੀ। ਮੈਂ ਬਹੁਤ ਸਾਰੇ ਮਾਰਲੋਵ ਦੇ ਜਾਂ ਸ਼ੇਕਸਪੀਅਰ ਤੋਂ ਵੀ ਪੁਰਾਣੇ, ਅੱਜ ਤੋਂ 25 ਸਾਲ ਪੁਰਾਣੇ ਵੀ ਕੁਝ ਨਾਵਲ ਪੜ੍ਹੇ, ਉਹਨਾਂ ਵਿੱਚ ਕੁਝ ਰਿਸ਼ਤਿਆਂ ਦੀਆਂ ਹੀ ਗੱਲਾਂ ਹੈ। ਪਰ ਇੱਥੇ ਆ ਕੇ ਉਹਨਾਂ ਲੋਕਾਂ ਨੇ ਆਪਣੀਆਂ ਲੋੜਾਂ ਅਨੁਸਾਰ, ਆਪਣੀ ਇਹ ਕਹਿ ਲਓ ਕਿ ਸੂਝ-ਬੂਝ ਅਨੁਸਾਰ ਉਹਨਾਂ ਰਿਸ਼ਤਿਆਂ ਦਾ ਇੱਕ ਮਿਆਰ ਸੈੱਟ ਕਰ ਲਿਆ, ਜਿਹਦੇ ਤੇ ਉੱਥੇ ਖੜ ਰਹੇ ਆ। ਦੂਜੇ ਪਾਸੇ ਜਿਹੜਾ ਸਾਡਾ ਭਾਰਤੀ ਮਹਾਂਦੀਪ ਹੈ, ਉੱਥੇ ਜਿਹੜੇ ਸਾਡੇ ਰਿਸ਼ਤੇ ਹੈ, ਉਹਨਾਂ ਰਿਸ਼ਤਿਆਂ ਦੀ ਹਰ ਖੂਨ ਦੀ ਇੱਕ ਧਾਰਾ ਦੇ ਵਿੱਚ ਉਹ ਰਿਸ਼ਤੇ ਦੀ ਇੱਕ ਪੂਰੀ ਦੀ ਪੂਰੀ ਉਹਦੀ ਡੈਫੀਨੇਸ਼ਨ ਸੀ, ਉਹਦਾ ਆਚਾਰ ਵਿਵਹਾਰ ਸੀ, ਉਹਦੀ ਸੂਖਮਤਾ ਸੀ। ਹੁਣ ਦੱਸੋ, ਤਾਈ, ਚਾਚੀ, ਮਾਸੀ, ਮਾਮੀ, ਭੂਆ, ਬਿਲਕੁਲ ਐਗਜ਼ੈਕਟ ਉਹਦੇ ਜਾਂ ਅੱਗੇ ਜਾ ਕੇ ਉਹਦੇ ਬਿਲਕੁਲ ਉਹੀ ਉਹਦੇ ਨਾਲ ਵਿਵਹਾਰ ਸੀ ਤੇ ਉਹ ਚੱਲਦਾ ਰਿਹਾ। ਸਾਡੀ ਸਭਤਾ ਦੇ ਵਿੱਚ ਪੱਗਵੱਟ ਭਰਾ, ਧਰਮ ਦੀ ਭੈਣ, ਉਹ ਰਿਸ਼ਤੇ ਕਿੰਨੇ ਵਧੀਆ ਨਿਭੇ। ਪਰ ਉੱਥੇ ਇੱਕ ਬਹੁਤ ਵੱਡੀ ਜਿਹੜੀ ਜੋ ਮੈਂ ਪੜ੍ਹਿਆ, ਜਿੱਥੋਂ ਤੱਕ ਜਾਂ ਮੈਂ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਆ ਜਿਹੜੇ ਅਖੌਤੀ ਜਿਹੇ ਗਾਇਕ ਹੈ, ਅੱਜ ਤੋਂ 70 ਕੁ ਸਾਲ ਪਹਿਲਾਂ ਜਦੋਂ ਇਹ ਗੱਲਾਂ ਆਉਣੀਆਂ ਸ਼ੁਰੂ ਹੋਈਆਂ, ਕੁਝ ਫਿਲਮਾਂ ਆਈਆਂ, ਕੁਝ ਇਹ ਆਈਆਂ, ਉਹਨਾਂ ਨੇ ਉਹਨਾਂ ਰਿਸ਼ਤਿਆਂ ਦਾ ਬਿਲਕੁਲ ਸੱਤਿਆਨਾਸ਼ ਮਾਰਤਾ, ਛੱਕੀ ਕਰਤੇ। ਉਹ ਜੇ ਤਾਂ ਅਸੀਂ ਪਿਛਲੇ ਜ਼ਮਾਨੇ ਵਿੱਚ ਇਹ ਰਿਸ਼ਤੇ ਅਸੀਂ ਜਿਹੜਾ ਕੋਈ ਬਣਾ ਲੈਂਦਾ ਸੀ ਖੂਨ ਦੇ ਰਿਸ਼ਤੇ ਤੋਂ ਬਾਹਰ ਵੀ, ਉਹ ਰਿਸ਼ਤੇ ਨਿਭਦੇ ਸੀ, ਪੂਰੀ ਤਰ੍ਹਾਂ ਨਿਭਦੇ ਸੀ ਤੇ ਉਹਦੇ ਤੇ ਕਿਸੇ ਦਾ ਸ਼ੱਕ ਵੀ ਨਹੀਂ ਸੀ ਹੁੰਦਾ, ਸ਼ੱਕ ਕਰਨ ਦੀ ਗੁੰਜਾਇਸ਼ ਹੀ ਨਹੀਂ ਸੀ, ਕਿਉਂਕਿ ਉਹ ਇੰਨੀ ਪਾਕੀਜ਼ਗੀ ਸੀ ਉਹਨਾਂ ਰਿਸ਼ਤਿਆਂ 'ਚ। ਪਰ ਜਦੋਂ ਇਹ ਫਿਲਮਾਂ ਨੇ ਤੇ ਆਹ ਗਾਇਕਾਂ ਨੇ ਲੋਟੂ ਲਾਣੇ ਨੇ, ਖਾਸ ਕਰਕੇ ਮੈਨੂੰ ਇੱਥੇ ਕਹਿਣਾ ਪਊਗਾ, ਜਿਹੜੀ ਆ ਆਪਣੇ ਆਪ ਨੂੰ ਵਿਗਿਆਨਿਕ ਸੋਚ ਵਾਲੇ ਕਾਮਰੇਡ ਲਾਣੇ ਨੇ, ਜਦੋਂ ਤੱਕ ਉੱਥੇ ਲਿਆਂਦਾ ਮੈਂ ਯੂਨੀਵਰਸਿਟੀਆਂ ਦੇ ਵਿੱਚ ਵੇਖਿਆ ਉਹਨਾਂ ਰਿਸ਼ਤਿਆਂ ਦੀ ਦੁਰਦਸ਼ਾ ਹੁੰਦੀ। ਸੋ ਇਹ ਇੱਕ ਬਹੁਤ ਸੂਖਮ ਵਿਸ਼ਾ ਹੈ। ਅਸੀਂ ਇਹਨੂੰ, ਜੇ ਕੋਈ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਦੇ, ਇਹ ਕਸੂਰ ਉਹਨਾਂ ਦਾ ਨਹੀਂ, ਇਹ ਉਸ ਧਾਰਾ ਦਾ ਕਸੂਰ ਹੈ। ਤੁਸੀਂ ਬਹੁਤ ਵਧੀਆ ਵਿਸ਼ਾ ਲਿਆਂਦਾ। ਜੇ ਕੋਈ ਇਸ ਤੋਂ ਪ੍ਰੇਰਿਤ ਹੋ ਕੇ ਅੱਜ ਦੀਆਂ ਯੂਨੀਵਰਸਿਟੀਆਂ ਵਿੱਚੋਂ, ਇੱਥੋਂ ਜਾਂ ਪੰਜਾਬ ਵਿੱਚੋਂ ਕੋਈ ਇਹਦੇ ਤੇ ਕੋਈ ਰਿਸਰਚ ਕਰੇ ਤਾਂ ਹੋ ਸਕਦਾ ਵੀ ਕੋਈ ਚੰਗਾ ਕੰਮ, ਚੰਗੇ ਨਤੀਜੇ ਦੇ ਨਿਕਲ ਸਕਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਗਮੇਲ ਸਿੰਘ ਜੀ, ਆਖਰੀ ਕਾਲਰ ਨੰਬਰ 5। ਹਾਂਜੀ ਸਿੰਘ ਸਾਹਿਬ ਜੀ, ਵਿਸ਼ਾ ਬੜਾ ਵਧੀਆ ਹੈ। ਮੈਂ ਨੇੜੇ ਮੁਕਾ ਦਿੰਦਾ, ਜਿਹੀ ਜੀ ਕਿਸੇ ਦੀ ਸੋਚ ਹੁੰਦੀ ਹੈ ਉਹੀ ਜੀ ਐਕਸਪ੍ਰੈਸ਼ਨ ਉਹ ਕਰ ਦਿੰਦਾ। ਤੇ ਮੈਂ ਤਾਂ ਇੰਨੀ ਗੱਲ ਜਾਣਦਾ, ਮੇਰਾ ਤਾਂ ਜਨਮ ਸੰਨ 30 ਦਾ ਹੈ ਤੇ 15-16 ਸਾਲ ਦੀਆਂ ਕੁੜੀਆਂ ਮੁੰਡੇ ਸਭ ਇਕੱਠੇ ਹੀ ਖੇਲਦੇ ਸੀ, ਕਦੇ ਕਿਸੇ ਨੇ ਸੋਚਿਆ ਨਹੀਂ ਸੀ। ਉਦੋਂ ਮਗਰੋਂ ਕਾਲਰ ਸਾਰਾ ਕੁਝ ਦੱਸ ਗਏ ਨੇ ਕਿ ਕਿਵੇਂ ਕਿਵੇਂ ਬਦਲਾਅ ਆਇਆ। ਉਹ ਲਾਇਬ੍ਰੇਰੀ ਦੇ ਵਿੱਚ ਸਾਡੇ ਸਾਰੀਆਂ ਵਾਈਟ ਕਮਿਊਨਿਟੀ ਦੀ ਨਾਲ ਤਾਲੁਕ ਰੱਖਦੀਆਂ ਗਰਲਜ਼ ਔਰ ਲੇਡੀਜ਼, ਉਹਨਾਂ ਨੂੰ ਮੈਂ ਉਹ ਦੱਸਿਆ ਸਾਡਾ ਵੀ ਪਰਟੀਕੂਲਰ ਰਿਸ਼ਤਾ ਜਿਹੜਾ ਹੈ ਉਹਦਾ ਪਰਟੀਕੂਲਰ ਨਾਂ ਹੈ। ਦਾਦਾ ਦਾਦੀ, ਨਾਨਾ ਨਾਨੀ, ਭੂਆ ਫੁੱਫੜ, ਮਾਸੀ ਮਾਸੜ, ਮਾਮਾ ਮਾਮੀ ਤੇ ਦਿਓਰ ਜੇਠ ਤੇ ਜਠਾਣੀ। ਤੇ ਉਹ ਜਦੋਂ ਉਹ ਕਹਿੰਦੇ ਯੂ ਹੈਵ ਵੈਰੀ ਗ੍ਰੇਟ ਕਲਚਰ, ਸਵਾਲ ਇਹ ਆ ਵੀ ਸਾਡੇ ਅੰਕਲ ਆਂਟੀ ਚ ਕਿਵੇਂ ਬਣ ਗਿਆ ਸਾਡੇ ਜਾ ਕੇ। ਮੈਂ ਕਿਹਾ ਤੁਹਾਡੇ ਤਾਂ ਗ੍ਰਾਂਡਪਾ ਗ੍ਰਾਂਡਮਾ ਤੇ ਬ੍ਰਦਰ ਸਿਸਟਰ ਤਾਂ ਚਲੋ ਹੈਗਾ ਹੀ ਹੈ, ਨਹੀਂ ਤਾਂ ਡੈਡ ਔਰ ਮਮ, ਬਸ ਸਾਡੇ ਤਾਂ ਇਹ ਪਰਟੀਕੂਲਰ ਨਾਂ ਜਦੋਂ ਉਹਨਾਂ ਨੂੰ ਦੱਸਿਆ, ਉਹਨਾਂ ਨੇ ਉਹ ਰਿਕਾਰਡ ਰੱਖ ਲਿਆ। ਮੈਂ ਉਹਨਾਂ ਨੂੰ ਸਕੈਚ ਬਣਾ ਕੇ ਦਿੱਤਾ, ਉੱਥੇ ਰੱਖ ਲਿਆ ਕਿ ਕਮਾਲ ਹੋ ਗਈ ਬਾਈ। ਸਾਨੂੰ ਇਹ ਗੱਲ ਛੱਡ ਕੇ ਅਸੀਂ ਭੁੱਲ ਕੇ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਫਤਿਹ ਜੀ। ਆਹ ਸੀ ਅੱਜ ਦਾ ਪ੍ਰੋਗਰਾਮ ਜੀ, ਤੇ ਕੋਸ਼ਿਸ਼ ਕਰਦਾ ਮੈਂ ਤੁਹਾਡਾ ਜਿਹੜਾ ਕੋਈ ਵੀ ਇਨਪੁਟ ਮੈਨੂੰ ਮਿਲਦੀ ਹੈ ਤੇ ਮੈਂ ਉਹ ਤੁਹਾਡੇ ਸਨਮੁਖ ਲੈ ਕੇ ਆਉਣਾ। ਮੇਰੇ ਖਿਆਲ ਥੋੜੀ ਜਿਹੀ ਜ਼ਿੰਦਗੀ ਆ ਜਿਉਣ ਲਈ, ਉਹ ਕਿਸੇ ਬਿਨਾਂ ਵਜ਼ਨ ਤੋਂ, ਕਿਸੇ ਬਿਨਾਂ ਰਿਸ਼ਤੇਦਾਰਾਂ ਤੋਂ ਬੰਨੇ ਜਿਹੜੇ ਰਿਸ਼ਤੇ ਹੈ ਉਹਨਾਂ ਨੂੰ ਨਿਭਾਓ।
ਪਰ ਕਿਸੇ ਰਿਸ਼ਤਿਆਂ 'ਚ ਬੰਨ੍ਹ ਕੇ ਤੁਸੀਂ ਜ਼ਿੰਦਗੀ ਵਧੀਆ ਨਹੀਂ ਨਿਭਾ ਸਕਦੇ। ਕੱਲ ਨੂੰ 11 ਵਜੇ ਮੁੜਦਾ, ਰੱਬ ਰਾਖਾ।